सत श्री अकाल, सलाम, नमस्कार, आदाब, सब सत्कार है सज्जनां नूं जो इस वक्त जिंदगी दे रंगां ते आवाज़ दीआं तरंगां नूं माणदे होए जुड़े ने टिवाणा रेडियो दे नाल। बागां ते रागां दे शहर पटियाला तो मैं परमिंदर सिंह टिवाणा आप सब सज्जनां दा स्वागत करदा। अज 22 सितंबर सन 2021 बुधवार दा दिन है। 7 अस्सू नानकशाही संमत 553 नूं पटियाला स्टूडियो तो मैं परमिंदर सिंह टिवाणा आप दे नाल जुड़ चुका ते राजनीतिक मामले दे माहर ते वकालत नाल वाबस्ता एडवोकेट सुरिंदर सिंह भी अपने नाल जुड़ चुके ने। तुसीं साडे प्रोग्रामां नूं साडी वैबसाइट tiwanaradio.com दे जरिए भी सुण सकदे हो। उत्थे तुहानूं साडे आईफोन ते एंड्रायड ऐप्स दे लिंक मिलणगे, इंस्टॉल करो ते टिवाणा रेडियो दा फेसबुक पेज ते टिवाणा रेडियो दा यूट्यूब पेज दा लिंक मिलेगा। इंस्टॉल करो, लाइक करो, सबसक्राइब करो, बैल आइकन दबावो तां जो प्रोग्राम शुरू होंदे ही तुहानूं सूचना मिल जावे। जे प्रोग्रामां नूं तुसीं WhatsApp दे जरिए मंगवाउणा तां प्रोग्राम लाइव जदों स्टार्ट हुंदा है उदों ही तुहानूं लिंक भेज दित्ता जांदा है। उस दे वास्ते अपना WhatsApp नंबर है 9876 09655। इसे नंबर ते तुसीं स्टूडियो च कॉल कर दिओ। मेरा संपर्क नंबर भी यही है। WhatsApp ग्रुप अपना इसे ते जिथे प्रोग्राम शुरू होंदे ही तुहानूं भेज दित्ता जांदा है। कोई प्रोग्राम दे विच देरी है, कोई होर सूचना, तां इह नंबर प्लीज़ जरूर सेव रखो। इहदे च कोई फालतू मैसेज नहीं कीते जांदे सवेर शाम, सिर्फ प्रोग्राम दी लिंक ही तुहानूं भेजे जांदे ने 9876309655। ते दूसरा लाइव प्रोग्राम आपां इस वक्त फेसबुक ते यूट्यूब पेज है जिहड़ा उस ते आ चुके हैं। ते इस तो इलावा ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ 667-930-9260 ਤੇ ਡਾਇਲ ਕਰਕੇ ਵੀ ਸੁਣ ਸਕਦੇ ਹੋ। ਤੇ ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ 8:30 ਵਜੇ ਤੱਕ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਤੁਹਾਡੇ ਨਾਲ ਜੁੜਦੇ ਹਾਂ। ਤੇ ਪ੍ਰੋਗਰਾਮ ਨੂੰ ਲਾਈਵ ਤਾਂ ਤੁਸੀਂ ਸੁਣਦੇ ਹੀ ਹੋ, ਪਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਐਡਿਟ ਕਰਕੇ ਆਪਾਂ ਅਪਲੋਡ ਕਰਦੇ ਹਾਂ, ਜਿਸ ਵਿੱਚ ਸਾਡੇ ਸਪਾਂਸਰ ਸਾਹਿਬ ਦੇ ਵੀ ਲਿੰਕ ਹੁੰਦੇ ਨੇ। ਤੇ ਉਸ ਦੇ ਵਿੱਚ ਜਿਸ ਤਰ੍ਹਾਂ ਟਿਵਾਣਾ ਰੇਡੀਓ ਬ੍ਰੈਕਟ ਦੇ ਵਿੱਚ ਜਿਸ ਤਰ੍ਹਾਂ ਅੱਜ ਸ਼ਾਮ ਦੇ ਪ੍ਰੋਗਰਾਮ ਦਾ ਅੰਕ ਹੋਏਗਾ 476 ਈ ਲਿਖਿਆ ਹੁੰਦਾ, ਮਸਲਨ ਇਵਨਿੰਗ, ਐਮ ਮਾਰਨਿੰਗ ਦਾ ਹੁੰਦਾ। ਸੋ 476 ਨੰਬਰ ਜਿਸ ਤਰ੍ਹਾਂ ਅੰਕ ਹੈ, ਇਹ ਪ੍ਰੋਗਰਾਮ ਨੂੰ ਆਪਾਂ ਐਡਿਟ ਕਰਕੇ ਪਾਉਣੇ ਆ। ਜਦੋਂ ਤੁਸੀਂ ਸਾਡੇ YouTube ਪੇਜ ਤੇ ਇਹ ਪ੍ਰੋਗਰਾਮ ਵੇਖਦੇ ਹੋ ਤੇ ਉਹ ਡਾਊਨਲੋਡ ਵੀ ਹੋ ਜਾਂਦਾ। ਜਿਹੜਾ ਲਾਈਵ ਪ੍ਰੋਗਰਾਮ ਹੈ ਉਹ ਡਾਊਨਲੋਡ ਨਹੀਂ ਹੁੰਦਾ ਤੇ ਉਹਦੇ 'ਚ ਕਈ ਵਾਰੀ ਡਿਸਟਰਬੈਂਸ ਵੀ ਹੁੰਦੀ ਹੈ ਤੇ ਆਵਾਜ਼ ਵੱਧ ਘੱਟ ਹੁੰਦੀ ਹੈ। ਇਸ ਕਰਕੇ ਅਸੀਂ ਐਡਿਟ ਕਰਕੇ ਪ੍ਰੋਗਰਾਮ ਪਾਉਂਦੇ ਹਾਂ, ਜਿਹਦੇ ਵਿੱਚ ਵਿਚਕਾਰ ਪ੍ਰੋਗਰਾਮ ਦਾ ਅੰਕ ਲਿਖਿਆ ਹੁੰਦਾ, ਐਪੀਸੋਡ ਨੰਬਰ ਲਿਖਿਆ ਹੁੰਦਾ, ਜਿਵੇਂ ਅੱਜ ਦਾ 476 ਹੈ। ਸੋ ਉਹ ਪ੍ਰੋਗਰਾਮ ਨੂੰ ਕੋਸ਼ਿਸ਼ ਕਰਿਆ ਕਰੋ ਸੁਣਨ ਦੀ, ਕਿਉਂਕਿ ਜਦੋਂ ਲਾਈਵ ਪ੍ਰੋਗਰਾਮ ਸਮਾਪਤ ਹੋ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਲਾਈਵ ਕੀਤਾ ਹੁੰਦਾ ਉਹਨੂੰ ਕਈ ਵਾਰੀ ਆਪਾਂ ਪ੍ਰਾਈਵੇਟ ਕਰ ਦਿੰਦੇ ਹਾਂ, ਕਿਉਂਕਿ ਉਹਦੇ 'ਚ ਡਿਸਟਰਬੈਂਸ ਕਾਫੀ ਹੁੰਦੀ ਹੈ ਕਈ ਜਗ੍ਹਾ। ਸੋ ਇਹ ਪਲੀਜ਼ ਜ਼ਰੂਰ ਨੋਟ ਰੱਖੋ। ਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਦੌਰੇ ਸਿਆਸਤ ਦੇ ਵਿੱਚ ਕਾਫੀ ਕੁਝ ਬਦਲਿਆ। ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟ ਰਹੇ ਨੇ। ਵੈਸੇ ਪਟਿਆਲੇ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਵੀ ਬੜੀ ਦਿਲਚਸਪ ਹੋ ਰਹੀ ਹੈ। ਪਟਿਆਲੇ ਦੇ ਵਿੱਚ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਲੋਕ ਨੇ, ਸੋ ਕਾਰਪੋਰੇਸ਼ਨ ਦੀ ਤਰਫੋਂ ਜੋ ਫੈਸਲੇ ਲਏ ਜਾਂਦੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਜਿਹੜੇ ਕਈ ਸਾਰੇ ਸਾਈਨ ਬੋਰਡ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਲੱਗੇ ਹੋਏ ਨੇ, ਪਰ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਆਲੇ ਦੁਆਲੇ ਅੱਜ ਮੈਂ ਵੇਖਿਆ ਕਿ ਜਿਹੜਾ ਉਸ ਯਾਦਵਿੰਦਰਾ ਕਲੋਨੀ ਨੂੰ ਲੱਗੇ ਗੇਟ ਨੇ, ਉਹ ਗੇਟ ਹੁਣ ਇਸਤੇਮਾਲ ਦੇ ਵਿੱਚ ਲਿਆਂਦੇ ਗਏ ਨੇ, ਵਰਤੋਂ ਦੇ ਵਿੱਚ ਲਿਆਂਦੇ ਗਏ ਨੇ। ਤੇ ਖਾਸ ਕਰਕੇ ਜਿਹੜਾ ਇਹਨੂੰ ਤਾਸ਼ਕੰਦ ਰੋਡ ਕਹਿੰਦੇ ਸੀ, ਬਿਲਕੁਲ ਬਾਰਾਂਦਰੀ ਦੇ ਨਾਲ ਪਹਿਲਾਂ ਇੱਕ ਪੈਟਰੋਲ ਪੰਪ ਹੁੰਦਾ ਸੀ, ਫੂਲ ਸਿਨੇਮੇ ਦੇ ਸਾਹਮਣੇ, ਮਾਲਵਾ ਸਿਨੇਮੇ ਦੇ ਸਾਹਮਣੇ, ਤੇ ਉਹ ਬਾਰਾਂਦਰੀ ਦੇ ਗੇਟ ਦੇ ਨਾਲ ਬਿਲਕੁਲ ਜਿਹੜੀ ਰੋਡ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਘਰ ਨੂੰ ਜਾਂਦੀ ਹੈ ਮਾਲ ਰੋਡ ਤੋਂ, ਤੇ ਦੂਸਰੀ ਫੁਆਰਾ ਚੌਂਕ ਦੇ ਤਰਫੋਂ ਆਉਂਦੀ ਹੈ। ਪਰ ਜਿਹੜਾ ਤਾਸ਼ਕੰਦ ਰੋਡ ਕਹਿੰਦੇ ਸੀ ਜਿਹਨੂੰ, ਜਾਂ ਮਾਲ ਰੋਡ ਤੋਂ ਜਿਹੜਾ ਯਾਦਵਿੰਦਰਾ ਕਲੋਨੀ ਨੂੰ ਰੋਡ ਜਾਂਦਾ ਸੀ, ਉਹਦੇ ਗੇਟ ਕਦੇ ਲੱਗੇ ਨਹੀਂ ਸੀ ਵੇਖੇ, ਪਰ ਉਹਦੇ ਗੇਟ ਹੁਣ ਕਲੋਨੀ ਦੇ ਗੇਟ ਹੀ ਬੰਦ ਕਰ ਦਿੱਤੇ ਨੇ। ਅੱਜ ਜਿਹੜੇ ਠੇਕਾ ਆਧਾਰਿਤ ਮੁਲਾਜ਼ਮ ਨੇ ਉਹਨਾਂ ਦੀ ਜਿੰਦਾਬਾਦ ਮੁਰਦਾਬਾਦ ਹੋ ਰਹੀ ਸੀ, ਤੇ ਉਸ ਦੌਰਾਨ ਉਹ ਯਾਦਵਿੰਦਰਾ ਕਲੋਨੀ ਦੇ ਹੀ ਪੂਰੇ ਗੇਟ ਬੰਦ ਕਰ ਦਿੱਤੇ ਗਏ ਨੇ ਤਾਂ ਜੋ ਕੋਈ ਵੀ ਧਰਨਾਕਾਰੀ ਜਿਹੜਾ ਉਸ ਕਲੋਨੀ ਦੇ ਵਿੱਚ ਦਾਖਲ ਨਾ ਹੋ ਸਕੇ। ਸੋ ਕਿਤੇ ਨਾ ਕਿਤੇ ਜਿਸ ਤਰ੍ਹਾਂ ਭਾਵੇਂ ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ, ਕਿਉਂਕਿ 4.5 ਸਾਲ ਦੀਆਂ ਜੋ ਨਾਕਾਮੀਆਂ ਨੇ ਉਹਨਾਂ ਨਾਕਾਮੀਆਂ ਦੇ ਮੱਦੇਨਜ਼ਰ ਬਹੁਤ ਸਾਰਾ ਘੇਰ ਘਰਾਓ ਚੱਲ ਰਿਹਾ, ਤੇ ਯਾਦਵਿੰਦਰਾ ਕਲੋਨੀ ਦੇ ਦੋਨੋਂ ਗੇਟ ਨੇ ਜਿਹੜੇ ਉਹ ਹੁਣ ਵਰਤੋਂ ਚ ਲਿਆ ਦਿੱਤੇ ਗਏ ਨੇ। ਜਾਣੀ ਕਿ ਇਸ ਕਲੋਨੀ ਨੂੰ VVIP ਰੁਤਬਾ ਇੱਕ ਤਰੀਕੇ ਨਾਲ ਮਿਲ ਗਿਆ ਕਿ ਕੋਈ ਵੀ ਪ੍ਰਦਰਸ਼ਨਕਾਰੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਘਰ ਬਿਲਕੁਲ ਕਲੋਨੀ ਦੇ ਅੰਦਰ ਹੈ, ਤੇ ਉਸ ਘਰ ਤੱਕ ਕੋਈ ਨਾ ਪੁੱਜ ਸਕੇ, ਕਲੋਨੀ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਦੇ ਮੱਦੇਨਜ਼ਰ ਪੂਰੀ ਕਲੋਨੀ ਦੇ ਜਿਹੜੇ ਗੇਟ ਨੇ ਉਹ ਬੰਦ ਕਰ ਦਿੱਤੇ ਗਏ ਨੇ।
ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਖਾਸਮ ਖਾਸ ਨੇ ਨੇੜਲੇ ਨੇ ਉਹ ਹਟਾਏ ਜਾ ਰਹੇ ਨੇ। ਇਸ ਸਿਲਸਿਲੇ ਵਿੱਚ ਨਵੀਆਂ ਨਿਯੁਕਤੀਆਂ ਹੋ ਰਹੀਆਂ ਨੇ। ਅੱਜ 22 ਸਤੰਬਰ ਦਿਨ ਬੁੱਧਵਾਰ ਸਨ 2021 7 ਅੱਸੂ ਨਾਨਕਸ਼ਾਹੀ ਸੰਮਤ 553 ਦੀ ਸ਼ਾਮ ਹੈ ਤੇ ਮਾਫੀ ਚਾਹੁੰਦੇ ਆ ਕਿ ਅੱਜ ਥੋੜਾ ਜਿਹਾ ਦੇਰ ਦੇ ਨਾਲ ਤੁਹਾਡੇ ਨਾਲ ਜੁੜ ਰਹੇ ਆ। ਤੇ ਇਸ ਦੌਰਾਨ ਜਿਹੜੀਆਂ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ, ਉਸ ਤੋਂ ਬਾਅਦ ਜਿਹੜੇ ਨੇ ਜਗ੍ਹਾ ਰਾਮ ਤੀਰਥ ਉੱਥੇ ਵੀ ਪੁੱਜੀ ਹੈ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟੀਮ। ਤੇ ਅੰਮ੍ਰਿਤਸਰ ਦੇ ਵਿੱਚ ਵੀ ਕੁਝ ਨਿਯੁਕਤੀਆਂ ਨੇ, ਜਿਸ ਤਰ੍ਹਾਂ ਦਮਨਦੀਪ ਸਿੰਘ ਉਪਲ ਨੂੰ ਦਿਨੇਸ਼ ਬਾਸੀ ਦੀ ਥਾਂ ਅੰਮ੍ਰਿਤਸਰ ਟਰਸਟ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਹ ਦਮਨ ਸਿੰਘ ਉਪਲ ਤੁਹਾਨੂੰ ਪਤਾ ਹੀ ਹੈ ਕਿ ਮੌਜੂਦਾ ਸਰਕਾਰ ਦਾ ਪਸੰਦੀਦਾ, ਕਿਉਂਕਿ ਪਹਿਲਾਂ ਜਿਹੜਾ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸੀਗਾ ਦਿਨੇਸ਼ ਬਾਸੀ, ਉਹ ਕੈਪਟਨ ਅਮਰਿੰਦਰ ਸਿੰਘ ਦਾ ਖਾਸਮ ਖਾਸ ਸੀ ਤੇ ਉਸ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਗਿਆ। ਬਾਸੀ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਚੰਗੇ ਤਾਲੁਕਾਤ ਨਹੀਂ ਸੀਗੇ। ਅੰਮ੍ਰਿਤਸਰ ਦੀ ਫੇਰੀ ਦੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਸੀ ਦੀ ਥਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਹਿਯੋਗੀ ਦਮਨਦੀਪ ਸਿੰਘ ਉਪਲ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਗਾਇਆ। ਇਸੇ ਤਰ੍ਹਾਂ ਦੀਆਂ ਹੋਰ ਕਈ ਨਿਯੁਕਤੀਆਂ ਹੋਈਆਂ ਨੇ। ਮਸਲਨ ਕਈ ਨਾਮ ਬਿਲਕੁਲ ਨਵੇਂ ਨੇ ਤੇ ਪ੍ਰਗਟ ਸਿੰਘ ਜਿਹੜੇ ਐਮਐਲਏ ਨੇ ਉਹਨਾਂ ਨੂੰ ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ। ਇਸੇ ਤਰ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੀ ਵੇਣੂ ਗੋਪਾਲ ਦੇ ਅਨੁਸਾਰ ਜੋ ਸੈਂਟਰ ਤੋਂ ਜਿਹੜਾ ਸੋਨੀਆ ਗਾਂਧੀ ਤੋਂ ਜੋ ਪੱਤਰ ਜਾਰੀ ਹੋਇਆ ਉਸ ਮੁਤਾਬਕ ਯੋਗਿੰਦਰਪਾਲ ਢੀਂਗਰਾ ਨੂੰ ਵੀ ਪੰਜਾਬ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਾਬਕਾ ਆਈਜੀ ਹਰਿੰਦਰ ਸਿੰਘ ਚਾਹਲ, ਉਸ ਦੇ ਪੁੱਤਰ ਗੁਲਜ਼ਾਰਿੰਦਰ ਸਿੰਘ ਚਾਹਲ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਹ ਨਵਾਂ ਨਾਂ ਆ। ਹਾਲਾਂਕਿ ਗੁਲਜ਼ਾਰਿੰਦਰ ਚਾਹਲ ਪਟਿਆਲਾ ਦੇ ਵਿੱਚ ਕਈ ਸਪੋਰਟਸ ਦੇ ਕੰਮ ਵੀ ਕਰਦਾ ਹੈ। ਮਸਲਨ ਜਿਹੜੀ ਮੈਰਾਥਨ ਇਵੈਂਟ ਵੀ ਕਰਾਉਂਦਾ। ਪਿੱਛੇ ਜੇ ਜਦੋਂ ਇਹ ਹੋਇਆ ਸੀ ਪਿਛਲੀ ਵਾਰੀ, ਉਸ ਦੌਰਾਨ ਬੇਬੇ ਮਾਨ ਕੌਰ ਨੂੰ ਵੀ ਉਚੇਚਾ ਸਨਮਾਨਿਤ ਕੀਤਾ ਗਿਆ ਸੀ। ਕੁਝ ਸਮਾਂ ਫਿਲਮਾਂ 'ਚ ਵੀ ਆਇਆ ਗੁਲਜ਼ਾਰਿੰਦਰ ਚਾਹਲ ਤੇ ਖਾਸਮ ਖਾਸ ਹੈ। ਖਾਸ ਦੋਸਤ ਆ ਇਹ ਹਰਭਜਨ ਮਾਨ ਦਾ ਵੀ ਤੇ ਕ੍ਰਿਕਟ ਦੇ ਵਿੱਚ ਵੀ ਥੋੜਾ ਰਿਹਾ। ਸਾਬਕਾ ਆਈਜੀ ਹਰਿੰਦਰ ਸਿੰਘ ਚਾਹਲ ਦਾ ਬੇਟਾ ਗੁਲਜ਼ਾਰ ਇੰਦਰ ਸਿੰਘ ਚਾਹਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਖਜ਼ਾਨਚੀ ਨਿਯੁਕਤ ਕੀਤਾ ਗਿਆ। ਜਾਣੀ ਕਈ ਨਵੇਂ ਨਾਂ ਨੇ, ਇਹਨਾਂ ਤੇ ਵੀ ਚਰਚਾ ਜਿਹੜੀ ਚੱਲੀ ਹੈ ਤੇ ਇਹਨਾਂ ਨਿਯੁਕਤੀਆਂ ਦੇ ਵਿੱਚੋਂ ਕਈਆਂ ਨੂੰ ਲੈ ਕੇ ਲੋਕਾਂ ਨੂੰ ਹੈਰਾਨੀ ਵੀ ਹੈ। ਤੇ ਇਸ ਸਿਲਸਿਲੇ ਵਿੱਚ ਹੋਰ ਕੀ ਅਪਡੇਟ ਆਉਣਗੀਆਂ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਐਡਵੋਕੇਟ ਸੁਰਿੰਦਰ ਸਿੰਘ ਜੁੜ ਚੁੱਕੇ ਨੇ। ਸੁਰਿੰਦਰ ਜੀ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਮਿਹਰਬਾਨੀ। ਅੱਜ ਮੈਂ ਵੇਖ ਰਿਹਾ ਸੀ ਥੋੜਾ ਸ਼ਹਿਰਦਾਰੀ ਦਾ ਗੇੜਾ ਮਾਰ ਰਿਹਾ, ਬਾਰਾਂਦਰੀ ਜਾਣਾ ਸੀ ਬੂਟੇ ਬਾਟੇ ਲੈਣ ਕੁਛ, ਤਾਂ ਵੇਖਿਆ ਉਹ ਪੁਰਾਣੀ ਤਾਸ਼ਕੰਦ ਰੋਡ ਹੁੰਦੀ ਸੀ ਫੂਲ ਸਿਨੇਮੇ ਦੇ ਮਾਲਵਾ ਸਿਨੇਮੇ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਦੇ ਘਰ ਨੂੰ ਜਿਹੜਾ ਜਾਂਦਾ ਸੀ, ਉੱਥੇ ਵੀ ਮਤਲਬ ਨਵਾਂ ਨਕੋਰ ਗੇਟ ਹੈ ਜਿਹੜਾ ਉਹ ਹੁਣ ਇਸਤੇਮਾਲ ਕੀਤਾ ਜਾਂਦਾ। ਹਾਲਾਂਕਿ ਗੇਟ ਪੁਰਾਣਾ ਸੀ, ਜਿਵੇਂ ਕਈ ਕਲੋਨੀਆਂ ਨੇ, ਕਈ ਬਾਗ ਨੇ, ਜਿਵੇਂ ਤੁਹਾਡੇ ਵਾਲਾ ਅਮਨ ਬਾਗ ਹੈ ਮੇਰਾ ਖਿਆਲ ਇਲਾਕਾ, ਤੇਜ ਬਾਗ ਹੈ ਤੁਹਾਡੇ ਵਾਲਾ ਸੁਰਿੰਦਰ ਕਿ ਅਮਨ ਬਾਗ? ਤੇਜ ਬਾਗ। ਤਾਂ ਹੀ ਮੈਂ ਕਹਿਣਾ ਹੁੰਦਾ ਬਾਗਾਂ ਤੇ ਰਾਗਾਂ ਦਾ ਸ਼ਹਿਰ। ਬਹੁਤ ਸਾਰੇ ਬਾਗ ਨੇ, ਉਹਨਾਂ ਦੇ ਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ। ਯਾਦਵਿੰਦਰਾ ਕਲੋਨੀ ਹੈ। ਇਹਨਾਂ ਕਲੋਨੀਆਂ ਦੇ ਜ਼ਿਆਦਾ ਗੇਟ ਨੇ, ਪਰ ਉਹ ਗੇਟ ਬਹੁਤ ਘੱਟ ਬੰਦ ਹੁੰਦੇ ਨੇ, ਇਸਤੇਮਾਲ ਬਹੁਤ ਘੱਟ ਹੁੰਦੇ ਨੇ। ਪਰ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਜਿਹੜਾ ਗੇਟ ਹੈ, ਮੁੱਖ ਗੇਟ ਕਲੋਨੀ ਦਾ, ਉਹੀ ਬੰਦ ਕਰ ਦਿੱਤਾ ਗਿਆ ਤਾਂ ਜੋ ਪ੍ਰਦਰਸ਼ਨਕਾਰੀ ਇੱਥੇ ਨਾ ਆ ਸਕਣ। ਤੇ ਆਪਾਂ ਸਾਰੇ ਸਿਲਸਿਲੇ ਤੇ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜੀ ਅੱਜ ਇਹਨਾਂ ਦੀ ਪੋਲੀਟੀਕਲ ਐਕਸਰਸਾਈਜ਼ ਸੀ, ਜਿਵੇਂ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਦਲੇ ਗਏ ਨੇ ਜਾਂ ਹੋਰ ਕੀ ਕਵਾਇਤ ਅੱਜ ਹੋਈ ਆ, ਉਹਦੇ ਤੇ ਥੋੜਾ ਜਿਹਾ ਨਿੱਠ ਕੇ ਚਰਚਾ ਕਰਦੇ ਹਾਂ। ਕਿਉਂਕਿ ਸਵੇਰੇ ਵੀ ਇਹ ਸੀ ਕਿ ਸਰੋਪਾ ਲੇਟ ਦਿੱਤਾ ਗਿਆ, ਜਾਂ ਜਾਣਬੁੱਝ ਕੇ ਜਾਂ ਪ੍ਰੋਟੋਕਾਲ ਸੀਗਾ, ਤਾਂ ਕਰਕੇ ਸਰੋਪਾ ਲੇਟ ਹੋਇਆ। ਜੀ ਸੁਰਿੰਦਰ, ਕੀ ਕਾਰਨ ਸੀਗਾ ਉਸ ਦਾ? ਜੀ ਦੇਖੋ, ਗੱਲ ਇਹ ਸੀਗੀ ਕਿ ਪਹਿਲੀ ਗੱਲ ਤਾਂ ਇਹ ਸੀਗੀ ਕਿ ਸ਼ਾਇਦ ਇੱਕ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉੱਥੇ ਜਿਹੜਾ ਸਰੋਪਾ ਦਿੱਤਾ ਜਾਂਦਾ ਉਹਦੀ ਹਮੇਸ਼ਾ ਉੱਪਰੋਂ ਜਿਹੜੇ ਆਦੇਸ਼ ਆਉਂਦੇ ਨੇ, ਜਾਂ ਐਸਜੀਪੀਸੀ ਪ੍ਰਧਾਨ ਵੱਲੋਂ ਆਵੇ ਜਾਂ ਐਸਜੀਪੀਸੀ ਪ੍ਰਧਾਨ ਨੂੰ ਪਿੱਛੋਂ ਆਦੇਸ਼ ਦਿੱਤਾ ਜਾਵੇ, ਉਹੀ ਅੱਗੇ ਇੰਪਲੀਮੈਂਟ ਹੁੰਦਾ। ਅਦਰਵਾਈਜ਼ ਕਿਸੇ ਦੀ ਆਪਣੀ ਹਿੰਮਤ ਨਹੀਂ ਹੈ ਤੇ ਕਿਸੇ ਨੂੰ ਉੱਥੇ ਸਰੋਪਾ ਦੇ ਦੇਵੇ। ਹੁਣ ਉਹ ਆਦੇਸ਼ ਦੀ ਲੇਟ ਵੀ ਹੋ ਸਕਦਾ। ਤੇ ਦੂਸਰੀ ਗੱਲ ਇਹ ਸੀ, ਚਾਹੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਸੀ,
ਚਾਹੇ ਉੱਥੇ ਜ਼ਿਲ੍ਹਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਸੀ, ਚਾਹੇ OP ਸੋਨੀ ਸੀ, ਤੇ ਚਾਹੇ ਉੱਥੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ, ਚਾਹੇ ਉਹਨਾਂ ਦੇ ਵਿੱਚ ਸੁਖ ਸਰਕਾਰੀਆ ਸੀ, ਤੇ ਚਾਹੇ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੀ। ਇਹ ਸਾਰੇ ਪਾਲਕੀ ਨੂੰ ਮੋਢਾ ਦੇ ਕੇ ਜਾ ਰਹੇ ਸੀਗੇ। ਜਾਣ ਤੋਂ ਬਾਅਦ ਉੱਥੇ ਕੀ ਹੁੰਦਾ ਹੈ ਕਿ ਇੱਕ ਗੱਲ ਹੈ ਕਿ ਸਵਈਏ ਪੜ੍ਹੇ ਜਾਂਦੇ ਨੇ। ਜਿੰਨੀ ਦੇਰ ਸਵਈਏ ਪੜ੍ਹ ਹੁੰਦੇ ਓਨੀ ਦੇਰ 'ਚ ਹੁਕਮਨਾਮਾ ਲੈਣ ਦੀ ਤਿਆਰੀ ਕਰ ਲਈ ਜਾਂਦੀ ਆ। ਉਸ ਤੋਂ ਪਹਿਲਾਂ ਕੀਰਤਨ ਚੱਲਦਾ ਹੁੰਦਾ, ਕਿਉਂਕਿ ਰਾਤ ਨੂੰ ਜਦੋਂ ਸੇਵਾ ਹੁੰਦੀ ਆ ਉਸ ਵੇਲੇ ਇੱਕ ਉੱਥੇ ਮਰਿਆਦਾ ਦੇ ਮੁਤਾਬਕ ਜਿਹੜੇ ਗੁਰਸਿੱਖ ਨੇ ਉਹ ਜਾਣਗੇ, ਉਹ ਤਿਆਰੀ ਕਰਨਗੇ ਸਾਰੇ ਦੀ। ਉਹ ਤਿਆਰੀ ਕਰਦੇ ਉਹਦੇ ਬਾਅਦ ਸੰਗਤ ਦੀ ਆਮਦ ਸ਼ੁਰੂ ਹੋ ਜਾਂਦੀ, ਕੀਰਤਨ ਆਰੰਭ ਹੋ ਜਾਂਦਾ। ਪਰ ਜਿਹੜੀ ਪਾਲਕੀ ਜਾਂਦੀ ਆ ਉਹ ਤਕਰੀਬਨ 5 ਵਜੇ ਦੇ ਲਗਭਗ ਉੱਥੇ ਪਹੁੰਚਦੀ ਆ। ਇਹ ਉਹਦੇ ਨਾਲ ਗਏ ਨੇ। ਜਾ ਕੇ ਕੀ ਆ ਕਿ ਜਿਹੜਾ ਕੀਰਤਨ ਹੁੰਦਾ ਉਹਦੇ ਪਿੱਛੇ ਬੈਠਣ ਦੀ 7 ਜਾਂ 8 ਵਿਅਕਤੀਆਂ ਦੀ ਜਗ੍ਹਾ ਇਹ ਉੱਥੇ ਬੈਠਦੇ ਨੇ। ਉੱਥੇ ਸਾਰੇ ਬੈਠੇ ਨੇ ਤੇ ਬੈਠਣ ਤੋਂ ਬਾਅਦ ਮੈਂ ਉਹ ਸਾਰੀ ਵੀਡੀਓ ਦੇਖੀ ਆ ਜਿਹੜੀ ਲਾਈਵ ਸਵੇਰ ਦਾ ਚੱਲਿਆ ਵਾ। ਉਹਦੇ ਵਿੱਚ ਆ ਕਿ ਉਸ ਵੇਲੇ ਹੁਣ ਬੈਠੇ ਨੂੰ ਕਿਸੇ ਨੂੰ ਸਰੋਪਾ ਨਹੀਂ ਦਿੱਤਾ ਜਾ ਸਕਦਾ। ਸ਼ਾਇਦ ਇਹ ਜਾਣ ਬੁੱਝ ਕੇ ਵੀ ਕੁਛ ਹਵਾ ਵੀ ਦਿੱਤੀ ਗਈ ਆ। ਜਦੋਂ ਇਹ ਉੱਥੇ ਅੱਧਾ ਘੰਟੇ ਤੋਂ ਵੱਧ ਬੈਠੇ ਆ ਉਹਦੇ ਬਾਅਦ ਇਹ ਉੱਠੇ ਆ। ਉੱਠਣ ਤੋਂ ਬਾਅਦ ਹੀ ਸਰੋਪੇ ਦਿੱਤੇ ਜਾਣੇ ਸੀ। ਹੁਣ ਬੈਠੇ ਨੂੰ ਤਾਂ ਸਰੋਪਾ ਦਿੱਤਾ ਨਹੀਂ ਜਾਂਦਾ ਕਿਸੇ ਨੂੰ। ਹਾਂ, ਕੁਛ ਇਹ ਵੀ ਹੋ ਸਕਦਾ ਕਿ ਉੱਪਰੋਂ ਆਦੇਸ਼ ਉਹਨਾਂ ਨੂੰ ਨਾ ਮਿਲੇ ਹੋਣ। ਪਰ ਗੱਲ ਤੇ ਇਹ ਆ ਕਿ ਜਦੋਂ ਤੁਸੀਂ ਪਾਲਕੀ ਦੇ ਨਾਲ ਜਾ ਰਹੇ ਆ ਉਸ ਵੇਲੇ ਪਾਲਕੀ ਜਿਹੜੀ ਗੇਟ ਤੋਂ ਆਪਣਾ ਜਿਹੜਾ ਦਰਸ਼ਨੀ ਡਿਓੜੀ ਤੋਂ ਅੰਦਰ ਆਉਂਦੀ ਆ, ਅੰਦਰ ਆ ਕੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣਾ ਉਤੋਂ ਪਾਲਕੀ ਵਾਪਸ ਜਾਂਦੀ। ਉਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਜਿਹੜੇ ਗ੍ਰੰਥੀ ਦੀ ਡਿਊਟੀ ਹੁੰਦੀ ਆ ਉਸ ਦਿਨ ਦੀ ਉਹ ਆਪਣੇ ਸਿਰ ਤੇ ਲੈ ਕੇ ਅੰਦਰ ਜਾਂਦੇ ਨੇ, ਜਾ ਕੇ ਉਹ ਪ੍ਰਕਾਸ਼ ਕਰਦੇ ਨੇ। ਹੁਣ ਉਸ ਟਾਈਮ ਤੱਕ ਕਿਸੇ ਨੂੰ ਸਰੋਪਾ ਨਹੀਂ ਦਿੱਤਾ ਜਾ ਸਕਦਾ। ਹੁਕਮਨਾਮਾ ਲਿਆ ਜਾਂਦਾ, ਅਰਦਾਸ ਹੁੰਦੀ ਆ, ਉਹਦੇ ਬਾਅਦ ਕੀਰਤਨ ਦੁਬਾਰਾ ਆਰੰਭ ਹੁੰਦਾ ਵਾ। ਹੁਣ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਕੁਝ ਹੋਇਆ। ਹਾਂ, ਇਹ ਵੀ ਆ ਕਿ ਉੱਪਰ ਤੋਂ ਸਰੋਪਾ ਦੇਣ ਦੇ ਲਈ ਜਿਹੜਾ ਉਹ ਆਦੇਸ਼ ਵੀ ਨਹੀਂ ਆਇਆ ਹੋਊਗਾ। ਪਰ ਗੱਲ ਇਹ ਆ ਕਿ ਉਹ ਸਾਰਾ ਜਿਹੜਾ ਉਹ ਅੱਧਾ ਘੰਟਾ ਲੱਗੇ, 20 ਮਿੰਟ ਲੱਗਣ, 25 ਮਿੰਟ ਲੱਗਣ, ਉਹਦੇ ਵਿੱਚ ਸਰੋਪਾ ਨਹੀਂ ਦਿੱਤਾ ਜਾ ਸਕਦਾ ਉਸ ਵੇਲੇ। ਕਿਉਂਕਿ ਦੇਖੋ ਅਰਦਾਸੀਆ ਸਿੰਘ ਆ ਉਹ ਅੰਦਰ ਹੈ, ਜਿਹੜੇ ਉਸ ਵੇਲੇ ਸੇਵਾਦਾਰ ਨੇ ਉਹ ਉਹਦੇ ਨਾਲ ਨੇ, ਤੇ ਜਿਹੜਾ ਗ੍ਰੰਥੀ ਸਿੰਘ ਆ ਉਹ ਉਸ ਵੇਲੇ ਹੁਕਮਨਾਮਾ ਲੈਣ ਦੀ ਤਿਆਰੀ 'ਚ ਆ। ਤੇ ਦੂਸਰੀ ਗੱਲ ਆ ਜਿਹੜੇ ਸਵਈਏ ਪੜ੍ਹਨ ਵਾਲੇ ਨੇ ਉਹ ਅਲੱਗ ਨੇ। ਉਹ ਸੇਵਾ 'ਚ ਜਾਂਦੇ ਨੇ, ਪਹਿਲਾਂ ਵੀ ਗਏ ਆ ਤੇ ਅੱਜ ਵੀ ਗਏ ਆ। ਉਹ ਹਮੇਸ਼ਾ ਜਾਂਦੇ ਨੇ ਉੱਥੇ। ਉਹ ਉੱਥੇ ਇੱਕ ਪ੍ਰੋਟੋਕੋਲ ਵੀ ਆ, ਪ੍ਰੋਟੋਕੋਲ ਦੇ ਹਿਸਾਬ ਨਾਲ ਉੱਥੇ ਚੱਲਦਾ ਸਾਰਾ ਕੁਝ। ਇਹ ਥੋੜੀ ਹੁੰਦਾ ਕਿ ਜੇ ਕੋਈ ਮੁੱਖ ਮੰਤਰੀ ਗਿਆ ਜਾਂ ਕਿਸੇ ਪਾਰਟੀ ਦਾ ਪ੍ਰਧਾਨ ਗਿਆ ਤੁਸੀਂ ਪ੍ਰਕਾਸ਼ ਨਾ ਕਰੋ, ਪ੍ਰਕਾਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਰੋਪੇ ਦੇਣ ਲੱਗ ਜਾਓ। ਇਹ ਤਾਂ ਕੋਈ ਮਰਿਆਦਾ ਨਹੀਂ ਨਾ ਹੁੰਦੀ। ਮਰਿਆਦਾ ਤਾਂ ਮਰਿਆਦਾ ਰਹਿਣੀ ਆ। ਠੀਕ ਆ, ਹਾਂ ਇਹ ਜ਼ਰੂਰ ਆ ਕੋਈ ਜਾਤੀਆਂ ਤਾਂ ਕਰਦੇ ਨੇ, ਆਪਾਂ ਨੂੰ ਪਤਾ ਕੀ ਕੁਛ ਵਾਪਰਦਾ ਕਿ ਉੱਥੇ ਜਿੱਦਾਂ ਦਾ ਆਦੇਸ਼ ਆਉਂਦਾ ਉਦਾਂ ਦਾ ਹੁੰਦਾ। ਪਰ ਜਿੰਨਾ ਉਹਨੂੰ ਤੂਲ ਵੀ ਦਿੱਤਾ ਗਿਆ ਓਨਾ ਨਹੀਂ ਆ। ਦੇਖੋ ਉੱਥੇ ਬੈਠੇ ਹਮੇਸ਼ਾ ਸਰੋਪਾ ਦੇਣ ਦੀ ਕੀ ਮਰਿਆਦਾ ਰਹੀ ਆ? ਸਰੋਪਾ ਕਦੀ ਵੀ ਬੈਠੇ ਨੂੰ ਦਿੱਤਾ ਜਾਂਦਾ। ਹੁਣ ਮੰਜੀ ਸਾਹਿਬ ਹਾਲ ਦੀਵਾਨ 'ਚ ਕਈ ਵਾਰੀ ਸਰੋਪਾ ਜਿਹੜਾ ਉੱਥੇ ਕਥਾ ਕਰਦਾ ਭਾਵੇਂ ਉਹ 1 ਦਿਨ ਲਈ ਜਾਵੇ, 2 ਲਈ ਜਾਵੇ, ਭਾਵੇਂ 4 ਦਿਨ ਲਈ ਜਾਵੇ, ਜਿਹੜਾ ਜੇ 1 ਦਿਨ ਲਈ ਜਾਂਦਾ ਤਾਂ ਉਹਦੇ ਨੇ ਉਹਨੂੰ ਸਰੋਪਾ ਦੇ ਦਿੱਤਾ। ਉਹ ਤੇ ਕਈ ਵਾਰੀ ਵਿਵਾਦ ਹੋਇਆ ਕਿ ਬੈਠੇ ਬੰਦੇ ਦੇ ਪਿੱਛੋਂ ਆ ਕੇ ਸਰੋਪਾ ਗਲ 'ਚ ਕਿਉਂ ਪਾਇਆ ਜਾਂਦਾ? ਜਦੋਂ ਸਰੋਪਾ ਦੇਣਾ ਤੇ ਸਾਹਮਣੇ ਤੋਂ ਜਾ ਕੇ ਉਹਦੇ ਗਲ 'ਚ ਸਰੋਪਾ ਪਾਇਆ ਜਾਂਦਾ। ਇਸ ਕਰਕੇ ਇਹ ਨਹੀਂ ਹੈ ਕਿ ਉੱਥੇ ਬੈਠਿਆਂ ਨੂੰ ਜਾਓ, ਬੈਠਿਆਂ ਨੂੰ ਜਾ ਕੇ ਸਾਰਿਆਂ ਦੇ ਗਲਾਂ 'ਚ ਸਰੋਪੇ ਪਾ ਦਿਓ। ਉਹ ਵੀ ਕੋਈ ਮਰਿਆਦਾ ਨਹੀਂ ਹੈ। ਇਸ ਕਰਕੇ ਮੇਰੇ ਹਿਸਾਬ ਨਾਲ ਜਿੰਨਾ ਕੋ ਚੱਕਿਆ ਗਿਆ ਕਿ ਦੇਖੋ ਜੀ ਇਹ ਕਰਤਾ ਉਹ ਕਰਤਾ, ਆਪਾਂ ਨੂੰ ਪਤਾ। ਮੈਂ ਸਵੇਰੇ ਵੀ ਗੱਲ ਕੀਤੀ ਸੀ ਜਦੋਂ 2004 ਦੇ ਵਿੱਚ ਪ੍ਰੋਗਰਾਮ ਸੀ ਉਹ ਸਵੇਰੇ, ਕਿਉਂਕਿ ਉਹ SGPC ਵੱਲੋਂ ਪ੍ਰੋਗਰਾਮ ਸੀ ਤੇ SGPC ਦੇ ਪ੍ਰੋਗਰਾਮ ਦਾ ਮਤਲਬ ਸੀ ਕਿ ਅਕਾਲੀ ਦਲ ਵੱਲੋਂ ਆ। ਤੇ ਉਸ ਵੇਲੇ ਸੂਬੇ 'ਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ। ਅਮਰਿੰਦਰ ਸਿੰਘ ਦਾ ਉਦੋਂ ਤੱਕ ਤਾਜ਼ਾ ਜਿਹੜਾ 36 ਦਾ ਅੰਕੜਾ ਚੱਲਣ ਡਿਆ ਹੋਇਆ ਸੀ ਅਕਾਲੀ ਦਲ ਨਾਲ, ਕਿਉਂਕਿ ਉਹਨਾਂ ਨੇ 1997 'ਚ ਟਿਕਟ ਨਹੀਂ ਸੀ ਦਿੱਤੀ। 2002 'ਚ ਮੁੱਖ ਮੰਤਰੀ ਆ ਗਿਆ ਉਹਨਾਂ ਦੀ ਜਗ੍ਹਾ। ਇਹਨੇ ਕਿਹਾ ਆ ਜਾ ਮੈਂ ਤੁਹਾਡੇ ਨਾਲ। ਇਹ ਮਸਲਾ ਨਾ ਚਲੋ ਇਹ ਹੈ ਕਿ ਉਤੋਂ ਪਰਮਿਸ਼ਨ ਲੈਣੀ ਜਾਂ ਨਹੀਂ, ਪਰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਾਣ ਬੁੱਝ ਕੇ ਨਹੀਂ ਦਿੱਤਾ ਗਿਆ, ਡਿਲੇ ਕੀਤਾ ਗਿਆ। ਇੱਕ ਉਹ ਸਿਸਟਮ ਸੀ ਕਿ ਜਿੰਨੀ ਦੇਰ ਉਹ ਬੈਠੇ ਆ ਜਾਂ ਜਿੰਨੀ ਦੇਰ ਸੁਖਾਸਨ ਨਹੀਂ ਹੋ ਜਾਂਦਾ, ਇੱਕ ਉਹ ਜਿਹੜਾ ਪ੍ਰੋਸੈਸ ਹੈ ਸਾਰਾ ਉਹ ਨਹੀਂ ਨੇਪਰੇ ਚੜ ਜਾਂਦਾ, ਉਨੀ ਦੇਰ ਦਿੱਤਾ ਹੀ ਨਹੀਂ ਜਾ ਸਕਦਾ। ਜਾਣੀ ਉਹਦੇ ਤੇ ਕਿੰਤੂ ਤਾਂ ਨਹੀਂ ਹੋ ਸਕਦਾ, ਯੈਸ ਨੋ ਹੋਣੀ ਉਹ ਪਰਦੇ ਪਿਛਲੀ ਗੱਲ ਹੈ ਵੀ ਦੇਣਾ ਜਾਂ ਨਹੀਂ ਦੇਣਾ। ਹਾਂ, ਮੈਂ ਉਹਦੇ ਨਾਲ ਸਹਿਮਤ ਹਾਂ। ਦੇਖੋ ਹਾਂ ਇਹ ਹੋ ਜਾਂਦਾ ਕਿ ਜਿੰਨੀ ਦੇਰ ਇਹ ਬੈਠੇ ਸੀ, ਬੈਠਣ ਤੋਂ ਬਾਅਦ ਜਦੋਂ ਇਹ ਉੱਠ ਕੇ ਆ ਜਾਂਦੇ, ਜੇ ਨਾ ਦਿੰਦੇ ਫੇਰ ਕਿੰਤੂ ਪਰੰਤੂ ਹੋ ਸਕਦਾ ਸੀਗਾ। ਠੀਕ ਹੈ ਨਾ। ਹੁਣ ਦੇਖੋ ਸਵਾਰੀ ਦੇ ਨਾਲ ਗਏ ਨੇ, ਜਾਂ ਤੇ ਇਹਨਾਂ ਨੂੰ ਕਿਸੇ ਨੇ ਰੋਕਿਆ ਹੋਵੇ ਕਿ ਤੁਸੀਂ ਮੋਢਾ ਪਾਲਕੀ ਨੂੰ ਨਹੀਂ ਦੇਣਾ,
ਠੀਕ ਹੈ। ਕਿੰਨੀ ਉੱਤੇ ਸਵੇਰੇ ਭੀੜ ਭੜਾਕਾ ਹੁੰਦਾ, ਹਰ ਵਿਅਕਤੀ ਕਹਿੰਦਾ ਮੈਨੂੰ ਮੋਢਾ ਦੇ ਲੈਂਦਾ। ਤੁਸੀਂ ਦੇਖੋ ਕਿ ਅੰਦਰ ਦਰਬਾਰ ਸਾਹਿਬ ਦੇ ਬਿਲਕੁਲ ਗੇਟ ਜਿਹੜਾ ਮੇਨ ਦਰਵਾਜ਼ਾ ਵਾ, ਦਰਸ਼ਨੀ ਡਿਓੜੀ ਤੋਂ ਲੈ ਕੇ ਇੱਥੋਂ ਤੱਕ ਲਾਈਨਾਂ ਲੱਗੀਆਂ। ਲੋਕ ਸਵੇਰੇ ਜਿਸ ਵੇਲੇ ਅੰਦਰ ਮੱਥਾ ਟੇਕਣ ਜਾਣਾ ਨਾ, ਭਾਵੇਂ ਕਿ ਕੀਰਤਨ ਹੋ ਰਿਹਾ ਹੁੰਦਾ, ਲੋਕ ਭੱਜ ਕੇ ਅੰਦਰ ਵੀ ਜਗ੍ਹਾ ਮੰਨ ਲੈਂਦੇ, ਇੱਥੇ ਵੀ ਮੰਨ ਲੈਂਦੇ ਆ ਕਿ ਪਾਲਕੀ ਆਏਗੀ ਅਸੀਂ ਮੋਢਾ ਦਿਆਂਗੇ, ਦੋਨੋਂ ਬੰਨੇ ਖੜ ਜਾਂਦੇ ਨੇ। ਤੇ ਉੱਥੇ ਕੋਈ ਸੇਵਾਦਾਰ ਹੁੰਦੇ ਆ ਜਿਹੜੇ ਹਰ ਇੱਕ ਨੂੰ ਬਸ ਮੋਢਾ ਦਿੱਤਾ, ਪਾਸੇ ਹਟ ਜਾ ਦੂਜੇ ਨੂੰ ਰਿਹਾ। ਪਰ ਇੱਕ ਸੁਰਿੰਦਰ ਵੀਰ, ਚਲੋ ਆਪਣੀ ਆਪਣੀ ਇੱਛਾ ਹੁੰਦੀ ਹੈ, ਮਤਲਬ ਸਤਿਕਾਰ ਹੁੰਦਾ ਹੈ। ਟੂ ਬੀ ਵੈਰੀ ਫਰੈਂਕ, ਸਪੋਜ਼ ਕਰੋ ਮੈਂ ਉੱਥੇ ਹੋਵਾਂ, ਇਹ ਨਹੀਂ ਕਿ ਮੇਰੇ ਚ ਆਸਥਾ ਦੀ ਘਾਟ ਹੈ, ਪਰ ਮੈਂ ਇਦਾਂ ਵਾਹੋਦਾਹੀ ਨਹੀਂ ਕਰਾਂਗਾ ਜਿਵੇਂ ਲੋਕ ਕਰਦੇ ਨੇ। ਫਰਕ ਕੀ ਪੈ ਜਾਣਾ? ਤੁਹਾਡੀ ਆਸਥਾ, ਤੁਹਾਡਾ ਰਿਸਪੈਕਟ, ਤੁਹਾਡੇ ਸਮਰਪਣ ਗੁਰੂ ਦੇ ਪ੍ਰਤੀ ਤੁਹਾਡੇ ਹਿਰਦੇ 'ਚ ਹੈ। ਤੁਸੀਂ ਜੇ ਇਸ ਤਰ੍ਹਾਂ ਵਾਹੋਦਾਹੀ ਹੋ ਕੇ ਉੱਥੇ ਮੋਢਾ ਦਿੰਦੇ ਹੋ ਤਾਂ ਮੈਂ ਨਹੀਂ ਸਮਝਦਾ ਕਿ ਉਹ ਸ਼ੋਭਾ ਜਨਕ ਹੈ। ਠੀਕ ਹੈ, ਤੁਹਾਡਾ ਪ੍ਰੋਸੈਸ 'ਚ ਆਉਂਦਾ, ਠੀਕ ਹੈ, ਪਰ ਵਾਹੋਦਾਹੀ ਧੱਕਾ ਮੁੱਕੀ ਕਰਕੇ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੋਢਾ ਦੇ ਲੈਂਦੇ ਹੋ ਤੇ ਮੈਨੂੰ ਤੇ ਸੋਹਣਾ ਨਹੀਂ ਲੱਗਦਾ। ਮੈਂ ਤਾਂ ਕੋਸ਼ਿਸ਼ ਨਹੀਂ ਕਰਾਂਗਾ, ਟੂ ਬੀ ਵੈਰੀ ਫਰੈਂਕ। ਇਹ ਗੱਲ ਨਹੀਂ ਕਿ ਮੇਰੀ ਆਸਥਾ ਨਹੀਂ ਹੈ, ਕਿਉਂਕਿ ਗੁਰੂ ਦੀ ਰਿਸਪੈਕਟ ਤਾਂ ਸਾਡੇ ਮਨ 'ਚ ਹੈ। ਗੁਰੂ ਨੇ ਜੋ ਬਖਸ਼ਿਸ਼ ਕਰਨੀ ਹੈ ਉਸ ਪਰਮ ਪਿਤਾ ਨੇ, ਉਹ ਤਾਂ ਵੀ ਹੋ ਜਾਣੀ ਹੈ। ਜੇ ਤੁਸੀਂ ਲੱਖ ਮੋਢਾ ਦੇ ਲਓ ਉਹ ਤਾਂ ਵੀ ਨਹੀਂ ਹੋਣੀ। ਸੋ ਇਹ ਜਿਹੜਾ ਪਤਾ ਨਹੀਂ ਕਿਉਂ ਸਾਡੇ ਲੋਕਾਂ 'ਚ ਜਿਹੜਾ ਹੈ ਕਿ ਉੱਥੇ ਮੈਂ ਮੋਢਾ ਦਿੱਤਾ ਤਾਂ ਹੀ ਸ਼ਾਇਦ ਮੇਰਾ ਪਾਪ ਧੁੱਲਣਗੇ, ਮੈਨੂੰ ਨਹੀਂ ਲੱਗਦਾ। ਕਿਉਂਕਿ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਕੋਈ ਬਹੁਤੀ ਤਵੱਜੋ ਨਹੀਂ ਹੈ ਜੋ ਫਲਸਫਾ, ਪਰ ਸਾਡੇ ਵੀ ਉਹੀ ਚੀਜ਼ ਹੈ, ਇੱਕ ਰਸਮ ਟਾਈਪ ਹੋਈ ਜਾਂਦਾ ਸਾਰਾ ਕੁਝ। ਮੈਨੂੰ ਚੇਤੇ ਹੈ ਇੱਕ ਬਹੁਤ ਵਧੀਆ ਬ੍ਰੌਡਕਾਸਟਰ ਹੈ ਆਸਟ੍ਰੇਲੀਆ ਤੋਂ, ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਆਏ, ਉਹਨਾਂ ਨੇ ਨਾ ਪਟਕਾ ਬੰਨਿਆ ਹੋਇਆ ਸੀਗਾ, ਜਿਵੇਂ ਆਮ ਲੋਕ ਬੰਨ ਲੈਂਦੇ ਆ ਸ਼ਾਮ ਨੂੰ ਪੱਗ ਦੀ ਜਗ੍ਹਾ। ਉੱਥੇ ਕਿਸੇ ਨੇ ਉਹਨੂੰ ਧੱਕਾ ਮਾਰਿਆ ਕਿ ਪਹਿਲਾਂ ਤੂੰ ਆਪਣੇ ਸਰੂਪ ਵੱਲ ਵੇਖ। ਜੇ ਪਟਕਾ ਬੰਨਿਆ ਸਿਰ ਤੱਕ ਕੱਜਿਆ ਹੋਇਆ, ਜ਼ਰੂਰੀ ਨਹੀਂ ਕਿ ਗੋਲ ਪੱਗ ਹੀ ਹੋਵੇ ਜਾਂ 8 ਮੀਟਰ ਦੀ ਪੱਗ ਹੋਵੇ, ਸਿਰ ਤੱਕ ਕੱਜਿਆ ਹੋਇਆ। ਉੱਥੇ ਇਹ ਵੀ ਕਾਰਨ ਹੈਗਾ, ਪਰ ਅੱਜ ਮੈਂ ਵੇਖ ਰਿਹਾ ਕਿ ਕਈ ਜਿਹੜੇ ਸੀਗੇ ਉਹ ਭਾਵੇਂ ਕਲੀਨ ਸ਼ੇਪ ਸੀ, ਉਹ ਵੀ ਹੈ, ਪਰ ਕਲੀਨ ਸ਼ੇਪ ਨੂੰ ਮੇਰੇ ਖਿਆਲ ਸ਼ਾਇਦ ਨਾ ਦੇਣ ਦਿੱਤਾ ਜਾਂਦਾ ਹੋਵੇ ਇਹ ਮੌਕਾ ਮੋਢਾ ਦੇਣ ਦਾ। ਪਰ ਅੱਜ ਮੈਂ ਵੇਖਿਆ ਇੱਕ ਦੋ ਹੈਗੇ ਨੇ ਬੰਦੇ ਨੇੜੇ ਜਿਹੜੇ ਨੇ ਜੀ। ਨਹੀਂ, ਉਹ ਦੇਖੋ ਇਹਦੇ 'ਚ ਤਾਂ ਕੋਈ ਦੋ ਰਾਇਆਂ ਨਹੀਂ ਗੀਆਂ, ਹੁੰਦਾ ਤਾਂ ਬਹੁਤ ਕੁਛ ਆ, ਪਰ ਰੋਕਣਾ ਕਿਸੇ ਨੂੰ ਨਹੀਂ ਚਾਹੀਦਾ। ਮੈਂ ਤੇ ਇਸ ਗੱਲ ਦੀ ਹਾਮੀ 'ਚ ਆ ਕਿ ਦੇਖੋ ਜਿਹੜੀ ਸਵੇਰੇ ਸੇਵਾ ਹੁੰਦੀ ਆ ਉਹਦੇ 'ਚ ਆ ਕਿ ਉਹ 'ਚ ਗੁਰਸਿੱਖ ਹੋਣਾ ਚਾਹੀਦਾ। ਗੁਰਸਿੱਖ ਦਾ ਮਤਲਬ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ। ਉਹੀ ਜਾ ਕੇ ਸੇਵਾ ਕਰਨਗੇ, ਉਹੀ ਨਵਾਂ ਚੰਦੋਆ ਸਾਹਿਬ ਲਾਉਣਗੇ, ਉਹੀ ਸਭ ਕੁਛ ਤਿਆਰੀ ਅੰਦਰ ਉਹੀ ਕਰਦੇ ਨੇ। ਉਹਦੇ 'ਚ ਕਿਸੇ ਦੀ ਦਖਲ ਅੰਦਾਜ਼ੀ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦੀ। ਬਕਾਇਦਾ ਲੋਕ ਰਾਤ ਨੂੰ 12 ਵਜੇ ਆ ਕੇ ਬਾਹਰ ਬੈਠ ਜਾਂਦੇ ਨੇ, ਠੀਕ ਹੈ। 12 ਵਜੇ ਤੋਂ ਬਾਅਦ ਬਾਹਰ ਜਿਹੜਾ ਦਰਸ਼ਨੀ ਡਿਓੜੀ ਦਾ ਗੇਟ ਆ, ਮੇਨ ਦਰਵਾਜ਼ਾ, ਉਹ ਬੰਦ ਹੋ ਜਾਂਦਾ ਤੇ ਉਹਦੇ ਬਾਹਰ ਲਾਈਨਾਂ ਲੱਗ ਜਾਂਦੀਆਂ ਨੇ ਕਿ ਸਾਡੀ ਵਾਰੀ ਕਦੋਂ ਆਏਗੀ। ਜਦੋਂ ਤਿਆਰੀ ਹੋ ਜਾਂਦੀ, ਅੰਦਰ ਸਭ ਕੁਝ ਹੋ ਜਾਂਦਾ, ਫਿਰ ਜਦੋਂ ਵੱਡਾ ਗੇਟ ਜਿਹੜਾ ਉਹ ਖੁੱਲਦਾ ਵਾ, ਫਿਰ ਲੋਕ ਅੰਦਰ ਜਾਂਦੇ ਨੇ। ਉਸ ਤੋਂ ਪਹਿਲਾਂ ਅੰਦਰ ਕੋਈ ਨਹੀਂ ਜਾਂਦਾ। ਤੇ ਪਹਿਲਾਂ ਤਾਂ ਛੋਟਾ ਜਿਹੜਾ ਇੱਕ ਵਿੱਚ ਦਰਵਾਜ਼ਾ ਉਹ ਖੋਲਿਆ ਜਾਂਦਾ, ਉਹਦੇ ਰਾਹੀਂ ਜਾਂਦੇ ਨੇ, ਜਾ ਕੇ ਸੇਵਾ ਕਰਕੇ ਸਾਰੀ ਤਿਆਰੀ ਕਰਕੇ ਉਹ ਆ ਜਾਂਦੇ ਨੇ। ਉਹਦੇ ਬਾਅਦ ਕੀਰਤਨ ਚੱਲਦਾ, ਕੀਰਤਨ 'ਚ ਲੋਕ ਆਈ ਜਾਂਦੇ ਨੇ, ਜਿਨ੍ਹਾਂ ਨੇ ਮੱਥਾ ਟੇਕਣਾ ਟੇਕ ਕੇ ਆਈ ਜਾਂਦੇ ਨੇ, ਜਿੱਦਾਂ ਵੀ ਆਪੋ ਆਪਣੀ ਸ਼ਰਧਾ ਸਾਰਿਆਂ ਦੀ। ਲੇਕਿਨ ਅਸਲ ਜਿਹੜਾ ਲਾਈਨਾਂ ਲੱਗਦੀਆਂ ਨੇ, ਜੇ ਕਹਿ ਦਈਏ ਕਿ ਪੂਰਾ ਰਸ਼ ਪੈ ਜਾਂਦਾ ਜਦੋਂ ਮੱਥਾ ਟੇਕਣ ਲਈ, ਉਹ ਜਦੋਂ ਸਵਾਰੀ ਜਾਂਦੀ ਆ ਉਦੋਂ ਹੁੰਦਾ। ਔਰ ਹਰ ਬੰਦਾ ਮੋਢਾ ਦੇਣ ਲਈ ਤਰਲੋ ਮੱਛੀ ਹੁੰਦਾ। ਜਿਸ ਵੇਲੇ ਪਾਲਕੀ ਲੈ ਕੇ ਚੱਲਦੇ ਆ ਉੱਥੇ ਵੀ ਇੰਨਾ ਇਕੱਠ ਹੋ ਜਾਂਦਾ ਜਿਹਦਾ ਕੋਈ ਅੰਤ ਨਹੀਂ ਹੁੰਦਾ। ਪਰ ਇਹ ਆ ਕਿ ਹਰ ਇੱਕ ਵਾਹੋਦਾਈ ਇੱਕ ਦੂਜੇ ਤੋਂ ਅੱਗੇ ਦੌੜਦਾ। ਪਰ ਹੁਣ ਉਹ ਸੇਵਾਦਾਰ ਵੀ ਕੀ ਕਰਨ, ਕਿੰਨਿਆਂ ਕੁ ਨੂੰ ਰੋਕਣ, ਕਿਹਦੇ ਨਾਲ ਲੜ ਲੈਣਗੇ, ਕੀ ਕਰ ਲੈਣਗੇ, ਉਹਨਾਂ ਨੂੰ ਵੀ ਕੰਟਰੋਲ ਕਰਨਾ ਉਸ ਵੇਲੇ ਸੇਵਾਦਾਰ ਜਿਹੜੇ ਬੜਾ ਔਖਾ ਹੋ ਜਾਂਦਾ ਹੁੰਦਾ। ਹਰ ਵਿਅਕਤੀ ਕਹਿੰਦਾ ਮੇਰੀ ਆਸਥਾ। ਹੁਣ ਆਸਥਾ ਤਾਂ ਹੁਣ ਉੱਥੇ ਜਿੰਨੀ ਜਗ੍ਹਾ ਜਿੰਨੇ ਵਿਅਕਤੀ ਖੜ ਸਕਦੇ ਓਨੀ ਮੋਢਾ ਦੇ ਸਕਦੇ, ਸਾਰੇ ਥੋੜੀ ਦੇ ਸਕਦੇ ਆ। ਤੇ ਹੁਣ ਇਹ ਕੁਦਰਤੀ ਸੀ ਕਿ ਸਟੇਟ ਦਾ CM ਸੀਗਾ, ਨਾਲ ਉਹਦੇ ਕੈਬਨਿਟ ਮਿਨਿਸਟਰ ਸੀਗੇ, ਨਾਲ ਕਾਂਗਰਸ ਦਾ ਪ੍ਰਧਾਨ ਸੀਗਾ, ਤੇ ਉਹ ਸਾਰੇ ਜਦੋਂ ਗਏ ਆ ਤੇ ਕੁਦਰਤੀ ਸੀ ਉਹਨਾਂ ਨੂੰ ਜਗ੍ਹਾ ਤੇ ਦਿੱਤੀ ਜਾਣੀ ਸੀਗੀ। ਔਰ ਵੱਡੀ ਗੱਲ ਇਹ ਵੀ ਆ ਕਿਉਂਕਿ ਉੱਥੇ ਵਾਹ-ਵੇਲਾ ਨਹੀਂ ਹੋਇਆ। ਜਿੱਥੇ ਕੀਰਤਨ ਹੁੰਦਾ ਉਹਦੇ ਮਗਰਲੇ ਬੰਨੇ ਸਾਰੇ ਬੈਠੇ ਨੇ, ਕੋਈ ਕਿੰਤੂ ਪਰੰਤੂ ਨਹੀਂ, ਕੋਈ ਕੁਛ ਨਹੀਂ। ਨਾ ਇਦਾਂ ਦੀ ਕੋਈ ਗੱਲ ਹੋਈ ਆ ਕਿ ਕੋਈ ਕਵੇ ਕਿ ਸਾਨੂੰ ਥਾਂ ਨਹੀਂ ਦਿੱਤੀ ਜਾਂ ਕੁਛ ਵੀ ਆ ਵੀ ਸਾਡੇ ਨਾਲ ਪਾਰਸ਼ੈਲਿਟੀ ਕੀਤੀ ਗਈ। ਅਜਿਹਾ ਕੁਛ ਵੀ ਨਹੀਂ ਕੀਤਾ ਗਿਆ। ਜਿੰਨੀ ਦੇਰ ਉਹਨਾਂ ਬੈਠਣਾ ਸੀ ਉੱਥੇ ਬੜੇ ਆਰਾਮ ਨਾਲ ਬੈਠੇ ਵੀ ਨੇ। ਇਸ ਕਰਕੇ ਮੈਂ ਬਾਕੀ ਜੋ ਕੁਝ ਚੱਲਦਾ ਠੀਕ ਆਪਾਂ ਨੂੰ ਪਤਾ। ਬਾਕੀ ਮਤਲਬ ਚਲੋ ਕੁਦਰਤੀ ਹੈ, ਇੱਕ ਸਿਸਟਮ ਹੈ, ਪਰ ਇਹਦੇ 'ਚ ਇਹ ਹੈ ਵੈਸੇ ਵੀ ਕੁਛ ਵੀ ਹੈ, ਠੀਕ ਹੈ। ਅਕਾਲੀ ਦਲ ਨਾਲ ਸੰਬੰਧਿਤ ਜਿਹੜੇ ਲੋਕ ਨੇ ਉੱਥੇ ਉਹਨਾਂ ਦੀ ਲਾਣੇਦਾਰੀ ਹੈ ਮਾਫ ਕਰਨਾ, ਜਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਜਾਂ ਉਹਨਾਂ ਦੇ ਅੰਦਰ ਹੈ ਸਾਰਾ ਕੁਛ। SGPC ਅਕਾਲੀ ਦਲ ਇੱਕੋ ਹੀ ਚੀਜ਼ ਹੈ।
पर इस तरह की बेवकूफ़ी शायद नहीं करनगे अगले, क्योंकि ਉਹਦੇ 'ਚ ਉਹਨਾਂ ਦਾ बहुत ज़्यादा डैमेज भी ਹੁੰਦਾ जे वो इस मौके भी अजिहा कुछ करते हैं, क्योंकि टारगेट तो ऑलरेडी ने वो जे इस तरह का कोई चीज़ वापर रहा तो ਉਹਦੇ 'ਚ होर समस्या उन्होंने आएगी, ਇਹਦੇ 'ਚ कोई दोरावा नहीं है। तो इस सिलसिले ਵਿੱਚ ਜਿਹੜਾ ਸੁਰਿੰਦਰ ਵੀਰ जो नियुक्तियां जिवें ਅੰਮ੍ਰਿਤਸਰ ਇੰਪਰੂਵਮੈਂਟ ट्रस्ट की ਆਪਾਂ नियुक्ति तो करते हैं कि दमनवीर ਨੂੰ नियुक्त कर दिता ਤੇ ਜਿਹੜਾ ਪਹਿਲਾ ਕੈਪਟਨ ਦਾ ਨੇੜਲਾ ਸੀ ਉਹ ਲਾਂਭੇ ਕਰ ਦਿੱਤਾ ਗਿਆ। ਇਹ ਕੁਦਰਤੀ ਹੈ, ਇਤਫਾਕਨ ਨਹੀਂ ਹੈ। ਇਹ ਚੀਜ਼ਾਂ ਤਾਂ ਫਿਰ ਹੋਣੀਆਂ ਨੇ ਕਿ ਹਰ ਬੰਦਾ ਆਪਣੇ ਨੂੰ ਹੀ ਤਵੱਜੋ ਦਿੰਦਾ। ਜਿਸ ਤਰ੍ਹਾਂ ਇਹ ਨਿਯੁਕਤੀਆਂ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਹੋਈਆਂ ਨੇ, ਇੰਪਰੂਵਮੈਂਟ ਟਰਸਟ ਸਾਰੇ ਬਦਲੇ ਜਾਣਗੇ ਤੇ ਕਈ ਜਿਹੜੇ ਜੁਗਾੜੀ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਵੀ ਮਲਾਈ ਖਾਧੀ ਆ ਉਹ ਹੁਣ ਵੀ ਮਲਾਈ ਖਾਣਗੇ ਤੇ ਆਮ ਲੋਕਾਂ ਦੇ ਪੱਲੇ ਘਾਈਆਂ ਦੇ ਪੱਲੇ ਘਾਹ ਹੀ ਖੋਤਣਾ। ਜਿਸ ਨਵਜੋਤ ਸਿੰਘ ਸਿੱਧੂ ਦਾ ਨੇੜਲਾ ਦਮਨਦੀਪ ਉਪਲ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਿਆ, ਜਦੋਂ ਕਿ ਕੈਪਟਨ ਦਾ ਜਿਹੜਾ ਨੇੜਲਾ ਸੀ ਦਿਨੇਸ਼ ਬੱਸੀ ਹੁਣੀ ਬਾਸੇ ਹੋ ਗਏ ਨੇ, ਉਹਨਾਂ ਨੂੰ ਬਦਲ ਦਿੱਤਾ ਗਿਆ। ਸੋ ਇਹ ਨਿਯੁਕਤੀਆਂ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਅੰਮ੍ਰਿਤਸਰ ਫੇਰੀ ਦੇ ਦੌਰਾਨ ਹੀ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ, ਕਿਉਂਕਿ ਇਹ ਮਲਾਈ ਦਾ ਰੌਦੇ ਨੇ, ਆਪਣੇ ਸਰੋਤੇ ਅਵਤਾਰ ਸਿੰਘ ਵੀ ਪੁੱਛਦੇ ਸੀ ਮੋਹਾਲੀ ਇੰਪਰੂਵਮੈਂਟ ਟਰਸਟ ਜਾਂ ਜਿੰਨੇ ਵੀ ਟਰਸਟ ਨੇ, ਭਾਵੇਂ ਬਠਿੰਡਾ ਦਾ ਜਾਂ ਪਟਿਆਲੇ ਦਾ, ਇੱਥੇ ਪਟਿਆਲੇ ਦੇ ਟਰਸਟ ਨੂੰ ਲੈ ਕੇ ਪਹਿਲਾਂ ਹੀ ਰੌਲਾ ਪੈ ਗਿਆ ਸੀਗਾ। ਸੋ ਇਹ ਚੇਅਰਮੈਨੀਆਂ ਨਿਯੁਕਤੀਆਂ ਧੜਾ ਧੜ ਹੁਣ ਤਬਦੀਲ ਹੋਣਗੀਆਂ, ਕੀ ਵੇਖਦੇ ਹੋ ਇਸ ਵਰਤਾਰੇ ਨੂੰ? ਜੀ देखो, ये दो अज चेंज कीतियां। बटाले वाली 28वें दिन बटाले वाली भी चक के परा मारी। जेड़ा प्रताप बाजवे ने 73 रजिंदर बाजवे का बंदा उतार के अपना बिठा लिया सी, ओदा भी अज कल्याण जेड़ा कर दिता गया वा। ठीक है, हुण पहली गल जेड़ा दिनेश बासी सी, यह 2017 च कांग्रेस वालों कैंडीडेट सी उसे हलके तो, क्योंकि उदों तक नवजोत सिंह सिद्धू होनी बीजेपी च सीगे, ਉਹ ਬੀਜੇਪੀ ਵੱਲ ਸੀਗੇ, ਕਿਉਂਕਿ ਉੱਥੋਂ ਨਵਜੋਤ ਕੌਰ ਸਿੱਧੂ ਜਿਹੜੀ ਸੀਗੀ ਉਹ ਬੀਜੇਪੀ ਵੱਲੋਂ ਐਮਐਲਏ ਜਿੱਤ ਕੇ ਵਿਧਾਨ ਸਭਾ ਚ ਪਹੁੰਚੀ ਸੀਗੀ। ਹੁਣ ਉੱਥੇ ਵਾਪਰਿਆ ਕੀ ਕਿ ਜਿਹੜਾ ਦਿਨੇਸ਼ ਬਾਸੀ ਸੀ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਮਨਾ ਲਿਆ ਕਿ ਤੁਸੀਂ ਤੁਹਾਨੂੰ ਚੇਅਰਮੈਨ ਨਹੀਂ ਦਿਆਂਗੇ, ਤੁਸੀਂ ਚੁੱਪ ਕਰਕੇ ਬਹਿ ਜਾਓ, ਇਹ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਵੱਲੋਂ ਟਿਕਟ ਦਿੱਤੀ ਜਾ ਰਹੀ ਆ, ਇਸ ਕਰਕੇ ਤੁਸੀਂ ਵਿਰੋਧ ਨਾ ਕਰੋ। ਤੇ ਉਹ ਫਿਰ ਚੁੱਪ ਕਰ ਗਿਆ, ਟਿਕਟ ਨਵਜੋਤ ਸਿੱਧੂ ਨੂੰ ਮਿਲ ਗਈ। ਉਹਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਬੜਾ ਵਾਵੇਲਾ ਕੀਤਾ। ਇੱਕ ਤਾਂ ਜਿਹੜਾ ਕਰਨਜੀਤ ਰਿੰਟੂ ਬਣਿਆ ਸੀ ਉੱਥੇ ਮੇਅਰ ਬਣਿਆ ਸੀ ਉਹਦੇ ਲਈ ਕਿ ਇਹ ਨਾ ਕਰੋ, ਪਰ ਉਦੋਂ ਤ੍ਰਿਪਤ ਰਜਿੰਦਰ ਬਾਜਵੇ ਨੂੰ ਉੱਥੇ ਅਬਜ਼ਰਵਰ ਦੇ ਤੌਰ ਤੇ ਕੈਪਟਨ ਨੇ ਭੇਜ ਕੇ ਤੇ ਕਰਮਜੀਤ ਰਿੰਟੂ ਨੂੰ ਲਾਤਾ ਤੇ ਨਵਜੋਤ ਸਿੱਧੂ ਦੇ ਬੰਦੇ ਨੂੰ ਉਹਨਾਂ ਨੇ ਮੇਅਰ ਵੀ ਨਹੀਂ ਲੱਗਣ ਦਿੱਤਾ। ਤੇ ਜਦੋਂ ਇੰਪਰੂਵਮੈਂਟ ਟਰਸਟ ਦੀ ਵਾਰੀ ਆਈ ਉਦੋਂ ਨਵਜੋਤ ਸਿੰਘ ਸਿੱਧੂ ਲੜਦਾ ਸੀ ਕਿ ਮੇਰਾ ਬੰਦਾ ਲੱਗਣਾ ਚਾਹੀਦਾ, ਪਰ ਉਹਨਾਂ ਨੇ ਧੱਕੇ ਦੇ ਨਾਲ ਰਿੰਟੂ ਜਿਹੜਾ ਸੀਗਾ ਦਿਨੇਸ਼ ਬਾਸੀ ਸੀ ਉਹਨੂੰ ਲਾਤਾ। ਅਗਲੀ ਗੱਲ ਵਾਪਰੀ ਜਦੋਂ ਉੱਥੇ ਜਿਹੜੀ ਐਮਸੀ ਦੀ ਸੀਟ ਸੀਗੀ ਇਹਦੇ ਅੰਡਰ ਪੈਂਦੀ, ਉੱਥੋਂ ਦਿਨੇਸ਼ ਬਾਸੀ ਜਿਹੜਾ ਉਹ ਕੈਂਡੀਡੇਟ ਸੀਗਾ, ਦਿਨੇਸ਼ ਬਾਸੀ ਨੂੰ ਨਵਜੋਤ ਸਿੱਧੂ ਨੇ ਉਦੋਂ ਉੱਥੇ ਐਮਸੀ ਦੀ ਟਿਕਟ ਵੀ ਨਹੀਂ ਲੈਣ ਦਿੱਤੀ ਸੀ। ਈਵਨ ਕਿ ਜਿਹੜਾ ਕੈਪਟਨ ਸੰਦੀਪ ਸੰਧੂ ਉਹਦੇ ਚ ਤਾਂ ਨਵਜੋਤ ਸਿੱਧੂ ਚ ਕਾਫੀ ਤੂੰ ਮੈਂ ਵੀ ਹੋਈ ਸੀ। ਬਾਅਦ ਚ ਕੈਪਟਨ ਅਮਰਿੰਦਰ ਸਿੰਘ ਨੇ ਉਹ ਮਸਲਾ ਸੁਲਝਾਤਾ ਸੀ ਤੇ ਦਿਨੇਸ਼ ਬਾਸੀ ਨੂੰ ਜਿਹੜਾ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾਤਾ। ਉਹਨੂੰ ਕਿਹਾ ਵੀ, ਉਹ ਕਹਿੰਦਾ ਜੀ ਪਹਿਲਾਂ ਮੇਰੇ ਤੋਂ ਐਮਐਲਏ ਦੀ ਟਿਕਟ ਖੋਈ, ਹੁਣ ਮੇਰੇ ਤੋਂ ਐਮਸੀ ਦੀ ਵੀ ਖੋਈ ਜਾਂਦੇ, ਮੇਰੇ ਨਾਲ ਕੀ ਕਰਦੇ? ਉਹ ਕਹਿੰਦੇ ਨਹੀਂ, ਤੈਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾ ਦਾਂਗੇ। ਉਹ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾਤਾ ਤੇ ਹੁਣ ਅਖੀਰ ਆ ਕੇ ਅੱਜ ਉਹਦੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੋਂ ਛੁੱਟੀ ਜਿਹੜੀ ਆ ਉਹ ਕਰ ਦਿੱਤੀ ਗਈ। ਇਹਦੇ ਨਾਲ ਹੀ ਬਟਾਲੇ 'ਚ ਵਾਪਰਿਆ। ਉੱਥੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਜਿਹੜਾ ਸੀਗਾ ਉਹ ਲਵਾਇਆ ਸੀ ਤ੍ਰਿਪਤ ਰਜਿੰਦਰ ਬਾਜਵੇ ਨੇ ਲਵਾਇਆ ਸੀਗਾ, ਕਿਉਂਕਿ ਤ੍ਰਿਪਤ ਰਜਿੰਦਰ ਬਾਜਵਾ ਉੱਥੇ ਪਿਛਲੇ 4.5 ਸਾਲ ਤੋਂ ਕੰਮ ਕਰਦਾ ਸੀ। ਉਹ ਕਹਿੰਦਾ ਸੀਗਾ ਵੀ ਮੈਂ ਫਤਿਹਗੜ੍ਹ ਚੂੜੀਆਂ ਨਹੀਂ ਜਾਣਾ, ਮੈਂ ਇਸੇ ਹਲਕੇ ਤੋਂ ਜਿਹੜੀ ਆ ਚੋਣ ਲੜਨੀ ਆ ਅਗਲੀ। ਤੇ ਉੱਥੇ ਫਿਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤ੍ਰਿਪਤ ਰਜਿੰਦਰ ਬਾਜਵਾ ਸਿੱਧੂ ਖੇਮੇ 'ਚ ਆਇਆ, ਇਹਨਾਂ ਨਾਲ ਵਿਗੜੀ ਤੇ ਉਹਨਾਂ ਨੇ ਪਹਿਲਾਂ ਉੱਥੇ ਲਿਆਂਦਾ ਅਸ਼ਵਨੀ ਸ਼ੇਖੜੀ ਨੂੰ ਲਿਆ ਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ, ਨਾਲ ਹੀ ਉਹਦੇ ਮੁਤਾਬਕ ਅਫਸਰ ਲਾਏ, ਸਾਰਾ ਕੁਝ ਲਾਇਆ। ਫਿਰ ਉਹਨਾਂ ਨੇ ਪ੍ਰਤਾਪ ਬਾਜਵੇ ਨੂੰ ਉੱਥੇ ਤਾਰਿਆ। ਪ੍ਰਤਾਪ ਬਾਜਵੇ ਦੇ ਮੁਤਾਬਕ ਜਿਹੜਾ ਪਹਿਲਾਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸੀਗਾ ਤ੍ਰਿਪਤ ਰਜਿੰਦਰ ਬਾਜਵੇ ਦਾ ਲਾਇਆ ਹੋਇਆ, ਉਹਨੂੰ ਉਤਾਰ ਕੇ ਪ੍ਰਤਾਪ ਬਾਜਵੇ ਵਾਲਾ ਲਾਇਆ। ਪਰ 28ਵੇਂ ਦਿਨ ਜਿਹੜਾ ਸੀਗਾ ਉਹ ਚਰਨਜੀਤ ਚੰਨੀ ਨੇ ਉਸ ਨੂੰ ਵੀ ਤੁਰਦਾ ਕਰ ਦਿੱਤਾ ਤੇ ਅੱਜ ਜਿਹੜਾ ਨਵਾਂ ਚੇਅਰਮੈਨ ਆ ਉੱਥੇ ਉਹ ਤ੍ਰਿਪਤ ਰਜਿੰਦਰ ਬਾਜਵੇ ਦਾ ਨਿਯੁਕਤ ਜਿਹੜਾ ਉਹ ਕਰ ਦਿੱਤਾ ਗਿਆ। ਠੀਕ ਹੈ, ਹੁਣ ਗੱਡੀ ਇੱਥੇ ਨਹੀਂ ਰੁਕੀ। ਅੱਜ ਇੱਕ ਆਰਡਰ ਹੋਰ ਪਾਸ ਹੋ ਗਿਆ, ਉਹ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪੈਪਸੂ ਆਪਣੀ ਪੀਆਰਟੀਸੀ ਦੇ ਜਿੰਨੀਆਂ ਬੱਸਾਂ ਦੇ ਉੱਪਰ ਕੈਪਟਨ ਦੀ ਐਡਵਰਟਾਈਜ਼ਮੈਂਟ ਦੇ ਬੋਰਡ ਲੱਗੇ ਸਾਰੇ ਦੇ ਸਾਰੇ ਉਤਾਰ ਦਿੱਤੇ ਜਾਣ। ਪਬਲਿਕ ਰਿਲੇਸ਼ਨ ਜਿਹੜਾ ਡਿਪਾਰਟਮੈਂਟ ਆ ਉਹਦੇ ਵੱਲੋਂ
PRTC ਦੇ MD ਨੂੰ ਜਿਹੜਾ ਆਰਡਰ ਆ ਗਿਆ ਉੱਤੋਂ ਕਿ ਸਾਰੇ ਦੇ ਸਾਰੇ ਉਤਾਰੋ। ਹੁਣ ਸਮੱਸਿਆ ਕੀ ਆ, ਜਿਹੜਾ PRTC ਦਾ ਚੇਅਰਮੈਨ ਲਾਇਆ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਵਾ ਕੇ ਸ਼ਰਮਾ। ਦੂਸਰੀ ਗੱਲ ਆ ਪਟਿਆਲੇ ਦਾ ਮੇਅਰ ਉਹਨਾਂ ਦਾ ਆਪਣਾ ਵਾ ਤੇ ਇੱਥੇ ਅਜੇ ਤੱਕ ਹੋਲਡਿੰਗ ਨਹੀਂ ਉਤਰੇ ਕੈਪਟਨ ਦੇ। ਤੇ ਦੂਸਰੀ ਗੱਲ ਆ ਕਿ ਹੁਣ ਜਿਹੜੇ ਬੱਸਾਂ ਤੋਂ ਉਤਾਰਨੇ ਨੇ ਉਹ ਕਿੱਦਾਂ ਉਤਾਰਨੇ ਨੇ, ਕੀ ਚੇਅਰਮੈਨ ਦੀ ਮੰਨੀ ਚੱਲੂਗੀ ਜਾਂ MD ਦੀ ਚੱਲੂਗੀ? ਮੇਰੇ ਹਿਸਾਬ ਨਾਲ MD ਦੀ ਚੱਲੂਗੀ। ਜੇ MD ਚੀਪਿਆ ਕਰੂਗਾ ਅਗਲੇ MD ਨੂੰ ਤੋੜ ਦੇਣਗੇ ਕਿ ਤੋੜਦਾ ਵਾਂ ਕਿੱਥੇ ਚੱਲੇਗਾ ਹੁਣ। ਪਰ ਪ੍ਰੋਟੋਕੋਲ ਤਾਂ ਬਣਦਾ ਹੀ ਹੈ ਨਾ ਕਿ ਜਦੋਂ CM ਤਬਦੀਲ ਹੋ ਗਏ ਫਿਰ ਜਿੱਧਰ ਗਿਆ ਬਾਣੀਆ ਉਧਰ ਗਿਆ ਬਾਜ਼ਾਰ। ਹੁਣ ਉਹ ਵਜ਼ਾਰਤ 'ਚ ਹੀ ਨਹੀਂ ਤਾਂ ਉਹਨਾਂ ਦੇ ਬੋਰਡ ਰਹਿਣ ਤਾਂ ਰਹਿਣ ਕਿਉਂ? ਆ ਥੋੜੀ ਦਿੱਕਤ ਹੈ ਦੋਸਤੋ ਕਿ YouTube ਦਾ ਲਿੰਕ ਬੰਦ ਹੋ ਗਿਆ ਸੀਗਾ, ਦੁਬਾਰਾ ਪਾਇਆ। ਤੇ ਇਸ ਦੌਰਾਨ ਸੁਰਿੰਦਰ ਵੀਰ ਕੈਪਟਨ ਅਮਰਿੰਦਰ ਹੋਰਾਂ ਦਾ ਇੱਕ ਬੜਾ ਖਤਰਨਾਕ ਬਿਆਨ ਆਇਆ। ਕਹਿੰਦਾ 22 ਚ ਜੋ ਵੀ ਹੋ ਜਾਏ ਹਰ ਟਿੱਲ ਲਾਵਾਂਗਾ, ਕੁਰਬਾਨੀ ਕਰ ਦਿਆਂਗਾ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੱਡਾ ਹਮਲਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਅੱਜ ਕਿ ਨਵਜੋਤ ਸਿੰਘ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ। ਤੇ ਕੈਪਟਨ ਨੇ ਆਖਿਆ ਕਿ ਜੇ ਸਿੱਧੂ ਦੀ ਅਗਵਾਈ ਦੇ ਵਿੱਚ ਚੋਣ ਲੜੇਗੀ ਤਾਂ ਪੰਜਾਬ ਕਾਂਗਰਸ ਡਬਲ ਡਿਜਿਟ ਵੀ ਨਹੀਂ, ਜਾਣੀ ਕਿ ਦੂਰ ਅੰਕੜਾ ਵੀ ਸ਼ੋ ਨਹੀਂ, 10 ਨਹੀਂ ਹੋ ਸਕਣਗੀਆਂ ਸੀਟਾਂ, 9 ਹੀ ਰਹਿਣਗੀਆਂ ਸਿੰਗਲ ਡਿਜਿਟ। ਇਹ ਵੀ ਕਹਿ ਦਿੱਤਾ ਜੇ ਸਿੱਧੂ ਦੀ ਅਗਵਾਈ 'ਚ ਚੋਣ ਲੜੇਗੀ। ਤੇ ਇਹ ਵੀ ਕਹਿ ਦਿੱਤਾ ਕਿ ਸਿੱਧੂ ਨੂੰ ਹਰਾਉਣ ਦੇ ਲਈ ਮਜ਼ਬੂਤ ਉਮੀਦਵਾਰ ਉਤਾਰਨਗੇ ਸਿੱਧੂ ਦੇ ਖਿਲਾਫ, ਕਿ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਖਤਰਨਾਕ ਹੈ। ਜੇਕਰ ਸਿੱਧੂ ਮੁੱਖ ਮੰਤਰੀ ਬਣਦਾ ਤਾਂ ਪਾਰਟੀ ਕੰਮ ਨਹੀਂ ਕਰ ਪਾਏਗੀ। ਤੇ ਕੈਪਟਨ ਨੇ ਇਹ ਵੀ ਆਖਿਆ ਕਿ ਉਹ ਸਿੱਧੂ ਨੂੰ ਰੋਕਣ ਦੇ ਵਾਸਤੇ ਹਰ ਕੁਰਬਾਨੀ ਕਰਨਗੇ। ਜਿਹੜਾ ਮੈਂ ਪਰਸੋਂ ਚੌਥੇ ਦਾ ਕਹਿਣਾ, ਜਿਵੇਂ ਕਪਤਾਨ ਸਾਹਿਬ ਦੇ ਤੇਵਰ ਨੇ, ਹੁਣ ਉਦੋਂ ਤਾਂ ਉਹਨੇ ਕਿਹਾ ਸੀ ਕਿ ਉਹ ਨਿਆਣੇ ਨੇ ਪ੍ਰਿਯੰਕਾ ਤੇ ਰਾਹੁਲ ਹੋਰੀ, ਤੇ ਹੁਣ ਕੈਪਟਨ ਨੇ ਸਿੱਧੂ ਤੇ ਵੀ ਹਮਲਾ ਕਰ ਦਿੱਤਾ ਕਿ ਰਾਹੁਲ ਅਤੇ ਪ੍ਰਿਯੰਕਾ ਅਨੁਭਵਹੀਣ ਨੇ, ਕਿ ਉਹਨਾਂ ਨੂੰ ਤਜਰਬਾ ਨਹੀਂ ਹੈ। ਕਪਤਾਨ ਸਾਹਿਬ ਨੇ ਤਾਂ ਬਿਆਨ 'ਚ ਸੂਪੜਾ ਹੀ ਸਾਫ਼ ਕਰ ਦਿੱਤਾ, ਕਾਂਗਰਸ ਦਾ ਵੀ ਤੇ ਹਾਈ ਕਮਾਂਡ ਦਾ ਵੀ। ਮੇਰਾ ਖਿਆਲ ਆ ਮੋਦੀ ਦਾ ਕਪਤਾਨ ਬਣਨ ਨੂੰ ਪੂਰਾ ਤਿਆਰ ਹੈ ਕੈਪਟਨ ਅਮਰਿੰਦਰ ਸਿੰਘ। ਭਾਜਪਾ ਮੰਗਲਮਈ ਹੋਣ ਵਾਲੀ ਹੈ। ਕੀ ਲੱਗਦਾ ਹੈ ਸੁਰਿੰਦਰ ਵੀਰ, ਇਹ ਬਿਆਨ ਜਿਹੜਾ ਹੈ ਬਹੁਤ ਖਤਰਨਾਕ ਹੈ ਕਿ ਸਿੱਧੂ ਨੂੰ ਹਰਾਉਣ ਲਈ ਹਰ ਕੁਰਬਾਨੀ ਕਰਾਂਗਾ। ਹਾਲਾਂਕਿ 2 ਦਿਨ ਦੀ ਚੁੱਪ ਸੀ ਜਦੋਂ ਤੋਂ ਮੁਹੰਮਦ ਮੁਸਤਫਾ ਨੇ ਬਿਆਨ ਦਿੱਤਾ ਕਿ ਕਪਤਾਨ ਸਾਹਿਬ ਪਰਖੱਚੇ ਉਡਾ ਦਿਆਂਗੇ, ਚੁੱਪ ਰਹੋ, ਨੈਸ਼ਨੈਲਿਟੀ ਨਾ ਪਰਖੋ ਸਾਡੀ। ਪਰ ਉਸ ਤੋਂ ਬਾਅਦ ਹੁਣ ਇਹ ਜੇ ਇਦਾਂ ਦਾ ਬਿਆਨ ਦਿੰਦਾ ਤੇ ਇਹਦਾ ਮਤਲਬ ਸਿੱਧੀ ਬਗਾਵਤ ਹੈ। ਜੇ ਕਹਿ ਹੀ ਦਿੱਤਾ ਕਿ ਸਿੱਧੂ ਨੂੰ ਹਰਾਉਣ ਦੇ ਲਈ, ਹਾਲਾਂਕਿ ਸਿੱਧੂ ਖੇਮੇ ਵੱਲੋਂ ਕੋਈ ਮੋੜਵਾਂ ਜਵਾਬ ਨਹੀਂ ਦਿੱਤਾ ਗਿਆ। ਠੀਕ ਹੈ, ਉਹਦੇ OSD ਤੇ ਇੱਕ ਪੁਲਿਸ ਅਧਿਕਾਰੀ ਨੇ ਬਿਆਨ ਦਿੱਤਾ, ਸਿੱਧੂ ਨੇ ਕੋਈ ਪਰਸਨਲ ਅਟੈਕ ਨਹੀਂ ਕੀਤਾ। ਇਹ ਠੀਕ ਹੈ ਕਿ ਇਹਦੀ ਰੋਟੀ ਖਾਣ ਨਹੀਂ ਆਏ ਹੋ ਤੇ ਆਉਣ ਵੀ ਕਿੱਥੇ, ਅਗਲੇ ਕੋਲ ਸਮਾਂ ਨਹੀਂ ਹੈ। ਪਰ ਇਹਦੇ ਨਾਲ ਨਾਲ ਮਤਲਬ ਪ੍ਰਿਯੰਕਾ ਤੇ ਰਾਹੁਲ ਨੂੰ ਵੀ ਟਾਰਗੇਟ ਕਰ ਦਿੱਤਾ ਕੈਪਟਨ ਸਾਹਿਬ ਨੇ। ਇਹਦਾ ਮਤਲਬ ਸਿੱਧਾ ਹੀ BJP ਦੇ ਹੱਥ 'ਚ ਆ ਗਿਆ। ਹੁਣ ਤਾਂ ਦਿਓ ਕਿਰਾਂ ਵਿਸਤਾਰ ਕੀ ਬਣਦਾ ਇਹਦਾ। ਦੇਖੋ ਹੁਣ ਉਹਨੇ ਰਾਹੁਲ ਗਾਂਧੀ ਨੂੰ ਟਾਰਗੇਟ ਇਸ ਲਈ ਕੀਤਾ, ਪਹਿਲੀ ਗੱਲ ਤੇ ਜੋ ਨਵਜੋਤ ਸਿੰਘ ਸਿੱਧੂ ਦੇ ਪੈਰ ਲੱਗੇ ਨੇ ਉਹਦੇ ਮਗਰ ਬਹੁਤ ਵੱਡਾ ਹੱਥ ਪ੍ਰਿਯੰਕਾ ਦਾ, ਤੇ ਪ੍ਰਿਯੰਕਾ ਦੇ ਕਹਿਣ ਦੇ ਉੱਤੇ ਰਾਹੁਲ ਗਾਂਧੀ ਫਰੰਟ ਤੇ ਆ ਗਿਆ। ਅਗਲੀ ਗੱਲ, ਜਿਸ ਵੇਲੇ ਹਾਈ ਕਮਾਂਡ ਵੱਲੋਂ ਆਪਣੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ, ਕੈਪਟਨ ਨੇ ਜਿਹੜੀ ਨੈਸ਼ਨਲ ਮੀਡੀਆ ਤੇ ਪ੍ਰਚਾਰ ਕੀਤਾ ਉਹਨੂੰ ਟੱਕਰ ਦੇਣ ਦੇ ਲਈ ਰਾਹੁਲ ਗਾਂਧੀ ਮੌਕੇ ਤੇ ਉਹਦੇ ਸਹੁੰ ਚੁੱਕ ਸਮਾਗਮ 'ਚ ਆ ਗਿਆ, ਇਹ ਦੱਸਣ ਲਈ ਕਿ ਮੈਂ ਬੈਠਾ ਅਜੇ, ਪਰਵਾਹ ਨਾ ਕਰ। ਠੀਕ ਹੈ, ਹੁਣ ਇਸ ਤੋਂ ਅਗਲੀ ਗੱਲ, ਇੱਕ ਗੱਲ ਬੜੀ ਸਪਸ਼ਟ ਜੀ ਕਹਿ ਦਿਆਂ ਕਿ ਮੈਂ ਬੜੇ ਪਿੰਡਾਂ ਦੇ ਇਦਾਂ ਦੇ ਝਗੜੇ ਦੇਖੇ ਆ, ਜਦੋਂ ਬਜ਼ੁਰਗ ਜਿਹੜਾ ਉਹ ਬੜਾ ਲੰਬਾ ਸਮਾਂ ਨਾ ਪਰਿਵਾਰ ਦਾ ਪੂਰੇ ਦਾ ਸ਼ੋਸ਼ਣ ਕਰਦਾ ਨਾ, ਤੇ ਫਿਰ ਜਦੋਂ ਪਰਿਵਾਰ ਸਾਰਾ ਉਹਨੂੰ ਅੱਖਾਂ ਦਿਖਾਉਂਦਾ, ਇੱਕ ਖੁੱਡੇ ਲੈਣ ਲਾ ਦਿੰਦਾ, ਤੇ ਫਿਰ ਉਹ ਇਹੀ ਕੁਝ ਕਰਦਾ ਜੋ ਹੁਣ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ। ਠੀਕ ਹੈ, ਉਹ ਫਿਰ ਪਿੰਡਾਂ 'ਚ ਕੀ ਕਹਿੰਦਾ ਹੁੰਦਾ, ਕਹਿੰਦਾ ਬੁੱਢਾ ਹਿੱਲ ਗਿਆ। ਠੀਕ ਹੈ, ਹੁਣ ਬੁੱਢਾ ਹਿੱਲ ਗਿਆ ਹੋਇਆ, ਹੋਰ ਗੱਲ ਕੱਖ ਨਹੀਂ ਗੀ। ਠੀਕ ਹੈ, ਅੱਜ ਉਹਨਾਂ ਨੇ ਵੈਸੇ ਹਿੱਲ ਨਹੀਂ ਗਿਆ ਸੁਰਿੰਦਰ ਵੀਰ, ਇਹ ਬਹੁਤ ਖਤਰਨਾਕ ਬਿਆਨ ਹੈ ਕਿਉਂਕਿ ਵਿਰੋਧੀਆਂ ਲਈ ਜਦੋਂ ਇਹ ਸਿੱਧਾ ਬਿਆਨਬਾਜ਼ੀ ਕਰੇਗਾ, ਕਿਉਂਕਿ ਇਹਦੇ ਬਿਆਨ ਨੂੰ ਆਪਾਂ ਠੀਕ ਹੈ ਰੂਸਾ ਦੇ ਸਬੰਧ, ਪੁਰਾਣੇ ਹੋਰ ਸਬੰਧ, ਇਹਦੀਆਂ ਨਿੱਜੀ ਕਮਜ਼ੋਰੀਆਂ ਕਰਦੇ ਆ ਲੋਕ, ਪਰ ਨੈਸ਼ਨਲ ਮੀਡੀਆ ਜਾਂ ਸ਼ੰਭੂ ਤੋਂ ਪਾਰ ਦੀ ਜਨਤਾ ਜਾਂ BJP ਭਗਤ ਕਹਿੰਦੇ ਉਹਨਾਂ ਨੂੰ ਛੱਡੋ। ਪੰਜਾਬ 'ਚ ਜਦੋਂ 77-78 MLA ਜਿਤਾਏ ਆ ਪੰਜਾਬੀਆਂ ਨੇ, ਉਦੋਂ ਵੀ ਰੂਸਾ ਵੋਟਾਂ ਮੰਗਣ ਗਏ ਸੀ। ਇਸ ਚੀਜ਼ ਨੂੰ ਲੋਕ ਬਹੁਦਰ ਨਹੀਂ ਕਰਦੇ। ਕੋਈ ਚੋਰੀ ਦਾ ਗੁੜ ਖਾਈ ਜਾਵੇ, ਸ਼ੱਕਰ ਖਾਈ ਜਾਵੇ, ਚੀਨੀ ਖਾਈ ਜਾਵੇ, ਲੋਕ ਨਹੀਂ ਕਹਿੰਦੇ ਰਾਜੇ ਨਹੀਂ ਖਾਣਗੇ ਤੇ ਹੋਰ ਕੀ ਖਾਣਗੇ ਦੱਸੋ। ਉਹ ਚੀਜ਼ ਕੈਪਟਨ ਦੀਆਂ ਇਹੀ ਕਮਜ਼ੋਰੀਆਂ ਨੇ ਨਾ।
रूसा आलम के हाँ डिफेंस एनालिस्ट है, ਉਹਦੇ ਮਹਿਲ ਚ ਬਹਿੰਦੀ ਹੈ। ਇਹ ਦੋਸ਼ ਖਹਿਰੇ ਨੇ ਲਾਏ ਨੇ ਤੇ ਖਹਿਰਾ ਅੱਜ ਖਾਸਮ ਖਾਸਾ ਕਹਿੰਦਾ ਬਹੁਤ ਵਧੀਆ ਕੰਮ ਕਰਦੇ ਨੇ ਕਪਤਾਨ ਸਾਹਿਬ। ਇਹ ਬਾਈ ਜੀ ਲੋਕ ਪੰਜਾਬ ਚ ਵੀ ਨਹੀਂ ਬੌਦਰ ਕਰਦੇ, ਜੇ ਬੌਦਰ ਕਰਦੇ ਹੁੰਦੇ ਤਾਂ 78 MLA ਨਾ ਜਿਤਾਉਂਦੇ, ਕਿਉਂਕਿ 290 ਦਿਨ ਪੰਜਾਬੀ ਕਪਤਾਨ ਨੇ ਕੁੱਟੇ ਸੀ 2007 ਦੀ ਵਜ਼ਾਰਤ ਦੇ ਦੌਰਾਨ। ਪਰ ਨੈਸ਼ਨਲ ਮੀਡੀਆ ਨੂੰ ਇੱਕ ਟੂਲ ਹੱਥ ਆਏਗਾ ਹੁਣ, ਜੇ ਇਹ ਬਾਰਡਰ ਸਟੇਟ ਦੇ CM ਤੇ ਜਾਂ ਪ੍ਰਧਾਨ ਤੇ ਇਹ ਦੋਸ਼ ਲੱਗਦੇ ਨੇ, ਇਹ ਦੋਸ਼ ਨਵਜੋਤ ਸਿੰਘ ਸਿੱਧੂ ਤੇ ਨਹੀਂ ਬਲਕਿ ਰਾਹੁਲ ਤੇ ਸੋਨੀਆ ਤੇ ਲੱਗਦੇ ਨੇ। ਤੇ ਦੂਸਰਾ ਜਿਹੜਾ ਕੜੀ ਘੁਲ ਰਹੀ ਹੈ, ਪ੍ਰਚਾਰ ਹੋ ਰਿਹਾ, ਇਹਨੂੰ ਜਿਹੜਾ ਬੀਜੇਪੀ ਨੂੰ ਬਹੁਤ ਰਾਸ ਆਉਂਦਾ। ਚਰਨਜੀਤ ਸਿੰਘ ਚੰਨੀ ਦੇ ਬਾਰੇ ਬੇਲੋੜੇ ਜਾਂ ਬਹੁਤ ਸਾਰੇ ਵਿਵਾਦ ਆ ਰਹੇ ਨੇ ਕਿ ਉਹ ਮਸੀਹੀ ਭਾਈਚਾਰੇ ਦਾ ਪ੍ਰਚਾਰ ਕਰਾਉਂਦਾ। ਤੁਸੀਂ ਵੇਖੋ ਪਾਉਣ ਲੱਗੇ ਨੇ ਲੋਕੀ, ਹਾਲਾਂਕਿ ਦੇਖੋ ਸਾਰਿਆਂ ਨੂੰ ਜਾਣਾ ਪੈਂਦਾ। ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਜਿਹੜਾ ਇਹਦਾ ਕ੍ਰਿਸਚੀਅਨਿਟੀ ਦਾ ਜਿਹੜਾ ਪਵਿੱਤਰ ਸਲੋਗਨ ਹੈ, ਹਾਲੋ ਮੈਨੂੰ ਐਗਜ਼ੈਕਟ ਨਾਂ ਨਹੀਂ ਆਉਂਦਾ ਬੋਲਣਾ ਉਹਦਾ, ਮਾਫ ਕਰਨਾ, ਸੁਖਵੀਰ ਨੇ ਵੀ ਬੋਲਿਆ। ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣੇ ਉਹਨਾਂ ਨੇ ਬੋਲਿਆ। ਉਸ ਨੂੰ ਲੈ ਕੇ ਵੀ ਮਤਲਬ ਟਾਰਗੇਟ ਕੀਤਾ ਜਾ ਰਿਹਾ। ਦੇਖੋ ਕ੍ਰਿਸਚੀਅਨ ਵੀ ਇਸ ਮੁਲਕ ਦਾ ਹਿੱਸਾ ਨੇ, ਜੇ ਬੋਲੇ ਸੋਨੇਵਾਲ ਜੈ ਸ਼੍ਰੀ ਰਾਮ ਕਹਿ ਸਕਦੇ ਹਾਂ ਤਾਂ ਫਿਰ ਹੈਦਰੀ ਨਾਰਾ ਲਾ ਸਕਦੇ ਹਾਂ, ਤਾਂ ਫਿਰ ਕ੍ਰਿਸਚੀਅਨ ਦਾ ਜਿਹੜਾ ਸਲੋਗਨ ਹੈ ਉਹ ਵੀ ਕਿਉਂ ਨਹੀਂ ਬੋਲਿਆ ਜਾ ਸਕਦਾ। ਪਰ ਹੁਣ ਉਹਦੇ 'ਚ ਵੀ ਟਾਰਗੇਟ ਹੋਣ ਲੱਗ ਗਿਆ ਕਿ ਦੇਖੋ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ, ਇਹਨੇ ਉੱਥੇ ਜਾ ਕੇ ਉਹ ਜਿਹੜਾ ਬੋਲਿਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਸਮਾਗਮ ਦੇ ਵਿੱਚ, ਮੇਰੇ ਖਿਆਲ ਕੋਈ ਮਾੜਾ ਨਹੀਂ ਬੋਲਣਾ, ਸੁਖਵੀਰ ਬਾਦਲ ਨੇ ਬੋਲਿਆ। ਪਰ ਇਹ ਹੁਣ ਸੋਨੀਆ ਕਿਉਂਕਿ ਵਿਦੇਸ਼ੀ ਹੈ ਭਾਜਪਾ ਦੇ ਮੁਤਾਬਕ, ਇੱਥੋਂ ਤੱਕ ਕਿ ਉਹ ਜਿਹੜਾ ਹੈਗਾ ਅਰਨਵ ਗੋਸਵਾਮੀ ਵਰਗੇ ਲੋਕ ਉਹਦਾ ਇਟਾਲੀਅਨ ਨਾਮ ਬੋਲਦੇ ਨੇ, ਜਿਹੜਾ ਉਹਦਾ ਓਰੀਜਨਲ ਨਾਂ ਆ। ਸੋਨੀਆ ਗਾਂਧੀ ਨਹੀਂ ਕਹਿੰਦੇ ਉਹਨੂੰ, ਉਸ ਨਾਂ ਨਾਲ ਬੁਲਾਉਂਦੇ ਨੇ। ਸੋ ਇਸ ਕਰਕੇ ਇਸ ਤਰ੍ਹਾਂ ਦੇ ਵਿਵਾਦ ਨੇ ਜਿਹੜੇ ਭਾਜਪਾ ਤਾਂ ਚੱਕੇਗੀ। ਕਪਤਾਨ ਸਾਹਿਬ ਨੇ ਜਿਵੇਂ ਹੁਣ ਰਾਹੁਲ ਤੇ ਪ੍ਰਿੰਕਾ ਤੇ ਨਿਸ਼ਾਨਾ ਸਾਧ ਦਿੱਤਾ, ਹਾਲਾਂਕਿ ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ ਹਾਲ ਦੀ, ਹੁਣ ਆਪਣੇ ਗੱਲ ਕਰਦੇ ਨਸ਼ਰ ਹੋ ਰਹੀਆਂ ਨੇ ਵੱਖ-ਵੱਖ ਮਾਧਿਅਮਾਂ ਤੋਂ। ਤੇ ਇਹ ਜਿਹੜਾ ਹੈਗਾ ਪੰਜਾਬ 'ਚ ਠੀਕ ਆਪਾਂ ਕਹਿ ਦਾਂਗੇ ਬੁੱਢਾ ਹਿੱਲ ਗਿਆ, ਪਰ ਇਹ ਨੈਸ਼ਨਲ ਮੀਡੀਆ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਨੂੰ ਹਿਲਾਉਣ ਦੇ ਲਈ ਬਹੁਤ ਕੰਮ ਆਏਗਾ ਭਾਜਪਾ ਦੇ ਕੁਛ। ਜੀ ਸੁਰਿੰਦਰ ਵੀਰ ਦੇਖੋ, ਮੈਂ ਇਹਨੂੰ ਪਹਿਲੇ ਦੋ ਤਿੰਨ ਐਂਗਲ ਤੋਂ ਦੇਖਣਾ ਪਏਗਾ। ਪਹਿਲੀ ਗੱਲ, ਕਾਂਗਰਸ ਹਾਈ ਕਮਾਂਡ ਕੀ ਕਰਦੀ? ਮਰੀ ਤਾਂ ਪਹਿਲਾਂ ਹੋਈ ਸੀ, ਜੇ ਕੈਪਟਨ ਨੂੰ ਰੱਖਦੀ ਹੈ ਤੇ ਕੈਪਟਨ ਤਾਂ ਫੱਟੀ ਪਹੁੰਚ ਗਿਆ ਸੀ ਕਾਂਗਰਸ ਸਾਰੀ ਦੀ, ਉਹ ਸਭ ਨੂੰ ਦੇਖਦਾ ਕਿ ਕੀ ਕੁਛ ਕਰ ਰਿਹਾ ਸੀਗਾ। ਫਿਰ ਕਾਂਗਰਸ ਜਾਂਦੀ ਤੇ ਕਿੱਥੇ ਜਾਂਦੀ? ਕਾਂਗਰਸ ਕੋਲ ਇੱਕੋ ਅਲਟਰਨੇਟਿਵ ਸੀ ਕਿ ਉਹਨੂੰ ਵੱਖਰਾ ਰਾਹ ਦਿਖਾਵੇ। ਹੁਣ ਜੇ ਉਹ ਕਹਿੰਦੇ ਸੀ ਕਿ ਤੁਸੀਂ ਜਿਹੜੀ ਆ ਵਰਚੁਅਲ ਮੀਟਿੰਗ ਨਾ ਕਰੋ, ਘੱਟੋ ਘੱਟ ਕੈਬਨਿਟ ਦੀ ਮੀਟਿੰਗ ਫਿਜ਼ੀਕਲ ਤਾਂ ਕਰ ਲਓ, ਉਹ ਕਰਨ ਲਈ ਤਿਆਰ ਹੀ ਨਹੀਂ ਸੀ, ਉਹ ਸੁਣਦਾ ਨਹੀਂ ਸੀ ਕਿਸੇ ਦੀ। ਤਾਂ ਫਿਰ ਕੀ ਕਰਦੇ? ਹਾਈ ਕਮਾਂਡ ਜੇ ਕੋਈ ਆਦੇਸ਼ ਦਿੰਦੀ ਸੀ ਉਹਨੂੰ ਨਹੀਂ ਸੀ ਮੰਨਦਾ, ਜੇ ਉਹਨੂੰ ਕੋਈ ਮੰਤਰੀ ਉਹਨੂੰ ਕੋਈ ਸਲਾਹ ਦਿੰਦਾ ਸੀ ਉਹਦੀ ਨਹੀਂ ਸੀ ਸੁਣਦਾ, ਜੇ ਕੋਈ MLA ਕਹਿੰਦਾ ਸੀ ਉਹਦੀ ਨਹੀਂ ਸੀ ਸੁਣਦਾ। ਰੋਜ਼ ਸਾਰਿਆਂ ਨੂੰ ਬੁਰਕੀ ਪਾਈ ਜਾਂਦਾ ਸੀ, ਕਦੀ ਬੁਰਕੀ ਤੇ ਕਿਸੇ ਨੂੰ ਸੱਦ ਲੈਂਦਾ, ਕਦੀ ਕਿਸੇ ਨੂੰ। ਬੀਜੇਪੀ ਦਾ ਏਜੰਡਾ ਸੈੱਟ ਕਰਦਾ ਸੀ ਕਪਤਾਨ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਬੀਜੇਪੀ ਦਾ ਜੋ ਸਾਰਾ ਪੈਟਰਨ ਸੀ, ਆਪ ਦੇਖੋ ਫਸਲਾਂ ਦੀਆਂ ਫਰਦਾਂ ਸਾਰਾ ਕੁਝ ਸੈੱਟ ਤਾਂ ਉਹ ਕਰਦਾ, ਕੋਈ ਦੋ ਰਾਵਾਂ ਨਹੀਂ ਹੈ। ਪਸੰਦੀਦਾ ਚੀਫ ਮਿਨਿਸਟਰ ਸੀਗਾ ਉਹ ਮੋਦੀ ਸਾਹਿਬ ਦਾ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਬਦਲਤਾ ਉਹਦੇ ਨਾਲੋਂ ਸਿੱਧੂ ਸਰਕਾਰ ਬਿਹਤਰ ਕੰਮ ਕਰੇਗੀ, ਪਰ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਵਿਰੋਧੀਆਂ ਨੇ ਤਾਂ ਉਲਝਾਉਣਾ ਹੀ ਆ, ਅਕਾਲੀਆਂ ਨੇ ਤੇ ਭਾਜਪਾ ਨੇ, ਕਿਉਂਕਿ ਉਹਨਾਂ ਦੀ ਤਾਂ ਜੌਬ ਹੈ, ਉਹਨਾਂ ਨੇ ਤਾਂ ਉਲਝਾਉਣਾ। ਪਰ ਕਪਤਾਨ ਜਿਵੇਂ ਹੁਣ ਕੁੱਛੜ ਬਹਿ ਕੇ ਇਹਨਾਂ ਦੀ ਦਾੜੀ ਪੱਟ ਲਿਆ ਤੇ ਇਹਦਾ ਤੇ ਜਾਂਦਾ ਫਿਰ ਇਹਦੇ ਤੇ ਐਕਸ਼ਨ ਕਰਨ। ਕਪਤਾਨ ਸਾਹਿਬ ਨੂੰ ਸਿੱਧਾ ਘਰੇ ਤੋਰੇ ਹਾਈ ਕਮਾਂਡ ਕੇ, ਭਾਈ ਤੂੰ ਚੱਲ, ਜਿਹੜੇ 12 MLA ਉਹ ਵੀ ਤੇਰੇ ਨਾਲ ਨਹੀਂ ਰਹਿਣੇ, ਕਿਉਂਕਿ ਪੰਜਾਬ ਦਾ ਵੋਟਰ ਕੇਡਰ ਨਹੀਂ ਹੈ ਕਪਤਾਨ ਸਾਹਿਬ ਨਾਲ। ਟੂ ਬੀ ਵੈਰੀ ਫਰੈਂਕ, ਜੋ ਕੁਝ ਕਪਤਾਨ ਨੇ ਕੀਤਾ, ਜੇ 12 MLA ਓਪਨਲੀ ਉਹਦੀ ਸਪੋਰਟ 'ਚ ਆਉਂਦੇ ਨੇ, ਕਿੰਨੇ ਕੁ ਆ ਜਾਣਗੇ ਕਾਂਗਰਸ ਦੇ? ਠੀਕ ਹੈ ਬੀਜੇਪੀ ਦੇ ਆ ਜਾਣਗੇ, ਬੀਜੇਪੀ ਜੁਆਇਨ ਕਰ ਲਵੇ ਤੇ ਕਾਂਗਰਸ ਇਹਨੂੰ ਵੀ ਮਤਲਬ ਚੱਲਦਾ ਕਰੇ, ਜੇ ਇਦਾਂ ਦੇ ਬਿਆਨ ਇਹ ਲਗਾਤਾਰ ਦੇਈ ਜਾਂਦਾ। ਜੀ ਸੁਰਿੰਦਰ, ਮੈਂ ਉੱਥੇ ਆਉਣ ਲੱਗਾ। ਅੱਜ ਅੰਮ੍ਰਿਤਸਰ 'ਚ ਕੀ ਹੋਇਆ? ਦਰਬਾਰ ਸਾਹਿਬ ਗਏ ਨੇ, ਚਲੋ ਬੈਠ ਕੇ ਚਾਹ ਪੀਂਦੇ ਸੀ, ਕਚੌਰੀਆਂ ਖਾਂਦੇ ਸੀ, ਸਾਰੇ ਇਕੱਠੇ ਸੀਗੇ। OP ਸੋਨੀ ਦੇ ਘਰੇ ਗਏ ਨੇ, ਡਿਪਟੀ CM ਬਣਾਇਆ। ਗੁਰਜੀਤ ਔਜਲੇ ਦੇ ਘਰੇ ਗਏ ਨੇ, ਮੈਂਬਰ ਪਾਰਲੀਮੈਂਟ ਆ ਅੰਮ੍ਰਿਤਸਰ ਤੋਂ। ਉਹਦੇ ਬਾਅਦ ਉਹ ਰਾਜਕੁਮਾਰ ਵੇਰਕਾ ਦੇ ਵੀ ਘਰੇ ਗਏ ਆ। ਹੁਣ ਉੱਥੇ ਬਚਿਆ ਕੌਣ ਆ ਕਿ ਕਿਹੜਾ ਕੈਪਟਨ ਨਾਲ ਚਲਾ ਜਾਊਗਾ? ਰਾਜਕੁਮਾਰ ਵੇਰਕਾ ਨੂੰ ਉਹਨਾਂ ਨੇ ਮੰਤਰੀ ਲੈ ਲੈਣਾ, ਗੱਲ ਖਤਮ ਹੋ ਗਈ। ਅੰਮ੍ਰਿਤਸਰ ਤੋਂ ਬਗਾਵਤ ਕਰਕੇ ਦਿਖਾ ਦੇਵੇ, ਕੌਣ ਜਾਊਗਾ? ਕਿ ਗੁਰਜੀਤ ਔਜਲਾ ਜਾਏਗਾ? ਕਿ ਕੱਲ ਨੂੰ ਜਸਵੀਰ ਡਿੰਪਾ ਜਾਏਗਾ? ਕੌਣ ਜਾਏਗਾ? ਪੂਰੇ ਅੰਮ੍ਰਿਤਸਰ ਚੋਂ ਕੱਢ ਲਵੇ, ਕੌਣ ਜਾਏਗਾ? ਹੁਣ ਉੱਥੇ ਗੁਰਚੇਤ ਭੁੱਲਰ ਆ ਬੈਠਾ ਸੀ, ਸੁਖਪਾਲ ਭੁੱਲਰ ਦਾ ਜਿਹੜਾ ਬੁਲਟੋਏ ਤੋਂ MLA ਆ, ਉਹਦਾ ਫਾਦਰ ਬੈਠਾ ਸੀਗਾ, ਠੀਕ ਹੈ। ਹਰਮਿੰਦਰ ਗਿੱਲ ਖੁਦ ਬੈਠਾ ਸੀ, ਅਗਨੀਹੋਤਰੀ ਬੈਠਾ ਸੀ। ਤਰਨ ਤਾਰਨ ਵਾਲਾ ਕਿਹਨੇ ਜਾਣਾ ਦੱਸੋ?
ਕੋਈ ਜਾਣ ਲਈ ਬਚਿਆ ਹੋਇਆ? ਇਹ 12 ਬੂਰਾ ਵੀ ਨਹੀਂ ਜਾਣੇ ਆ। ਇਹ 12 ਉਨੀ ਦੇਰ ਸੀ ਜਿੰਨੀ ਦੇਰ ਤੱਕ ਉਹ ਕਾਂਗਰਸ 'ਚ ਬੈਠਾ ਸੀਗਾ। ਜੋ ਕਾਂਗਰਸ ਤੋਂ ਬਾਹਰ ਆ ਕੋਈ ਨਹੀਂ ਜਾਣਾ। ਫਿਰ ਦੇਖੋ ਕੈਪਟਨ ਅਮਰਿੰਦਰ ਸਿੰਘ 11-12 ਵਜੇ ਤੱਕ ਤਾਂ ਘਰੋਂ ਨਹੀਂ ਸੀ ਨਿਕਲ ਸਕਦਾ। ਉਹ ਸਵੇਰ ਦੇ 4 ਵਜੇ ਦੇ ਦਰਬਾਰ ਸਾਹਿਬ ਸੀਗੇ ਔਰ ਅੰਮ੍ਰਿਤਸਰ ਸਾਰੇ ਦਾ ਰੂਟ ਕੱਟ ਕੇ ਦੁਆਬਾ ਸਾਰਾ ਉਹ ਬੱਲਾਂ ਵਾਲਿਆਂ ਦੇ ਵੀ ਉੱਥੇ ਜਿੱਤੇ ਉਹਨਾਂ ਜਾਣਾ ਸੀ, ਸਾਰੇ ਜਾ ਕੇ ਉਹ ਸ਼ਾਮ ਤੱਕ ਚੰਡੀਗੜ੍ਹ ਪਹੁੰਚ ਗਏ ਨੇ। ਉਹ ਪੂਰੇ ਦਿਨ ਦੇ ਵਿੱਚ ਆਪਦਾ ਇੱਕ ਪਾਸੇ ਤੋਂ ਚੱਲੇ ਅੱਧਾ ਪੰਜਾਬ ਗਾ ਕੇ ਆ ਗਏ ਨੇ। ਇਹ ਤਾਂ ਹੁਣ 11-12 ਵਜੇ ਤੱਕ ਤਾਂ ਕੀ ਕਹਿੰਦੇ ਹੁੰਦੇ 2 ਦਿਨ ਤਾਂ ਦਾੜੀ ਡਾਈ ਕਰਨ ਨੂੰ ਲਾਉਂਦਾ ਤੇ ਉਹਦੇ ਬਾਅਦ ਫਿਰ ਹੁਣ ਉਹ ਪ੍ਰਤਾਪ ਬਾਜਵਾ ਅੱਜ ਜੋ ਮਰਜ਼ੀ ਕਹੇ। ਪ੍ਰਤਾਪ ਬਾਜਵੇ ਨੇ ਜਦੋਂ 2002 ਤੋਂ 2007 ਤੱਕ ਸਰਕਾਰ ਸੀ, ਪ੍ਰਤਾਪ ਨਾਲ ਨਹੀਂ ਸੀ ਬਣਦੀ ਬਹੁਤੀ। ਉਦੋਂ ਨਾਮ ਹੀ ਕਿਉਂਕਿ ਆਪਾਂ ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਨੂੰ ਸੁਣਦੇ ਨੇ ਗੀਤ ਛੋਟੇ ਹੁੰਦੇ, ਤੇ ਉਦੋਂ ਨਾਮ ਹੀ ਆਸਾ ਸਿੰਘ ਮਸਤਾਨਾ ਉਹਨੇ ਹੀ ਰੱਖਿਆ ਸੀ ਜਿਹੜਾ ਬਾਅਦ ਚ ਜਸਵਿੰਦਰ ਭੱਲੇ ਨੇ ਪ੍ਰਚਾਰਿਆ ਸੀਗਾ। ਉਹ ਵੀ ਪ੍ਰਤਾਪ ਬਾਜਵਾ ਹੀ ਰੱਖਣ ਵਾਲਾ ਸੀਗਾ ਉਸ ਵੇਲੇ ਨਾਮ ਜਿਹੜਾ ਸੀਗਾ। ਇਸ ਕਰਕੇ ਇਹ ਆ ਕਿ ਤੁਸੀਂ ਤਿਆਰੀ ਤੁਹਾਡੀ ਐਡੀ ਔਖੀ ਆ ਕਿ ਪੋਲੀਟੀਕਲ ਵਿਅਕਤੀ ਤਾਂ ਜੇ ਨਹੀਂ ਨਹਾ ਸਕਿਆ, ਮੂੰਹ ਨਹੀਂ ਧੋ ਸਕਿਆ, ਤੇ ਲੋਕਾਂ ਦੇ ਕੰਮ ਲਈ ਉੱਠ ਕੇ ਤੁਰਨਾ ਪੈਂਦਾ। ਤੁਸੀਂ ਥੱਕੇ ਟੁੱਟੇ ਆ, ਇਹ ਕੋਈ ਮਤਲਬ ਨਹੀਂ ਹੈ। ਹੁਣ ਤੁਸੀਂ ਕਹੋ ਕਿ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ, ਮੈਂ ਤਾਂ ਸਿਸਵਾ ਮਹਿਲ 'ਚ ਬੈਠਾ, ਨਾ ਮੈਂ ਪਬਲਿਕ ਨੂੰ ਮਿਲਣਾ। ਬਿਊਰੋਕ੍ਰੇਸੀ ਦੀ ਡਿਊਟੀ ਲਾਤੀ, ਬਿਊਰੋਕ੍ਰੇਸੀ ਕੰਮ ਕਰੂਗੀ। ਬਿਊਰੋਕ੍ਰੇਸੀ ਕਹਿੰਦੀ ਸਾਨੂੰ ਜ਼ਰੂਰਤ ਹੀ ਨਹੀਂ, ਅਸੀਂ ਸੁਣਨੀ ਕਿਸੇ ਦੀ ਨਹੀਂ। ਫਿਰ ਕਿੱਦਾਂ ਗੱਡੀ ਚੱਲੂਗੀ? ਫਿਰ ਕਾਂਗਰਸ ਜਾਂਦੀ ਤੇ ਕਿੱਥੇ ਜਾਂਦੀ ਜੇ ਕਾਂਗਰਸ ਬਾਹਰ ਦਾ ਰਸਤਾ ਨਾ ਦਿਖਾਉਂਦੀ? ਤੁਹਾਡੇ ਸਾਹਮਣੇ ਆ ਕੈਪਟਨ ਅਮਰਿੰਦਰ ਸਿੰਘ ਜਿੱਥੇ ਮਰਜ਼ੀ ਭੱਜ ਲੈ, ਪੰਜਾਬ ਦੀ ਜਨਤਾ ਉਹਦੇ ਨਾਲ ਨਹੀਂ ਤੁਰੇਗੀ। ਮੈਂ ਤੈਨੂੰ ਅੱਜ ਵੀ ਕਹਿ ਰਿਹਾ, ਜਿੰਨੇ ਮਰਜ਼ੀ ਹੱਥ ਕੰਡੇ ਉਹ ਠੀਕ ਹੈ, ਪਤਾ ਉਹਦੇ ਅੱਲੇ ਪੱਲੇ ਕੁਛ ਨਹੀਂ ਹੈ, ਪਰ ਉਹਨੂੰ ਇਦਾਂ ਦੇ ਫੀਲੇ ਚਾਹੀਦੇ ਨੇ। ਹੁਣ ਪੰਜਾਬ ਦੀ ਜਨਤਾ ਤਾਂ ਇਕਬਾਲ ਸਿੰਘ ਲਾਲਪੁਰਾ ਨਾਲ ਕਿੰਨੀਆਂ ਵੋਟਾਂ ਨੇ, ਹਰਜੀਤ ਗਰੇਵਾਲ ਨਾਲ ਕਿੰਨੀਆਂ ਵੋਟਾਂ ਨੇ, ਉਹ ਠੀਕ ਹੈ। ਪੰਜਾਬ ਦੀ ਜਨਤਾ ਨਹੀਂ ਤੁਰੇਗੀ, ਬਾਕੀ ਚੱਲਦੀ ਗੱਡੀ ਸਵਾਰ ਹੋਣ ਵਾਲੇ ਬਹੁਤ ਲੋਕ ਨੇ ਬਾਈ ਜੀ। ਤੇ ਇਸ ਦੌਰਾਨ ਤੁਸੀਂ ਤਾਂ ਪਹਿਲਾਂ ਵੇਖੇ ਜਦੋਂ ਰਾਸ਼ਟਰਪਤੀ ਅੱਜ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗ ਜਾਂਦਾ ਤਾਂ ਇਹੀ ਜਿਹੜੇ ਕਹਿੰਦੇ ਆ ਬੀਜੇਪੀ ਐ। ਹੁਣ ਆਪਾਂ ਦੇਖੇ ਹੀ ਆ ਯੂਨੀਵਰਸਿਟੀਆਂ ਦੇ ਵਿਦਵਾਨ ਕਿੰਨੇ ਨੇ, ਮਤਲਬ 2-2.5 ਲੱਖ ਰੁਪਏ ਤਨਖਾਹ ਆ, ਪੱਕੀ ਤਨਖਾਹ ਆ। ਮਤਲਬ ਇਹਨਾਂ ਨੂੰ ਕੋਈ ਸਰਕਾਰ ਨਹੀਂ ਹਿਲਾ ਸਕਦੀ ਯੂਨੀਵਰਸਿਟੀ ਦੇ ਵਿੱਚ। ਪਰ ਉਹ ਚਾਪਲੂਸੀ RSS ਦੀ ਕਿਵੇਂ ਮਾਰਦੇ ਨੇ, ਕਿੱਥੋਂ ਤੱਕ ਚੱਪਲਾਂ ਚੱਟਣ ਤੱਕ ਜਾਂਦੇ ਨੇ RSS ਦੀਆਂ। ਉਸ ਕਲਚਰ ਦਾ ਕੀ ਕਰੋਗੇ ਬਾਈ ਜੀ? ਨਹੀਂ ਗਰੰਟੀ ਲੈ ਸਕਦੇ ਤੁਸੀਂ ਲੋਕਾਂ ਦੀ ਜੀ। ਦੇਖੋ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਬੋਲਣੋਂ ਬੰਦ ਨਹੀਂ ਹੋਏਗਾ, ਪਰ ਮੈਂ ਇਹਦੇ ਨਾਲ ਸਹਿਮਤ ਕਦੀ ਨਹੀਂ ਹੈ ਕਿ ਉਹਨੂੰ ਕੋਈ ਵੇਵ ਜਿਹੜੀ ਉਹ ਪੰਜਾਬ 'ਚ ਕ੍ਰੀਏਟ ਕਰ ਸਕੇਗਾ। ਉਹ ਸਮਾਂ ਸੀ, ਉਹ ਸਮੇਂ 'ਚ ਜਿਹੜੇ ਵਿਅਕਤੀ ਉਹਦੇ ਨਾਲ ਖੜੇ ਸੀ ਉਹਨੇ ਸਾਰਿਆਂ ਨੂੰ ਖੁੱਡੇ ਲੈਣ ਲਾਇਆ ਇੱਕ ਇੱਕ ਕਰਕੇ, ਔਰ ਉਹਨਾਂ ਨੇ ਹੀ ਉਹਨੂੰ ਪਲਟ ਕੇ ਮਾਰਿਆ ਵੀ ਲੈ ਤੋਰ ਅਸੀਂ ਤੇਰੇ ਲਈ ਖੜੇ ਸੀ, ਤੂੰ ਫਿਰਦਾ ਕਿੱਥੇ ਆ। ਠੀਕ ਹੈ, ਉਹ ਠੀਕ ਹੈ। ਪੰਜਾਬ 'ਚ ਬਹੁਤਾ ਅਸਰ ਸ਼ਾਇਦ ਨਾ ਪਵੇ ਵੋਟ ਬੈਂਕ ਦਾ, ਪਰ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੇ ਵਾਸਤੇ ਜਾਂ ਸੈਂਟਰ ਹਾਈ ਕਮਾਂਡ ਨੂੰ ਬਦਨਾਮ ਕਰਨ ਵਾਸਤੇ ਕਿ ਬਾਰਡਰ ਸਟੇਟ ਇਹਨਾਂ ਨੇ ਇਦਾਂ ਦਾ CM ਬਣਾਇਆ ਤੇ ਉਹ CM ਜਿਹੜਾ ਹੈਗਾ ਉਹਦੇ ਸਬੰਧ ਪਾਕਿਸਤਾਨ ਨਾਲ ਨੇ। ਮਤਲਬ ਜਿਹੜਾ BJP ਕੇਡਰ ਹੈ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਉੱਥੇ ਉਸ ਮੋਦੀ ਮੀਡੀਆ ਕੋਲ ਇੱਕ ਮਟੀਰੀਅਲ ਰੋਜ਼ ਆ ਜਾਇਆ ਕਰੇਗਾ। ਸੰਪਤ ਪਾਤਰਾ ਵਰਗੇ ਲੋਕਾਂ ਨੂੰ ਰੌਲਾ ਪਾਉਣ ਨੂੰ ਕਿ ਦੇਖੋ ਕਪਤਾਨ ਸਾਹਿਬ ਜੋ ਦੇਸ਼ ਕੇ ਬਾਰਡਰ पे ਲੜੇ, ਆਪਾਂ ਨੂੰ ਪਤਾ ਕਿੰਨੇ ਕੁ ਲੜੇ ਨੇ। 2 ਸਾਲ ਕਪਤਾਨ ਸਾਹਿਬ ਫੌਜ 'ਚ ਰਹੇ ਨੇ, ਰਿਜ਼ਾਈਨ ਕਰਕੇ ਆ ਗਏ ਸੀਗੇ। ਤੇ ਹਾਲਾਂਕਿ ਜਿਹੜੇ ਨੇ ਜਰਨਲ ਹਰਬਖਸ਼ ਸਿੰਘ ਲਿਖਦੇ ਨੇ ਕਿ ਭਾਈ ਲਾਇਆ ਤਾਂ OSD ਮੇਰੇ ਨਾਲ ਸੀਗਾ, ਜਿਹੜਾ OSD ਹੁੰਦਾ ਜਰਨਲ ਸਾਹਿਬ ਦੇ ਨਾਲ ਛਤਰੀ ਲੈ ਕੇ ਖੜਦਾ ਹੁੰਦਾ, ਪਰ ਕਹਿੰਦੇ ਮਹਾਰਾਜਿਆਂ ਦਾ ਮੁੰਡਾ ਛਤਰੀ ਆਪਣੇ ਤੇ ਲੈ ਕੇ ਰੱਖਦਾ ਸੀ। ਜਦੋਂ ਵਾਰ ਲੱਗੀ ਸੀ ਤੇ ਉਦੋਂ ਕਪਤਾਨ ਸਾਹਿਬ ਫਿਰ ਟੈਂਪਰੇਰੀ ਐਜ਼ ਏ ਕੈਪਟਨ ਚਲੇ ਗਏ ਸੀਗੇ। ਵਾਰ 'ਚ ਵੀ ਉਹਨਾਂ ਨੇ ਜਿਹੜਾ ਹੈਗਾ ਰੋਲ ਨਿਭਾਇਆ। ਸੋ ਇਸ ਕਰਕੇ ਜਿਹੜਾ ਇਹ ਵਰਤਾਰਾ ਕਿ ਇਹ ਠੀਕ ਹੈ ਕਿ ਬੁੱਢਾ ਸ਼ੇਰ ਹੈ ਨਹੀਂ ਕੰਮ ਕਰਨ ਜੋਗਾ, ਪਰ ਬੁੱਢਾ ਸ਼ੇਰ ਸਰਕਸ ਦੇ ਤਾਂ ਕੰਮ ਆਉਂਦਾ। ਸੁਰਿੰਦਰ ਵੀਰ ਇਹ ਤਾਂ ਗੱਲ ਮੰਨਦੇ ਹੋ ਨਾ, ਦਿਖਾਉਣ ਨੂੰ ਕਿਹਾ ਉਹ ਸ਼ੇਰ ਬੈਠਾ ਉੱਥੇ ਤਾਂ ਵਿਕਦਾ ਨਾ। ਮਰਿਆ ਹਾਥੀ 1.25 ਲੱਖ ਦਾ ਹੁੰਦਾ ਨਾ, ਜੇ ਜਿਉਂਦਾ ਲੱਖ ਦਾ ਹੈ। ਸੋ ਇਸ ਕਰਕੇ ਉਹ ਮਰਿਆ ਹਾਥੀ ਕਾਂਗਰਸ ਨੂੰ ਰਾਸ ਆਏਗਾ। ਬਿਹਤਰ ਹੈ ਜੇ ਕਪਤਾਨ ਸਾਹਿਬ ਨਹੀਂ ਸੁਧਰਦੇ, ਛੱਡਣ ਪੁਰਾਣੇ ਦਿਓਰ ਭਾਬੀ ਦੇ ਰਿਸ਼ਤੇ, ਸੋਨੀਆ ਜੀ ਚੱਲਦਾ ਕਰੇ ਤਾਂ ਠੀਕ ਹੈ। ਨਾਲੇ ਲਕੀਰ ਕੱਢ ਕੇ ਪਤਾ ਲੱਗ ਜੂ ਕਪਤਾਨ ਸਾਹਿਬ ਜਿਹੜਾ ਕਾਂਗਰਸ 'ਚ ਵੀ ਰਹਿਣਾ ਚਾਹੁੰਦਾ ਤੇ ਪੰਜਾਬੀਆਂ ਦਾ ਵੀ ਪੀਪਲਜ਼ ਮਹਾਰਾਜਾ ਬਣਨਾ ਚਾਹੁੰਦਾ ਤੇ ਬੋਲਦਾ ਵੀ ਉਸ ਪਾਰਟੀ ਦੇ ਹੱਕ 'ਚ ਹੈ ਜਿਹੜੀ ਪੰਜਾਬ ਨੂੰ ਚੂਨਾ ਲਾਈ ਜਾ ਰਹੀ ਹੈ ਤੇ ਉਸ ਪਾਰਟੀ ਦੀਆਂ ਨੀਤੀਆਂ ਨੂੰ ਪੰਜਾਬ 'ਚ ਸੈੱਟ ਕਰਨ ਦਾ ਏਜੰਡਾ ਵੀ ਰੱਖਦਾ। ਹੁਣ ਜੇ ਲੋਕਾਂ ਦੇ ਪਸੰਦੀਦਾ CM ਕਾਂਗਰਸੀਆਂ ਨੇ ਚੁਣਿਆ, ਕਿਉਂਕਿ ਇਹ ਵੇਵ ਨਾ ਤਾਂ ਮੇਰੀ ਹੈ ਨਾ ਤੁਹਾਡੀ ਹੈ, ਲੋਕ ਚਾਹੁੰਦੇ ਸੀ, ਕਾਂਗਰਸ ਨੇ ਸੋਚ ਸਮਝ ਕੇ ਤਬਦੀਲ ਕੀਤਾ ਕੈਪਟਨ। ਤੇ ਇਸ ਕਰਕੇ ਜੇ ਲੋਕ ਨਹੀਂ ਚਾਹੁੰਦੇ ਫਿਰ ਤੁਹਾਡੀ ਕਪਤਾਨੀ ਨੂੰ ਕੀ ਕਰਨਾ ਅਗਲਿਆਂ ਨੇ। ਪਰ ਜਿਹੜਾ ਇਹ ਬਿਆਨ ਆਇਆ
ਇਸ ਬਿਆਨ ਤੋਂ ਬਾਅਦ ਖਲਾਰਾ ਵਧੇਗਾ। ਬਿਹਤਰ ਹੈ ਕਿ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਵਿਹਲਾ ਕਰਕੇ ਘਰੇ ਬਿਠਾਉਣ। ਐਦੋਂ ਵੱਧ ਕੀ ਤੋਪ ਬਿਡਲੇਗਾ ਕਾਂਗਰਸ ਵਾਸਤੇ। ਕਾਂਗਰਸ ਨੂੰ ਸਖਤ ਫੈਸਲੇ ਲੈਣੇ ਪੈਣੇ ਨੇ। ਜੇ ਲੇਲੇ ਪੇਪੇ ਕਰਦੇ ਰਹੇ ਤਾਂ ਗਰੁੱਪ 23 ਵਾਲਾ ਕੰਮ ਇਹਨਾਂ ਨੇ ਵੀ ਕਰਨਾ ਹੈ। ਜੀ ਸੁਰਿੰਦਰ, ਜਿਹੜੇ 23 ਆ ਉਹ ਤਾਂ 23 ਹੈਗੇ, 24ਵੇਂ ਦੇ ਪੱਲੇ ਹੀ ਕੱਖ ਨਹੀਂ ਹੈ ਸਵਾਏ ਬਿਆਨਬਾਜ਼ੀ ਤੋਂ। ਹੁਣ ਕੀ ਹੁੰਦਾ, ਪਤੀ ਪਤਨੀ ਦੋਵਾਂ ਦਾ ਤਲਾਕ ਹੋ ਜਾਂਦਾ ਆਪਸ 'ਚ। ਜਿੰਨੀ ਦੇਰ ਕੋਰਟ 'ਚ ਕੇਸ ਚੱਲਦਾ ਦੋਨੋਂ ਜਣੇ ਉਹ ਇੱਕ ਦੂਜੇ ਦੀ ਮਿੱਟੀ ਪੱਟਦੇ, ਜਿਹੜੀ ਰਹੇ ਰੱਬ ਦਾ ਨਾ। ਆਪਾਂ ਕਿੰਨੇ ਕੇਸ ਦੇਖਦੇ, ਹਜ਼ਾਰਾਂ ਕੇਸ ਹਰਜਾਨਾਂ ਦੇ ਪੱਟਦੇ ਆ ਨਾ। ਕੱਲੇ ਭਾਰਤ 'ਚ ਨਹੀਂ ਪੱਟਦੇ, ਕੱਲੇ ਪੰਜਾਬ 'ਚ ਨਹੀਂ ਪੱਟਦੇ, ਵਿਦੇਸ਼ 'ਚ ਵੀ ਇਹੀ ਕੁਛ ਹੁੰਦਾ। ਸਾਰੀ ਜਗ੍ਹਾ ਇਹੀ ਹੈ ਨਾ, ਛੱਡਿਆ ਜਾਂਦਾ ਕੁਛ ਇੱਕ ਦੂਜੇ ਦਾ। ਐਂਡ 'ਚ ਨਿਕਲਦਾ ਕੀ ਆ? ਨਿਕਲਦਾ ਤਾਂ ਕੁਛ ਨਹੀਂ ਨਾ। ਇਸ ਕਰਕੇ ਕੁਛ ਨਹੀਂ ਨਿਕਲਣਾ, ਕੁਛ ਨਹੀਂ ਹੋਣਾ। ਤੁਹਾਡੇ ਸਾਹਮਣੇ ਆ, ਇਹ ਤੁਹਾਡੇ ਮੂੰਹ ਚੋਂ ਕੱਢੀ ਹੋਈ ਗੱਲ ਆਉਣ ਵਾਲੇ ਦਿਨਾਂ 'ਚ ਹਾਈ ਕਮਾਂਡ ਇਹਨੂੰ ਬਾਹਰ ਦਾ ਰਸਤਾ ਦਿਖਾ ਦੂਗੀ ਜਾਂ ਭਾਜਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ। ਔਰ ਉਹਨਾਂ ਨੇ ਜਿਸ ਤਰੀਕੇ ਨਾਲ ਪਲਾਨਿੰਗ ਕੀਤੀ ਆ, ਬੜੀ ਸੋਚ ਸਮਝ ਕੇ ਕੀਤੀ ਆ। ਕੋਈ ਮੈਂਬਰ ਪਾਰਲੀਮੈਂਟ ਨਹੀਂ ਰਹਿਣਾ, ਇੱਕ ਪਤਨੀ ਰਹਿ ਜਾਣੀ ਆ, ਤੇ ਪਤਨੀ ਵੀ ਅਗਲੀ ਚੋਣ ਨਹੀਂ ਲੜੂਗੀ। ਫਿਰ ਇਹ ਵੀ ਸੋਚ ਲਿਓ 2024 'ਚ ਕੈਂਡੀਡੇਟ ਕੋਈ ਹੋਰ ਹੋਊਗਾ ਪਟਿਆਲੇ ਤੋਂ, ਭੁੱਲ ਜਾਣ। ਭਾਜਪਾ ਤੋਂ ਲੜਾਉਣਗੇ ਅਗਲੇ। ਭਾਜਪਾ ਲੜਾ ਲੈਣ, ਭਾਜਪਾ ਕਿੱਥੋਂ ਜਿਤਾ ਦੂਗੀ? ਪਟਿਆਲੇ ਸ਼ਹਿਰ ਦੇ ਸਿਰ ਤੇ ਜਿੱਤ ਜੂਗੇ ਭਾਜਪਾ ਨੂੰ। ਬਾਕੀ ਦੇ ਹੋਰ ਨਹੀਂ ਪੈਸਾ ਟਕਾ, ਜਿਹੜੇ ਪੁਰਾਣੇ ਕੇਸ ਨੇ, ਜਿਹੜੇ ਈਡੀ ਬਾਮ ਰੋਡ ਦੀ, ਉਹ ਟਿਕਿਆ ਰਹੂ ਕੰਮ। ਕਿਤੇ ਗਵਰਨਰ ਲਾ ਦੇਣਗੇ, ਬੈਠੇ ਸ਼ਿਕਾਰ ਖੇਡੀ ਜਾਣਗੇ। ਕਪਤਾਨ ਸਾਹਿਬ ਅੰਬੈਸਡਰ ਵੀ ਲਾ ਸਕਦੇ ਆ ਪਾਕਿਸਤਾਨ ਦਾ, ਹਨਾ। ਨਾਲੇ ਠੀਕ ਹੈ, ਲਾਹੌਰ ਅਪਾਇੰਟ ਕਰਦੇ। ਟਰੂਡੋ ਨੂੰ ਪੁੱਛ ਰਹੇ ਆ ਵੀ ਕਿੰਨੇ ਬੈਂਡ ਨਾਲ ਮੈਂ ਕੈਨੇਡਾ ਆਵਾਂ, ਉੱਥੇ ਜਾਣ ਲਈ ਫਿਰਦੇ ਆ, ਪਰ ਕੈਨੇਡਾ ਵਾਲੇ ਲੈਣ ਲਈ ਤੁਸੀਂ ਆਪਣੇ ਛੋਟੇ ਮੀਆਂ ਨੂੰ ਬਣਾਓਗੇ ਪੱਕਾ ਪੱਤਰਕਾਰ ਬਣ ਗਿਆ, ਉਹਦੀ ਲਾਉਨੇ ਆ ਟ੍ਰੇਨਿੰਗ ਟਿਊਸ਼ਨ, ਉਹਦੀ ਹੋਰ ਪਾਉਂਦਾ ਰਹਿੰਦਾ ਪੋਸਟਾਂ। ਉਹ ਮੋਦੀ ਸਾਹਿਬ 98 ਸਾਲ ਦੀ ਮਾਂ ਨੂੰ ਉਹਦੇ ਦੰਦ ਨਹੀਂ, ਉਹਨੂੰ ਸਖਤ ਪਰੌਠੇ ਖਵਾਈ ਜਾਂਦੇ, ਉਹ ਵੀ ਨਹੀਂ ਟਿਕਦੇ ਹੈ। ਉਹ ਵੀ ਮਤਲਬ ਪਬਲਿਸਿਟੀ ਤੋਂ ਨਾ ਉਹ ਟਿਕਦੇ ਨਾ ਇਹ ਟਿਕਦੇ। ਇਸ ਕਰਕੇ ਕੁਛ ਨਹੀਂ ਹੁੰਦਾ, ਕਰੀ ਜਾਣ ਦੋ ਇਹਨਾਂ ਨੂੰ ਜੋ ਕੁਛ ਹੁੰਦਾ। ਤੁਹਾਡੇ ਸਾਹਮਣੇ ਆ, ਜਿਹੜਾ ਅਹੁਦੇ ਤੋਂ ਉਤਰ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਬੇਵਕੂਫੀ ਕਰਕੇ ਆਪਣੇ ਪਰਿਵਾਰ ਦਾ ਵੀ ਰਸਤਾ ਪਾਰਟੀ 'ਚ ਬੰਦ ਕਰ ਲਿਆ ਹੋਇਆ ਵਾ। ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਹੈ। ਭੁੱਲ ਜਾਵੇ, ਇਹਨਾਂ ਦੀ ਬੇਟੀ ਲੜ ਸਕਦੀ ਸੀ 2022 ਪਟਿਆਲੇ ਤੋਂ, ਜਿੱਤ ਜਾਂਦੇ ਬੜੇ ਆਰਾਮ ਦੇ ਨਾਲ। ਕਾਂਗਰਸ ਵੱਲੋਂ ਕੋਈ ਗੱਲ ਹੀ ਨਹੀਂ ਸੀਗੀ, ਫਿਊਚਰ ਬਣਦਾ ਸੀ ਇਹਨਾਂ ਦਾ। ਬੇਟੇ ਨੂੰ ਜਿੱਤੋਂ ਮਰਜੀ ਹਾਈ ਕਮਾਂਡ ਨੂੰ ਕਹਿੰਦਾ ਠੀਕ ਆ, ਤੁਸੀਂ ਮੈਨੂੰ ਤਾਰ ਦੋ, ਮੇਰੇ ਬੇਟੇ ਤੇ ਬੇਟੀ ਦੋਨੋਂ ਨੂੰ ਐਡਜਸਟ ਕਰ ਦੋ, ਉਹਨਾਂ ਐਡਜਸਟ ਕਰ ਦੇਣੇ ਸੀ। ਸਨੌਰ ਨਾਲ ਲੱਗਦਾ ਹਲਕਾ, ਉਹ ਤੋਂ ਬੇਟੀ ਨੂੰ ਤਾਰ ਦਿੰਦਾ, ਪਟਿਆਲੇ ਸ਼ਹਿਰ ਤੋਂ ਬੇਟੇ ਨੂੰ ਤਾਰ ਦਿੰਦਾ, ਦੋਵਾਂ ਦਾ ਫਿਊਚਰ ਬਣਦਾ ਸੀ, ਦੋਨੋਂ MLA ਬਣ ਜਾਣੇ ਸੀ। ਇੰਨੀ ਕੁ ਤਾਂ ਹੈਗੀ ਸੀ, 2 ਸੀਟਾਂ ਜਿੱਤਣੀਆਂ ਇਹਨਾਂ ਨੂੰ ਕਿੱਡੀ ਕੁ ਔਖੀ ਸੀ। ਘਰ ਵਾਲੀ ਤੇਰੀ ਜਿਹੜੀ ਆ ਕੇਂਦਰ 'ਚ ਮਿਨਿਸਟਰ ਰਹਿ ਚੁੱਕੀ ਆ, 4 ਵਾਰੀ ਜਿਹੜੀ ਉਹ ਮੈਂਬਰ ਪਾਰਲੀਮੈਂਟ ਰਹਿ ਲਈ, ਇਸ ਤੋਂ ਵੱਧ ਕੀ ਕਰਨਾ ਸੀ ਹੋਰ। ਹੁਣ ਗੱਲ ਤੇ ਆ ਕਿ ਸਦਾ ਲਈ ਪਟਾ ਤੁਹਾਡੇ ਨਾਮ ਨਹੀਂ ਲਿਖਿਆ ਹੁੰਦਾ, ਪਰ ਕੈਪਟਨ ਅਮਰਿੰਦਰ ਸਿੰਘ ਨੇ CM ਵਾਲੀ ਬੇਵਕੂਫੀ ਵਾਰ-ਵਾਰ ਕਰਕੇ ਕਿ ਮੈਂ ਕੁਰਸੀ ਨੂੰ ਚੰਬੜਿਆ ਰਵਾਂ, 22 'ਚ ਮੈਂ ਫੇਰ ਬਣਾ, ਮੈਂ ਇਹ ਕਰਾਂ ਉਹ ਕਰਾਂ, ਮੈਂ ਇਹਦੇ ਨਾਲ ਰਿਸ਼ਤੇ ਨਿਭਾ ਰਿਹਾ, ਉਹਦੇ ਨਾਲ ਨਿਭਾ ਰਿਹਾ, ਉਹਦੇ 'ਚ ਪਰਿਵਾਰ ਦਾ ਵੱਧ ਨੁਕਸਾਨ ਕਰਕੇ ਗਿਆ। ਕਿਸੇ ਦਿਨ ਪਰਿਵਾਰ ਇਹੀ ਸੋਚੂਗਾ ਬੈਠ ਕੇ ਕਿ ਅਸੀਂ ਇਹਦੇ ਮਗਰ ਲੱਗ ਕੇ ਪੱਟੇ ਗਏ ਹਾਂ। ਇਹ ਵੀ ਦੇਖ ਲਿਓ। ਨਹੀਂ, ਪਰ ਪਰਿਵਾਰ ਨੂੰ ਜਿਹੜਾ ਈਡੀ ਤੋਂ ਖਹਿੜਾ ਛਡਾਊਗਾ, ਕਿਉਂਕਿ ਜਵਾਈ ਦਾ ਨਾਂ ਗੁਰਪਾਲ ਦਾ ਆਉਂਦਾ, ਉਸ ਈਡੀ ਦਾ ਜਿਹੜਾ ਜਾਂਚ ਕਰ ਰਹੀ ਹੈ ਬੇਟੇ ਦਾ ਆਉਂਦਾ, ਉਹ ਵੀ ਤਾਂ ਰਾਹਤ ਮਿਲਦੀ ਹੈ ਪਰਿਵਾਰ ਨੂੰ। ਸੁਰਿੰਦਰ ਵੀਰ, ਉਹ ਵੀ ਅਗਲੇ ਨੇ ਦੇਖਣਾ ਨਾ ਕਿ ਈਡੀ ਕਿਵੇਂ ਕੰਨ ਮਰੋੜ ਕੇ ਹੁਣ ਤੱਕ CMਸ਼ਿਪ ਕਰਵਾਉਂਦੀ ਰਹੀ ਹੈ। ਇਸ ਕਰਕੇ ਤਾਂ ਮੋਦੀ ਸਾਹਿਬ ਕਹਿੰਦੇ ਸੀ ਕਿ ਸੁਤੰਤਰ ਫੌਜੀ ਹੈ, ਕਿਸੇ ਦੀ ਸੁਣਦਾ ਨਹੀਂ। ਹੁਣ ਫੌਜੀ ਨੂੰ ਕਿਉਂਕਿ ਇਹ ਪਤਾ ਹੈ ਕਿ ਆਉਣ ਵਾਲੇ ਸਮੇਂ ਸੁਰਿੰਦਰ ਬਾਈ ਜੀ, ਦੇਸ਼ 'ਚ ਕਾਂਗਰਸ ਦਾ ਭਵਿੱਖ ਸੈਂਟਰ 'ਚ ਨਹੀਂ ਹੈ ਅੱਜ ਦੀ ਘੜੀ। ਜੇ ਆਏਗਾ ਤੀਜਾ ਬਦਲ ਤਾਂ ਮਮਤਾ ਬੈਨਰਜੀ, ਸ਼ਰਦ ਪਵਾਰ ਉਹ ਖੇਮੇ 'ਚ ਆਏਗਾ। ਕਾਂਗਰਸ ਕੋਲ ਸਕੋਪ ਨਹੀਂ ਹੈ, ਇਸ ਕਰਕੇ ਠੀਕ ਆਉਂਦਾ। ਬਾਕੀ ਕਾਂਗਰਸ ਤੋਂ ਬਗਾਵਤ ਇੱਕ ਵਾਰ ਥੋੜੀ ਕਰੀ ਹੈ ਕਪਤਾਨ ਨੇ, ਤੇ ਕਿੰਨੀ ਵਾਰੀ ਕਰ ਚੁੱਕਾ। ਖੈਰ ਇਹਦੇ 'ਚ ਪਰ ਇਹ ਮਤਲਬ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਾਸਤੇ ਬਹੁਤ ਸਤਰਕ ਰਹਿਣ ਦਾ ਸਮਾਂ ਹੈ, ਕਿਉਂਕਿ ਜੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਤਾਂ ਕੈਪਟਨ ਦੇ ਵੀ ਕੁਝ ਪਸੰਦੀਦਾ ਅਫਸਰ ਨੇ, ਪਰ ਜਿਵੇਂ ਉਹ ਸ਼ਾਂਤੀ ਕਰ ਰਹੇ ਨੇ, ਜਿਵੇਂ ਕੋਡ ਲਾਂਭੇ ਕਰ ਰਹੇ ਨੇ, ਤਾਂ ਇਹ ਬਿਹਤਰ ਹੈ ਕਿ ਇਹ ਚੀਜ਼ਾਂ ਕਰਦੇ ਜਾਣਗੇ ਤਾਂ ਚੰਗੇ ਰਹਿਣਗੇ। ਮਸਲਨ ਕਪਤਾਨ ਨੂੰ ਜਿੰਨਾ ਇਹ ਕਿ ਹਾਂ ਠੀਕ ਹੈ ਜੀ, ਕਪਤਾਨ ਸਾਹਿਬ ਜਿਹੜਾ ਹੈ ਲੰਚ ਤੇ ਬੁਲਾਇਆ, ਉਹਦੇ ਘਰੇ ਜਾਓ, ਚੰਗੀ ਗੱਲ ਹੈ। ਰਾਹੁਲ ਨਹੀਂ ਗਿਆ, ਚੰਗੀ ਗੱਲ ਹੈ। ਚੰਨੀ ਨਹੀਂ ਗਿਆ, ਪਰ ਜਿਸ ਤਰ੍ਹਾਂ ਦੇ ਪਾਸੇ ਨੂੰ ਇਹਨੇ 2 ਦਿਨ ਵੇਖ ਕੇ ਕਿ ਉਹ ਤਾਂ ਮੇਰੇ ਕੋਲ ਆਉਂਦੇ ਹੀ ਨਹੀਂ। ਹੁਣ ਦੇਖੋ, ਉਹ ਦਰਬਾਰ ਸਾਹਿਬ ਜਾਣਾ ਜ਼ਰੂਰੀ ਹੈ ਜਾਂ ਸਿਸਵਾ ਮਹਿਲ ਜਾਣਾ ਜ਼ਰੂਰੀ ਹੈ? ਤੁਸੀਂ ਇੱਕ MLA ਹੋ ਸਿਰਫ ਅੱਜ ਦੀ ਡੇਟ 'ਚ, ਠੀਕ ਹੈ, ਸਾਬਕਾ CM ਹੋ, ਤੇ ਤੁਹਾਨੂੰ ਲਾਇਆ ਕਿਸ ਹੈਸੀਅਤ 'ਚ ਗਿਆ? ਜ਼ਰੂਰੀ ਥੋੜ੍ਹਾ ਕਿ ਤੁਹਾਡੇ ਘਰੇ ਚਾਹ ਪੀਣ ਆਉਣ ਅਗਲੇ ਕਿਉਂ ਆਉਣ? ਕਪੱਤ ਥੋੜੀ ਕੀਤੀ ਹੈ ਤੁਸੀਂ। 17 ਤੁਹਾਡੇ OSD ਸੀਗੇ, MLA ਨੂੰ ਤੁਸੀਂ ਮਿਲਦੇ ਨਹੀਂ ਸੀਗੇ, ਤੇ ਕੀ ਇਹਨਾਂ ਦੀ ਬਾਂਹ ਵੇਲਣੇ ਚਾਹੀਏ ਕਿ ਸਿਸਵਾ ਮਹਿਲ 'ਚ ਜਾ ਕੇ ਰੋਟੀ ਖਾਣ? ਹਰਗਿਜ਼ ਨਹੀਂ ਜਾਣਗੇ। ਕਿਉਂ ਜਾਣਗੇ ਵੀ ਅਗਲੇ?
ਤੇ ਇਸ ਕਰਕੇ ਸੋਚ ਵਿਚਾਰ ਕੇ ਜਦੋਂ ਇਹਨਾਂ ਨੇ ਦੇਖਿਆ, ਇਹਨੂੰ ਕਲੀਅਰ ਹੋ ਗਿਆ ਕਿ ਮੈਨੂੰ ਨਹੀਂ ਗੌਲਦੇ, ਕਿਉਂਕਿ ਸਿੱਧੂ ਵੀ ਜਿੱਡਾ ਜਿੱਦੀ ਹੈ ਨਾ, ਬੀਜੇਪੀ 'ਚ ਸਿੱਧੂ ਦਾ ਬਹੁਤ ਕਿਰਦਾਰ ਸੀਗਾ, ਬੜੀ ਰਿਸਪੈਕਟ ਸੀ, ਪਰ ਅਸਲ ਦੇ ਵਿੱਚ ਜਦੋਂ ਉਹਦਾ ਨਿੱਜੀ ਤੌਰ ਤੇ ਸਿੰਘ ਫਸੇ ਉਹਦੇ ਮਜੀਠੀਏ ਨਾਲ, ਉਹ ਜਿੱਦ ਕਰਕੇ ਉਹਨੇ ਬੀਜੇਪੀ ਛੱਡੀ, ਅਦਰਵਾਈਜ਼ ਉਹਨੂੰ ਕੋਈ ਦਿੱਕਤ ਨਹੀਂ ਸੀ, ਬਹੁਤ ਵੱਡੇ ਵੱਡੇ ਉਹਦੇ ਮਿਲਦੇ ਸੀ ਉਹਨੂੰ। ਸੋ ਇਸ ਕਰਕੇ ਸਿੱਧੂ ਵੀ ਜਿਹੜਾ ਮਨ 'ਚੋਂ ਜਿੱਦ ਨਹੀਂ ਕੱਢਦਾ, ਉਹ ਵੀ ਜੱਟ ਵਾਲੀ ਅੜੀ ਕਰਦਾ, ਬਿਲਕੁਲ ਬੋਤੇ ਵਾਲਾ ਬੈਰ ਹੈ ਉਹਦਾ, ਰਹੇਗਾ ਵੀ ਕਪਤਾਨ ਦੇ ਨਾਲ, ਤੇ ਅਗਲਾ ਬੈਰ ਨਿਭਾ ਵੀ ਗਿਆ, ਮੋਤੀਆਂ ਵਾਲੀ ਸਰਕਾਰ ਨੂੰ ਮਿੱਟੀ 'ਚ ਮਿਲਾ ਗਿਆ ਇੱਕ ਵਾਰੀ। ਸੋ ਉਹ ਕਿਉਂ ਆਉਣ ਦੇਗਾ ਜੀ ਚੰਨੀ ਨੂੰ ਤੁਹਾਡੇ ਘਰੇ ਰੋਟੀ ਖਾਣ? ਨਹੀਂ ਆਉਣ ਦੇਗਾ। ਸੋ ਇਸ ਕਰਕੇ ਹੁਣ ਤਾਂ ਕਾਂਗਰਸ ਨੂੰ ਇਹ ਹੈ ਕਿ ਕੱਟਾ ਕੱਟੀ ਕਰ ਲੈਣਾ ਚਾਹੀਦਾ ਹੈ, ਕਪਤਾਨ ਸਾਹਿਬ ਨੂੰ ਵੀ ਆਪਣਾ ਹੀਜ ਪਿਆਜ ਜਨਤਕ ਹੋ ਕੇ ਲੜਨਾ ਚਾਹੀਦਾ ਹੈ। ਤੇ ਅੱਜ ਰਾਹੁਲ ਹੋਰੀ ਅਨੁਭਵਹੀਣ ਹੋ ਗਏ। ਜਦੋਂ ਕੈਪਟਨ ਸਾਹਿਬ ਦਾ ਬਿਆਨ ਸੀ ਕਿ ਰਾਹੁਲ ਪ੍ਰਧਾਨ ਮੰਤਰੀ ਬਣਨ ਦੇ ਯੋਗ ਹੈ, 1.5 ਸਾਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਆਇਆ ਸੀ 19 ਦੀ ਤੋਂ, ਤੇ ਉਦੋਂ ਉਹਦੇ 'ਚ ਕਾਬਲੀਅਤ ਸੀ। ਹੁਣ ਕਿਹੜਾ ਉਹ ਸ਼ਰਾਬੀ ਐਬੀ ਹੋ ਗਿਆ ਇੰਨੇ 'ਚ? ਇਹ ਕਪਤਾਨ ਸਾਹਿਬ ਦਾ ਬਿਆਨ ਹੈਗਾ ਕਿ ਰਾਹੁਲ ਬਿਲਕੁਲ ਪ੍ਰਧਾਨ ਮੰਤਰੀ ਬਣਨ ਦੇ ਯੋਗ ਹੈ। ਕਪਤਾਨ ਸਾਹਿਬ ਸੁਰਿੰਦਰਵੀਰ ਜਦੋਂ ਵੀ ਦਿੱਲੀ ਜਾਂਦੇ ਸੀ ਤੇ ਸਭ ਤੋਂ ਪਹਿਲਾਂ ਸੈਲਫੀ ਪਾ ਕੇ ਆਪ ਸੈਲਫੀ ਪਾਉਂਦੇ, ਹਾਲਾਂਕਿ ਉਹਦੇ ਮੁੰਡੇ ਦੀ ਉਮਰ ਦਾ ਹੈਗਾ ਇਹ ਸਾਰਾ ਹੀ, ਰਣਿੰਦਰ ਦੀ ਉਮਰ ਦਾ ਹੈ, ਤੇ ਉਹਦੇ ਨਾਲ ਕਿ ਕਾਂਗਰਸ ਪ੍ਰਧਾਨ ਨੂੰ ਰਾਹੁਲ ਜੀ ਨੂੰ ਮਿਲਿਆ ਮੈਂ, ਤੇ ਉਦੋਂ ਰਾਹੁਲ ਜੀ PM ਬਣਨ ਦੇ ਲਾਇਕ ਸੀਗੇ। ਅੱਜ ਰਾਹੁਲ ਜੀ ਤੁਹਾਡੇ ਅਨੁਭਵਹੀਣ ਹੋ ਗਏ ਕਿਉਂਕਿ ਗੱਦੀ ਤੋਂ ਹਟਾ ਦਿੱਤਾ ਜੀ। ਸੁਰਿੰਦਰਵੀਰ ਗੱਲ ਇਹ ਆ ਕਿ ਦੇਖੋ, ਜਿਹੜਾ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਮਹਿਲ ਨਹੀਂ ਗਿਆ, ਉਹ ਵੀ ਰਾਹੁਲ ਗਾਂਧੀ ਨੇ ਹੀ ਰੋਕਿਆ ਹੋਇਆ, ਕਿਉਂਕਿ ਜਿੰਨੀ ਉਹਨਾਂ ਦੀ ਕਪੱਤ ਕੀਤੀ ਗਈ ਹੈ ਕੈਪਟਨ ਵੱਲੋਂ। ਜਿਸ ਦਿਨ ਅਸਤੀਫਾ ਦਿੱਤਾ ਉਸ ਦਿਨ ਰਾਤ ਨੂੰ ਜਿਸ ਤਰ੍ਹਾਂ ਨੈਸ਼ਨਲ ਮੀਡੀਆ ਦੇ ਉੱਤੇ ਸਾਰੇ ਦੇ ਸਾਰਾ ਕੈਪਟਨ ਅਮਰਿੰਦਰ ਸਿੰਘ ਦੀਆਂ ਵਾਰ-ਵਾਰ ਹਰ ਇੱਕ ਨੂੰ ਇੰਟਰਵਿਊ ਚੱਲਦੀਆਂ ਰਹੀਆਂ, ਪੂਰਾ ਮੈਨੇਜ ਕੀਤਾ ਇਹਨਾਂ ਨੇ, ਕੱਲੇ ਨੂੰ ਸੱਦ ਕੇ ਇੰਟਰਵਿਊ ਦਿੱਤੀ ਆ। ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿਸੇ ਨੂੰ ਮਿਲਦਾ ਨਹੀਂ ਸੀ, ਮਹੀਨਿਆਂ ਬੱਧੀ ਨਹੀਂ ਕਿ ਸਾਲਾਂ ਬੱਧੀ ਨਹੀਂ ਸੀ ਮਿਲਦਾ, ਕਦੀ ਫੇਸ ਟੂ ਫੇਸ ਨਹੀਂ ਸੀ ਹੁੰਦਾ ਮੀਡੀਆ ਨੂੰ, ਉਹਨੇ ਕੱਲੇ ਨੂੰ ਸੱਦ ਕੇ ਬਾਈਟ ਦਿੱਤੀ ਆ। ਤੇ ਉਤੋਂ ਰਾਹੁਲ ਗਾਂਧੀ ਵੀ ਖਫਾ ਸੀ, ਇਸੇ ਕਰਕੇ ਆਇਆ, ਤੇ ਇਸੇ ਕਰਕੇ ਹੀ ਉਹ ਜਿਹੜਾ ਸਿੱਧਾ ਚੰਨੀ ਨੂੰ ਕਹਿ ਕੇ ਚਲਾ ਗਿਆ ਕਿ ਤੁਸੀਂ ਉੱਥੇ ਨਹੀਂ ਜਾਣਾ, ਇਸੇ ਕਰਕੇ ਉਹ ਨਹੀਂ ਗਿਆ। ਬਾਕੀ ਜਿਹੜਾ ਖੇਮਾ ਤੁਸੀਂ ਦੇਖੋ, ਕਿਸੇ ਨੇ ਸੋਚਿਆ ਸੀ ਗੁਰਜੀਤ ਔਜਲਾ ਜਿਹੜਾ ਉਹ ਨਵਜੋਤ ਸਿੱਧੂ ਨਾਲ ਤੇਜ਼ ਖੇਮੇ ਨਾਲ ਆ ਕੇ ਖੜੇਗਾ? ਕਿਸੇ ਨੇ ਸੋਚਿਆ ਸੀ OP ਸੋਨੀ ਇੱਧਰ ਆ ਕੇ ਖੜੇਗਾ? ਕਿਸੇ ਨੇ ਸੋਚਿਆ ਸੀ ਰਾਜਕੁਮਾਰ ਵੇਰਕਾ ਇੱਧਰ ਆ ਕੇ ਖੜੇਗਾ? ਕੌਣ ਬਚੇਗਾ ਹੁਣ? ਬਚੇਗਾ ਕੀ ਗੁਰਪ੍ਰੀਤ ਕਾਂਗੜਾ ਕੱਲਾ ਜਾ ਕੇ ਬਠਿੰਡਾ ਜ਼ਿਲ੍ਹਾ ਲੈ ਜਾਏਗਾ? ਸਾਧੂ ਸਿੰਘ ਧਰਮਸੋਤਾ ਕਿੰਨੇ ਜਣੇ ਨਾਲ ਜਾਣਗੇ? ਉਹ ਦਿਨੇ ਪਟਾਕੇ ਚਲਾਉਣਗੇ ਨਾਭੇ ਵਾਲੇ ਜਦੋਂ ਪਤਾ ਲੱਗ ਗਿਆ ਕਿ ਐਤਕੀ ਮੰਤਰੀ ਨਹੀਂ ਬਣਾਇਆ, ਜੋ ਨਾਭੇ 'ਚ ਹਾਲਤ ਆ। ਠੀਕ ਹੈ, ਰਾਣਾ ਸੋਢੀ ਆ, ਉਹ ਆਪਣੀ ਜਗ੍ਹਾ ਤੇ ਬੈਠਾ, ਠੀਕ ਆ, ਉਹ ਤਾਂ ਜਿਸ ਤਰੀਕੇ ਨਾਲ ਉੱਥੇ ਤਾਰਿਆ, ਜਿੱਦਾਂ ਲਿਆਂਦਾ, ਜਿੱਦਾਂ ਨੂੰ ਹਾਈਲਾਈਟ ਕੀਤਾ, ਉਹ ਤਾਂ ਕੈਪਟਨ ਦੀ ਬਦੌਲਤ ਸੀ ਸਾਰਾ ਕੁਝ। ਠੀਕ ਆ, ਉਹ ਆਈ ਵਾਰ ਜਿੱਤਦਾ ਰਿਹਾ, ਲਗਾਤਾਰ ਉਹਦੀ ਜਿੱਤ ਹੁੰਦੀ ਤੁਰੀ ਆ ਰਹੀ ਹੈ, ਮੰਤਰੀ ਵੀ ਬਣਾਇਆ, ਸਭ ਕੁਝ ਹੋਇਆ। ਹੁਣ ਕਿਤੇ ਨਾ ਕਿਤੇ ਗੱਲਾਂ ਇਹ ਨੇ, ਕਿੰਨੇ ਬੰਦੇ ਉਹਦੇ ਨਾਲ ਤੁਰ ਜਾਣਗੇ? ਠੀਕ ਹੈ, ਹੁਣ ਕੈਪਟਨ ਖੇਮੇ ਚੋਂ ਆ, ਹੁਣ ਬਲਵੀਰ ਸਿੰਘ ਸਿੱਧੂ ਜਾ ਕੇ ਦਿੱਲੀ ਬੈਠਾ ਅੰਬਿਕਾ ਸੋਨੀ ਕੋਲੇ ਕਿ ਮੈਨੂੰ ਐਡਜਸਟ ਕਰਾਓ। ਹੁਣ ਜੇ ਕੋ ਅੰਬਿਕਾ ਸੋਨੀ ਜਿਹੜੀ ਆ, ਅੰਬਿਕਾ ਸੋਨੀ ਵੀ ਜੇ ਕਹਿ ਦੋ ਕਿ ਕੈਪਟਨ ਖੇਮੇ ਵੱਲ ਨੂੰ ਕਿਤੇ ਦਾਣਾ ਸੁੱਟ ਜੂ, ਉਹਨੇ ਨਹੀਂ ਸੁੱਟਣਾ। ਭੁੱਲ ਜਾਓ, ਹਾਈ ਕਮਾਂਡ 'ਚ ਕੋਈ ਨਹੀਂ ਬੰਦਾ ਲੱਭਣਾ। ਜਿਹੜਾ G23 ਆ ਉਹਦੇ ਵਿੱਚ ਉਹ ਜਿਹੜੇ ਆ, ਉਹਨਾਂ ਨੂੰ ਕਿਸੇ ਨੂੰ ਇਹਨਾਂ ਨੇ ਨੇੜੇ ਨਹੀਂ ਲੱਗਣ ਦੇਣਾ, ਹਾਈ ਕਮਾਂਡ ਨੇ, ਉਹਨਾਂ ਤੋਂ ਪਹਿਲਾਂ ਹੀ ਖਫਾ ਨੇ। ਇਸੇ ਕਰਕੇ ਮਸਲੇ ਨੂੰ ਇੱਥੋਂ ਤੱਕ ਲਟਕਾ ਕੇ ਲੈ ਕੇ ਆਏ ਆ, ਕਿਉਂਕਿ ਜਿਹੜੀ ਗਲਤੀ ਪਹਿਲਾਂ ਕਰ ਚੁੱਕਿਆ ਰਾਹੁਲ ਗਾਂਧੀ, ਖਾਸ ਕਰਕੇ ਮੱਧ ਪ੍ਰਦੇਸ਼ ਵਾਲੇ ਮਸਲੇ ਦੇ ਵਿੱਚ, ਉਹਨੇ ਜਿਸ ਤਰ੍ਹਾਂ ਜੋਤੀਰਾਜ ਸਿੰਧੀਆ ਨੂੰ ਗਵਾਇਆ, ਉਧਰ ਜਤਨ ਪ੍ਰਸਾਦ ਨੂੰ ਗਵਾਇਆ, ਉਹਦੇ ਤੋਂ ਖਫਾ ਹੈ, ਕਿਉਂਕਿ ਜਿਹੜੀ ਉਹਦੀ ਟੀਮ ਸੀ ਉਹ ਟੁੱਟੀ ਆ, ਤੇ ਉਹ ਆਪਣੀ ਟੀਮ ਨਹੀਂ ਸੀ ਟੁੱਟਣ ਦੇਣੀ ਚਾਹੁੰਦਾ, ਉਹਨੂੰ ਪਤਾ ਸੀ। ਦੂਸਰੀ ਗੱਲ, ਕੈਪਟਨ ਦੇ ਫੇਵਰ 'ਚ ਜਾਂਦਾ ਹੀ ਕੱਖ ਨਹੀਂ ਸੀ ਪੂਰੀ ਸਟੇਟ ਤੋਂ, ਆਪਾਂ ਨੂੰ ਤਾਂ ਪਤਾ ਸੀ ਪਟਿਆਲੇ ਦੀ ਹਾਲਤ ਕੀ ਹੋਈ ਸੀ, ਕਿਹੜਾ ਚੌਂਕ ਸੀ, ਕਿਹੜੀ ਗਲੀ ਸੀ, ਕਿਹੜਾ ਮਹੱਲਾ ਸੀ ਜਿਹਦੇ ਵਿੱਚ ਧਰਨਾ ਨਹੀਂ ਸੀਗਾ। ਹੁਣ ਕਹਿ ਦਈਏ ਪੌਣੇ 5 ਸਾਲ ਹੋ ਗਏ ਪਟਿਆਲੇ ਨੂੰ ਪੱਟਦਿਆਂ, ਕਿਹੜਾ ਮੰਨਾ ਪਟਿਆਲੇ ਦਾ ਸੁਧਰ ਗਿਆ? ਦੱਸੋ, ਕੋਈ ਸੁਧਰ ਗਿਆ? ਹੁਣ ਜੇ ਤੁਸੀਂ ਉੱਥੇ ਬੱਸ ਸਟੈਂਡ ਬਣਾਉਣਾ ਸੀ, 17 'ਚ ਪਾਵਰ 'ਚ ਆਏ, ਉਦੋਂ ਤੋਂ ਸ਼ੁਰੂ ਹੁੰਦੇ, ਸਾਲ 1.5 ਸਾਲ 'ਚ ਬਣ ਕੇ ਤਿਆਰ ਹੋ ਜਾਂਦਾ। ਹੁਣ ਲੈ ਕਹਿੰਦੇ ਜੀ ਮੈਂ ਨਵੰਬਰ ਦੇ ਅਖੀਰ 'ਚ ਜਾ ਕੇ ਦਸੰਬਰ ਦੇ ਪਹਿਲੇ ਹਫ਼ਤੇ ਉਹਦਾ ਉਦਘਾਟਨ ਕਰੂੰਗਾ, ਕਰ ਲਾ ਉਦਘਾਟਨ। ਹੁਣ ਗੱਲ ਤੇ ਆ ਕਿ ਕੋਈ ਸਿਆਣਪ ਵਾਲਾ ਕੰਮ ਤਾਂ ਪਹਿਲੇ ਦਿਨੋਂ ਹੀ ਨਹੀਂ ਕੀਤਾ। ਇੱਕ ਮੁੱਖ ਮੰਤਰੀ ਲਈ ਕੀ ਔਖਾ ਹੁੰਦਾ ਕਿ ਆਪਣੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਬਣਾਉਣਾ। ਹੁਣ ਸਮੱਸਿਆ ਕੀ ਸੀ ਕਿ ਬੱਸ ਸਟੈਂਡ ਪਹਿਲਾਂ ਜਿਹੜਾ ਸੀਗਾ
ਉਹ ਬਣਾਇਆ ਗਿਆ ਸੀਗਾ ਇਕਬਾਲ ਇੰਨ ਦੇ ਸਾਹਮਣੇ। ਸੁਖਬੀਰ ਸਿੰਘ ਬਾਦਲ ਨੇ 2009 ਦੀ ਪਾਰਲੀਮੈਂਟ ਤੋਂ ਪਹਿਲਾਂ ਉੱਥੇ ਨੀਂਹ ਪੱਥਰ ਰੱਖਤਾ ਸੀ। ਉਹ ਡਿਸਪਿਊਟਡ ਜਗ੍ਹਾ ਨਿਕਲ ਆਈ, ਰੌਲਾ ਪੈ ਗਿਆ। ਹੁਣ ਇਹਨਾਂ ਨੇ ਜਿੱਥੇ ਬਣਾਇਆ ਉਹਦੇ ਨਾਲ ਜਿਹੜੇ ਉਹ ਮਾਰਬਲ ਵਾਲੀਆਂ ਦੁਕਾਨਾਂ ਉਹ ਕਿਉਂ ਨਹੀਂ ਚੁਕਾਈਆਂ ਗਈਆਂ? ਮੋਟੀਆਂ ਰਕਮਾਂ ਲੈ ਕੇ ਉੱਥੋਂ ਛੱਡ ਦਿੱਤੀਆਂ ਗਈਆਂ। ਉਹ ਚੁਕਾਉਂਦੇ। 2 ਸੜਕਾਂ ਦੇ ਨੂੰ ਜਿਹੜਾ ਸੀਗਾ ਉਹ ਬੱਸ ਸਟੈਂਡ ਲੱਗਦਾ, ਜਿਹੜਾ ਸਰਹੰਦ ਵੱਲ ਨੂੰ ਅੰਮ੍ਰਿਤਸਰ ਵੱਲ ਨੂੰ ਉਧਰ ਜਿੰਨਾ ਵੀ ਉਸ ਰੂਟ ਨੂੰ ਜਾਣ ਵਾਲੀ ਬੱਸ ਸੀ ਉਹ ਸਿੱਧੀ ਉਸ ਰੂਟ ਤੇ ਪੈਂਦੀ, ਉਸ ਗੇਟ ਤੋਂ ਨਿਕਲਦੀ। ਦੂਸਰੀ ਗੱਲ, ਅੱਗੇ ਜਾ ਕੇ ਜਿਹੜੀ ਰੇਲਵੇ ਕ੍ਰਾਸਿੰਗ ਆ DCW ਕੋਲੇ, ਉਹ ਤੇ ਇੱਕ ਫਲਾਈਓਵਰ ਆ, ਉਹ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ। ਤੁਸੀਂ ਰਾਜਪੁਰਾ ਬਾਈਪਾਸ ਤੋਂ ਲੈ ਕੇ ਸਰਹੰਦ ਬਾਈਪਾਸ ਤੱਕ ਦੀ ਉਹ ਸੜਕ ਨੂੰ ਨਹੀਂ 4 ਲਾਈਨ ਕਰ ਸਕੇ। ਉਹ ਅਕਾਲੀ ਦਲ ਉਦੋਂ ਬਣਾ ਗਿਆ ਜਿੰਨੀ ਬਣਾ ਗਿਆ। ਤੁਸੀਂ 2002 ਤੋਂ 7 ਤੱਕ ਰਹਿ ਕੇ ਗਏ ਆ। ਚੰਡੀਗੜ੍ਹ ਤੋਂ ਪਟਿਆਲਾ 4 ਲਾਈਨ ਨਹੀਂ ਤੁਹਾਡੇ ਤੋਂ ਹੋਈ। ਹੁਣ ਤੁਹਾਡੇ ਤੋਂ ਸਰਹੰਦ ਤੋਂ ਲੈ ਕੇ ਪਟਿਆਲਾ ਤੱਕ ਨਹੀਂ ਹੋਈ। ਕਿੰਨੀ ਬਣਦੀ ਆ? 12 ਤੱਕ ਬਣੀ ਹੋਈ ਆ। ਅੱਗੇ ਕਿੰਨੀ ਕੋ ਬਚਦੀ ਆ? 20 ਕਿਲੋਮੀਟਰ ਨਹੀਂ ਬਚਦੀ। 20 ਕਿਲੋਮੀਟਰ ਸੜਕ ਨਹੀਂ ਤੁਸੀਂ ਪੌਣੇ 5 ਸਾਲ 'ਚ ਉਹਨੂੰ 4 ਲਾਈਨ ਕਰ ਸਕੇ। ਹੁਣ ਗੱਲ ਤੇ ਆ ਕਿ ਜਦੋਂ ਤੁਸੀਂ ਕਰਨਾ ਹੀ ਕੱਖ ਨਹੀਂ ਹੈ, ਮਹਿਲ 'ਚੋਂ ਬਾਹਰ ਨਹੀਂ ਨਿਕਲਣਾ, ਜਦੋਂ ਤੁਸੀਂ ਸੜਕ ਤੇ ਚੱਲਣਾ ਨਹੀਂ, ਤੁਸੀਂ ਹੈਲੀਕਾਪਟਰ 'ਚ ਚੜ੍ਹਨਾ, ਹੈਲੀਕਾਪਟਰ 'ਚ ਉਤਰਨਾ, ਗੱਲ ਖਤਮ ਆ ਤੁਹਾਡੀ। ਰੋਡ ਤੇ ਚੱਲਣਾ ਤੈਨੂੰ ਪਤਾ ਹੋਵੇ, ਪਰ ਜਦੋਂ ਤੁਸੀਂ ਰੋਡ ਤੇ ਚੱਲਣਾ ਉਦੋਂ ਰੂਟ ਲੱਗ ਜਾਣਾ, ਕਿਸੇ ਹੋਰ ਨੂੰ ਸੜਕ ਤੇ ਚੱਲਣ ਹੀ ਨਹੀਂ ਦੇਣਾ। ਇਸ ਕਰਕੇ ਗਲਤੀ ਤੇ ਗਲਤੀ ਕੀਤੀ ਹੋਈ ਆ। ਪਰ ਸੁਰਿੰਦਰ ਵੀਰ, ਜਿਸ ਤਰ੍ਹਾਂ ਦੇ ਕੈਪਟਨ ਦੇ ਬਿਆਨ ਆ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਹਰ ਕੀਮਤ ਤੇ ਹਰਾਵਾਂਗਾ, ਇਹ ਪਾਰਟੀ ਲਈ ਘਾਤਕ ਹੈ, ਖਤਰਨਾਕ ਹੈ, ਤੇ ਵੱਡੇ ਤੋਂ ਵੱਡਾ ਉਮੀਦਵਾਰ ਇਹਦੇ ਖਿਲਾਫ 22 'ਚ ਉਤਾਰਾਂਗਾ, ਤੇ ਇਸ ਦੌਰਾਨ ਹਰ ਕੁਰਬਾਨੀ ਕਰਨ ਲਈ ਮੈਂ ਤਿਆਰ ਹਾਂ। ਕੁਰਬਾਨੀ ਪਤਾ ਨਹੀਂ ਕਿਹੜੇ ਹੁਣ ਆਲੂ ਪੱਟੂਗਾ। ਤੇ ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੂੰ ਤਾਂ ਟਾਰਗੇਟ ਕੀਤਾ ਹੀ ਹੈ, ਤੇ ਰਾਹੁਲ ਤੇ ਪ੍ਰਿੰਕਾ ਨੂੰ ਵੀ ਟਾਰਗੇਟ ਕੀਤਾ। ਕੀ ਹੁਣ ਕਿੰਨੀ ਕੁ ਦੇਰ ਇਹਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਸਬਰ ਦਾ ਪਿਆਲਾ ਉਹਨਾਂ ਦਾ ਨਹੀਂ ਉਛਲੇਗਾ? ਜੀ, ਗੱਲ ਇਹ ਆ, ਬੱਕਰੇ ਦੀ ਮਾਂ ਕਿੰਨੀ ਦੇਰ ਖੈਰ ਮਨਾਉਂਗੀ? ਠੀਕ ਆ, ਇੱਕ ਦਿਨ ਤਾਂ ਆਉਣੀ ਹੈ ਨਾ। ਹੁਣ ਗੱਲ ਤੇ ਆ, ਜੇ ਸਿਆਣਪ ਹੁੰਦੀ, ਸੱਤਾ ਆਉਂਦੀ ਆ ਤੇ ਚਲੀ ਜਾਂਦੀ ਆ, ਸਾਰੀ ਉਮਰ ਸੱਤਾ ਨਾਲ ਵੱਜਿਆ ਨਹੀਂ ਰਹਿ ਸਕਦਾ। ਇੱਥੇ ਕਿੰਨੇ ਮੁੱਖ ਮੰਤਰੀ ਪੰਜਾਬ 'ਚ ਚੇਂਜ ਹੋਏ ਆ? ਇਹ ਝਗੜੇ ਅੱਜ ਥੋੜੀ ਚੱਲੇ ਆ। ਇਹ ਤਾਂ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਵੀ ਇਹੀ ਕੁਛ ਸੀਗਾ। ਠੀਕ ਹੈ, ਗਿਆਨੀ ਗੁਰਮੁਖ ਸਿੰਘ ਮੁਸਾਫਰ ਆਏ ਸੀ, ਉਦੋਂ ਕੀ ਹੋਇਆ ਸੀ? ਉਦੋਂ ਵੀ ਤੇ ਇਹੀ ਕੁਛ ਹੋਇਆ ਸੀ। ਬੇਅੰਤ ਸਿੰਘ ਦੇ ਟਾਈਮ 'ਚ ਕੀ ਸੀ? ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦੇ ਟਾਈਮ 'ਚ ਕੀ ਸੀਗਾ? ਤੇ ਤੁਹਾਡੀ ਪਿਛਲੀ ਵਜ਼ਾਰਤ 'ਚ ਕੀ ਸੀ? ਇਹ ਤਾਂ ਸਮਝੋ ਕਿ ਤੁਹਾਡਾ ਕੋਈ ਆਧਾਰ ਨਾ ਹੋਣ ਦੇ ਬਾਵਜੂਦ ਤੁਹਾਨੂੰ ਕਾਂਗਰਸ ਨੇ ਸਿਰ ਤੇ ਬਿਠਾਇਆ, ਤੇ ਤੁਸੀਂ ਕੇਵਲ ਉਸ ਪਰਿਵਾਰ ਨਾਲ ਜਿਹੜਾ ਤੁਹਾਡਾ ਜਰਾਨਾ ਸੀ, ਉਸ ਜਰਾਨੇ ਦੇ ਬਿਹਾਵ ਦੇ ਉੱਤੇ ਜਦੋਂ ਤੁਸੀਂ ਚੋਣ ਆਉਂਦੀ ਆ ਉਦੋਂ ਆ ਕੇ ਪ੍ਰਧਾਨਗੀ ਸਾਂਭ ਲੈਂਦੇ ਹੋ। ਜਿੱਦਣ ਤੁਸੀਂ ਹਾਰ ਜਾਂਦੇ ਹੋ ਉਦੋਂ ਪ੍ਰਧਾਨਗੀ ਛੱਡ ਕੇ ਤੁਸੀਂ ਤੁਰ ਜਾਂਦੇ ਹੋ, ਕਹਿੰਦੇ ਜੀ ਹੁਣ ਜਿਹਨੂੰ ਮਰਜ਼ੀ ਦੇ ਦਿਓ। ਹੁਣ 1998 'ਚ ਪ੍ਰਧਾਨਗੀ ਮਿਲੀ ਤਾਂ 2002 ਤੱਕ ਹੰਡਾਈ, ਸੱਤਾ ਮਿਲ ਗਈ, ਸੱਤਾ 'ਚ ਬੈਠ ਗਏ। ਪ੍ਰਧਾਨਗੀ ਹੰਸਪਾਲ ਨੂੰ ਚਲੀ ਗਈ, ਹੰਸਪਾਲ ਤੋਂ ਸ਼ਮਸ਼ੇਰ ਸਿੰਘ ਦੂਲੋ ਕੋਲ ਗਈ, ਆਕੜ ਕੇ ਬੈਠ ਗਿਆ, ਕਪੂਰਥਲਾ ਹਾਊਸ ਬੈਠਾ ਰਿਹਾ, ਕਹਿੰਦਾ ਮੈਂ ਨਹੀਂ ਜਾਂਦਾ ਵਧਾਈ ਦੇਣ ਕਿਸੇ ਨੂੰ, ਨਾ ਹਾਈ ਕਮਾਂਡ ਨੂੰ ਦਿਆਂ, ਜੇ ਮੇਰੀ ਮਰਜ਼ੀ ਦਾ ਬੰਦਾ ਲਾਉਂਗੇ ਠੀਕ ਆ, ਨਹੀਂ ਤੇ ਮੈਂ ਚੱਲਿਆ ਪੰਜਾਬ। ਆਕੜ ਕੇ ਆ ਗਿਆ। 2007 ਦੀ ਚੋਣ ਹਾਰਿਆ ਤੇ ਚੁੱਪ ਕਰਕੇ ਬਹਿ ਗਿਆ ਵਿਧਾਨ ਸਭਾ 'ਚ, ਕਹਿੰਦੇ ਆਪੋਜੀਸ਼ਨ ਦਾ ਲੀਡਰ ਜਿਹੜਾ ਉਹ ਰਜਿੰਦਰ ਕੌਰ ਭੱਟਲ ਨੂੰ ਬਣਾ ਦਿਓ, ਮੈਂ ਨਹੀਂ ਬਣਨਾ। ਹੁਣ ਇੱਕ ਦੇ ਬਾਅਦ ਇੱਕ ਤੁਸੀਂ ਹਾਲਾਤ ਜਿਹੜੇ ਉਹ ਜਾਣਬੁੱਝ ਕੇ ਵਿਗਾੜੇ ਆ। ਜਦੋਂ ਉਸ ਵੇਲੇ 97 ਤੋਂ ਲੈ ਕੇ 2002 ਤੱਕ ਰਜਿੰਦਰ ਕੌਰ ਭੱਟਲ ਆਪੋਜੀਸ਼ਨ ਦੀ ਲੀਡਰ ਸੀ, ਉਦੋਂ ਉਹਨੂੰ ਲਾ ਕੇ ਤੇ ਉਹਦੀ ਜਗ੍ਹਾ ਜਿਹੜਾ ਸੀਗਾ ਉਹ ਚੌਧਰੀ ਜਗਜੀਤ ਨੂੰ ਬਣਵਾਤਾ ਸੀਗਾ, ਕਹਿੰਦੇ ਇਹਨੂੰ ਬਣਾ ਦਿਓ ਜੀ। ਇਹੀ ਕੁਛ ਜਦੋਂ 2012 ਦੀ ਚੋਣ ਆਈ ਉਦੋਂ ਫਿਰ ਪ੍ਰਧਾਨਗੀ ਸਾਂਭ ਲਈ ਕਿ ਮੈਨੂੰ ਪ੍ਰਧਾਨਗੀ ਦਿਓ। ਪ੍ਰਧਾਨਗੀ ਸਾਂਭ ਲਈ, ਜਦ 12 ਦੀ ਚੋਣ ਹਾਰ ਗਈ ਫਿਰ ਸ਼੍ਰੀਮਾਨ ਜੀ ਭੱਜ ਗਏ। ਜਦੋਂ ਪ੍ਰਧਾਨਗੀ ਉਹਨਾਂ 2 ਜਗ੍ਹਾ ਦੇ ਕੇ ਅਖੀਰ ਜਦੋਂ ਪ੍ਰਤਾਪ ਬਾਜੂ ਕੋ ਗਈ ਫਿਰ ਰੌਲਾ ਪਾ ਲਿਆ। ਹੁਣ ਜਿਹੜਾ ਨਵਜੋਤ ਸਿੱਧੂ ਨਾਲ ਕਰਦਾ ਉਹੀ ਉਦੋਂ ਪ੍ਰਤਾਪ ਬਾਜਵੇ ਨਾਲ ਸੀਗਾ। ਉਦੋਂ ਜਿੰਨੀ ਦੇਰ ਤੱਕ ਰਾਹੁਲ ਗਾਂਧੀ ਮੰਨਿਆ ਨਹੀਂ ਓਨੀ ਦੇਰ ਕਹੀ ਜਾਵੇ ਉਹ ਬੱਚੇ ਆ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਸਿਆਸਤ ਨਹੀਂ ਪਤਾ, ਇਹ ਪਾਰਟੀ ਪ੍ਰਧਾਨ ਦੇ ਪ੍ਰਾਈਮ ਮਿਨਿਸਟਰ ਬਣਨ ਦੇ ਲਾਇਕ ਹੀ ਨਹੀਂ ਹੈ। ਜਦੋਂ ਸਮਝੌਤਾ ਹੋ ਗਿਆ ਫਿਰ ਕਹਿਣ ਲੱਗ ਗਿਆ ਕਿ ਰਾਹੁਲ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਆ। ਹੁਣ ਜਦੋਂ ਦੁਬਾਰਾ ਉਤਾਰਿਆ
ਹੁਣ ਫੇਰ ਕਹਿਣ ਲੱਗ ਗਿਆ ਕਿ ਉਹ ਬੱਚੇ ਆ, ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹੈ। ਮਤਲਬ ਪਤਾ ਸਾਰਾ ਕੁਝ ਜਾਂ ਤੈਨੂੰ ਜਾਂ ਲਾਹੌਰ ਵਾਲਿਆਂ ਨੂੰ, ਹੋਰ ਕਿਸੇ ਨੂੰ ਪਤਾ ਹੀ ਕੱਖ ਨਹੀਂ ਹੈ। ਡੰਡੇ ਨਾਲ ਰਾਜਨੀਤੀ ਨਹੀਂ ਚੱਲਦੀ ਹੁੰਦੀ, ਡੰਡੇ ਨਾਲ ਉਦੋਂ ਚੱਲਦੀ ਹੁੰਦੀ ਆ ਜੋ ਤੁਸੀਂ ਨੈਸ਼ਨਲ ਲੈਵਲ ਤੇ ਬੈਠੇ ਹੋ। ਹੁਣ ਜੇ ਡੰਡੇ ਨਾਲ ਚਲਾਈ ਵੀ ਆ ਉਹਨਾਂ ਨੇ, ਤੇ ਦੇਖ ਲਓ ਉਹਨਾਂ ਦਾ ਵੀ ਅਸਰ ਉੱਪਰਲੇ ਲੈਵਲ ਤੇ ਕੀ ਹੋਇਆ ਹੋਇਆ। ਹਮੇਸ਼ਾ ਡੰਡਾ ਨਹੀਂ ਚੱਲਦਾ ਹੁੰਦਾ। ਰਾਜਨੀਤੀ ਇਹ ਆ ਕਿ ਤੁਸੀਂ ਆਪਣੇ ਮਨ ਦੀ ਵੀ ਪਗਾ ਲਓ, ਪਰ ਇੱਕ ਵਾਰ ਜਿਹੜੇ ਤੁਹਾਡੇ ਸਹਿਯੋਗੀ ਆ, ਸੀਨੀਅਰ ਆ, ਬਹਿ ਕੇ ਉਹਨਾਂ ਸਾਰਿਆਂ ਦੀ ਸਲਾਹ ਲੈ ਲਓ, ਤੇ ਮੁੜ ਕੇ ਜਿਹੜਾ ਤੁਹਾਡਾ ਧੜਾ ਹੁੰਦਾ ਉਹ ਹੌਲੀ ਹੌਲੀ ਕਰਕੇ ਸਾਰੇ ਮਸਲੇ ਨੂੰ ਠੰਡਾ ਕਰਦਾ, ਪਾਵਰ ਲਿਆ ਕੇ ਤੁਹਾਨੂੰ ਦੇ ਦੇਵੇ ਕਿ ਅੰਤਮ ਨਿਰਣਾ ਲੈਣ ਦਾ ਫੈਸਲਾ ਇਹਨਾਂ ਨੂੰ ਦਿੱਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਕਿਉਂ ਕਾਮਯਾਬ ਰਿਹਾ? ਉਹਦੇ ਕਾਮਯਾਬ ਰਹਿਣ ਦਾ ਕਾਰਨ ਇੱਕ ਸੀ ਕਿ ਸ਼ੁਰੂ 'ਚ ਕੱਖ ਨਹੀਂ ਬੋਲਣਾ, ਚੁੱਪ ਬੈਠੇ ਰਹਿਣਾ। ਜਿਹੜੇ ਆਪਣੇ ਖਾਸ ਹੁੰਦੇ ਸੀ ਉਹਨਾਂ ਨੂੰ ਪੱਟੀ ਪੜਾ ਦੇਣੀ, ਤੇ ਪੱਟੀ ਪੜਾ ਦਿੱਤੀ। ਜਿੰਨਾ ਆਰਾਮ ਰੌਲਾ ਪੈਣਾ ਸੀ, ਜਿੰਨਾ ਰੌਲਾ ਪਾ ਲਿਆ ਸਾਰਿਆਂ ਨੇ ਪਾ ਲਿਆ। ਅਖੀਰ ਤੇ ਕਹਿਣਾ ਜੀ ਹੁਣ ਪਾਰਟੀ ਪ੍ਰਧਾਨ ਨੂੰ ਇਹਦੇ ਅਧਿਕਾਰ ਦੇ ਦਿੱਤੇ ਜਾਣ। ਪਾਰਟੀ ਪ੍ਰਧਾਨ ਨੂੰ ਅਧਿਕਾਰ ਦੇ ਦਿੱਤੇ, ਫਿਰ ਪਾਰਟੀ ਪ੍ਰਧਾਨ ਨੇ ਫੈਸਲਾ ਕਰਤਾ। ਕਹਿੰਦਾ ਜੀ ਅਧਿਕਾਰ ਤਾਂ ਤੁਸੀਂ ਦੇ ਦਿੱਤੇ ਸੀ, ਹੁਣ ਫੈਸਲਾ ਤਾਂ ਫਿਰ ਹੋਣਾ ਹੀ ਸੀਗਾ। ਰੌਲਾ ਪੋ ਜਿੰਨਾ ਪੈਣਾ ਸੀ ਪੈ ਲਿਆ, ਲਾਲਾ ਕਰਕੇ ਐਂਡ ਤੇ ਜਾ ਕੇ ਨਿਬੇੜਾ ਕਰ ਦਿੰਦੇ ਸੀ। ਇਸ ਕਰਕੇ ਜੋ ਮਰਜ਼ੀ ਕਰੇ ਇਹ ਕਰਨਾ ਹੀ ਸੀ। ਜੇ ਉਹ ਇਹਨੂੰ ਉਤਾਰਦੇ ਨਹੀਂ ਸੀ ਤਦ ਵੀ ਉਹ ਡੁੱਬੇ ਹੋਏ ਸੀ, ਜੇ ਇਹਨੂੰ ਉਤਾਰਿਆ। ਇੱਕ ਸਵਾਲ ਬੜਾ ਵਧੀਆ ਹੈ ਸੁਰਿੰਦਰ ਵੀਰ, ਹਰਵਿੰਦਰ ਪਾਂਸਟਾ ਕਹਿੰਦੇ ਕੈਪਟਨ ਦਾ ਕਹਿੰਦਾ ਆਪ ਕਾਂਗਰਸ 'ਚ ਹੈ, ਕਿਹੜੀ ਪਾਰਟੀ ਵੱਲੋਂ ਸਿੱਧੂ ਖਿਲਾਫ ਕੈਂਡੀਡੇਟ ਉਤਾਰੇਗਾ? ਇਹਦਾ ਮਤਲਬ ਬੀਜੇਪੀ ਵੱਲੋਂ ਹੀ ਉਤਾਰੇਗਾ ਨਾ, ਹੋਰ ਕਿਹਦੇ ਵੱਲੋਂ ਉਤਾਰੇਗਾ? ਨਹੀਂ, ਮੈਂ ਸ਼ੁਰੂ 'ਚ ਇੱਕ ਗੱਲ ਕਹੀ ਸੀਗੀ, ਮੈਂ ਕਿਉਂਕਿ ਦੇਖੋ ਏਦਾਂ ਦੇ ਮਸਲੇ ਬੜੇ ਮੈਂ ਪਿੰਡਾਂ ਦੇ ਦੇਖੇ ਹੋਏ ਆ। ਮੈਂ ਇੱਕ ਗੱਲ ਕਹੀ ਸੀਗੀ ਕਿ ਆਮ ਪਿੰਡਾਂ 'ਚ ਚੱਲਦੀ ਹੁੰਦੀ, ਕਹਿੰਦੇ ਬੁੜਾ ਹਿੱਲ ਗਿਆ। ਠੀਕ ਹੈ, ਹੁਣ ਹਿੱਲ ਚੁੱਕਿਆ। ਪਰ ਹਿੱਲਿਆ ਹੋਇਆ ਬੁੜਾ ਸੁਰਿੰਦਰ ਬਾਈ ਵਿਰੋਧੀਆਂ ਨੂੰ ਬਹੁਤ ਰਾਸ ਆਉਂਦਾ ਹੈ ਜਦੋਂ ਬੁੜਾ ਉੱਥੇ ਜਾ ਕੇ ਬੋਲਦਾ, ਅਗਲਾ ਕਹਿੰਦਾ ਹਾਂ ਯਾਰ, ਕਿਉਂਕਿ ਅੱਧੇ ਲੋਕ ਮੰਨਦੇ ਨੇ ਕਿ ਹਾਂ ਯਾਰ ਬੁੜੇ ਨੂੰ ਤੰਗ ਕਰਦੇ ਹੋਣੇ, ਬਜ਼ੁਰਗ ਹੈ। ਹੁਣ ਘਰਦਿਆਂ ਨੂੰ ਜਾਂ ਗੁਆਂਢੀਆਂ ਨੂੰ ਪਤਾ ਕਿ ਬੁੜਾ ਕਿੱਡਾ ਕਰਤੂਤੀ ਹੈ, ਉਹ ਤਾਂ ਗੁਆਂਢੀਆਂ ਨੂੰ ਪਤਾ। ਪਿੰਡ ਦੇ ਪਤਵੰਤਿਆਂ ਨੂੰ ਕੀ ਪਤਾ? ਜਦੋਂ ਚਿੱਟੇ ਦਾੜੇ ਵਾਲਾ ਬੈਠਾ ਵੇਖ ਕੇ ਤਾਂ ਹਮਦਰਦੀ ਕਰਦੇ ਨੇ ਨਾ ਅਗਲੇ। ਹੁਣ ਇੱਥੇ ਸੜਕ ਤੇ ਕੋਈ ਬੁੜੇ ਨੂੰ ਕੁੱਟੀ ਜਾਵੇ 20 ਬੰਦੇ ਛਡਾਉਣਗੇ ਯਾਰ, ਕਿਉਂਕਿ ਪੰਜਾਬ ਗਊ ਗਰੀਬ ਦਾ ਰੱਖਿਅਕ ਹੈ ਕਿ ਕਿਉਂ ਕੁੱਟਦਾ ਯਾਰ ਬਜ਼ੁਰਗ ਨੂੰ। ਉਹ ਕਹਿਣਗੇ ਕਿ ਦਿੱਤੀ ਹੈ, ਕਹਿਣਗੇ ਚੱਲ ਕੁੱਟਣਾ ਕੋਈ ਨਹੀਂ, ਉਦਾਂ ਸਮਝਾ ਦੇ। ਪਰ ਹੁਣ ਬੁੜੇ ਦਾ ਜਿਹੜਾ ਬੁੜੇ ਦੀਆਂ ਬਹਿਵਤਾਂ ਨੇ ਉਹ ਤਾਂ ਪਰਿਵਾਰ ਜਾਣਦਾ ਨਾ। ਸੋ ਇਸ ਕਰਕੇ ਕੈਂਡੀਡੇਟ ਕਿਹੜਾ ਮਜ਼ਬੂਤ, ਤੈਨੂੰ ਟਿਕਟ ਤੈਨੂੰ ਆਪਣੀ ਮਿਲ ਜੇ ਤਾਂ ਉਹੀ ਬਹੁਤ, ਅਜ ਤੂੰ ਸ਼ੁਕਰ ਕਰ, ਹੈ ਨਾ। ਉਹੀ ਗੱਲ ਹੈ ਕਿ ਇੰਨੇ ਦੇ ਹੱਥ ਹੇਠ ਆ ਗਿਆ ਬਟੇਰ, ਕਹਿੰਦਾ ਤੁਸੀਂ ਆਹ ਭੁੰਨੋ, ਕਹਿੰਦਾ ਮੈਂ ਹੋਰ ਲੱਭ ਕੇ ਲਿਆਉਣਾ। ਉਹ ਭਾਈ ਟਿਕਟਾਂ ਤੇ ਉਹਨਾਂ ਨੇ ਵੰਡਣੀਆਂ ਨੇ, ਜਿਹੜੇ ਤੇਰੇ ਘਰ ਨਹੀਂ ਆਏ, ਤੇ ਕਿਹੜਾ ਉਮੀਦਵਾਰ ਲਾਣੇਗਾ? ਤਾਂ ਮਤਲਬ ਬੀਜੇਪੀ ਵੱਲੋਂ ਉਮੀਦਵਾਰ ਲਾਣੇਗਾ। ਇਹ ਠੀਕ ਹੈ ਕਿ ਜੇ ਸਮਝੌਤਾ ਕਿਸਾਨਾਂ ਦਾ ਥੋੜਾ ਬਹੁਤਾ ਹੋ ਜਾਂਦਾ ਤੇ ਲੋਕ ਬੀਜੇਪੀ ਦੀ ਸਪੋਰਟ 'ਚ ਮਾੜਾ ਮੋਟਾ ਆ ਜਾਣਗੇ। ਕਪਤਾਨ ਸਾਹਿਬ ਆ ਵੀ ਵਹਿਮ ਕੱਢ ਹੀ ਲਓ, ਫੇਸਬੁੱਕ ਤੇ ਵੋਟਾਂ ਪਵਾ ਲਿਓ, ਫੇਸਬੁੱਕ ਤੇ ਵੇਖੋ ਕਿ ਕਿੰਨੀ ਤੋਏ ਹੁੰਦੀ ਹੈ ਤੁਹਾਡੀ। 4.5 ਸਾਲ ਕੀਤਾ ਕੋਈ ਨਹੀਂ, ਠੀਕ ਹੈ, ਪਹਿਲਾਂ ਜੋ ਕੰਮ ਕੀਤਾ ਲੋਕ ਤੁਹਾਨੂੰ ਐਪਰੀਸ਼ੀਏਟ ਵੀ ਕਰਦੇ ਆ, ਪਰ ਹੁਣ ਕੀਤਾ ਵੀ ਕੀ ਹੈ ਤੁਸੀਂ ਨੇ? 87% ਪੰਜਾਬ 'ਚ ਤਾਂ ਤੁਸੀਂ ਇੱਕ ਵਾਰੀ ਗੇੜਾ ਵੀ ਨਹੀਂ ਮਾਰਿਆ ਕਿ ਸਾਡਾ ਸੀਐਮ ਵੀ ਕੋਈ ਹੁੰਦਾ। ਅਫਸਰਸ਼ਾਹੀ ਨੂੰ ਮੌਜਾਂ ਰਹੀਆਂ, ਕਿੰਨੀਆਂ ਡਕੈਤੀਆਂ ਨਹੀਂ ਹੋਈਆਂ। ਆ ਸ਼ੰਭੂ ਬਾਰਡਰ ਤੇ ਪੰਜਾਬ ਗਵਰਨਮੈਂਟ ਦੇ ਟੈਕਸ ਕਲੈਕਸ਼ਨ ਸੈਂਟਰ ਦੇ ਨਾਲ ਹੂਬਹੂ ਉਦਾਂ ਦਾ ਸੈਂਟਰ ਟੈਕਸ ਕਲੈਕਟ ਕਰਦਾ ਰਿਹਾ, ਸ਼ਰੇਆਮ। ਜਾਂਚ ਵੀ ਨਹੀਂ ਹੋਈ ਕਿ ਕੌਣ ਪੈਸੇ ਇਕੱਠੇ ਕਰੀ ਗਿਆ। ਐਡੀ ਨੇਰਗਰਦੀ ਯਾਰ। ਚੌਪਰ 'ਚ ਤੁਸੀਂ ਗੇੜਾ ਮਾਰ ਦਿੱਤਾ ਕਿ ਹੁਣ ਮੈਂ ਰੇਤਾ ਨਹੀਂ ਵਿਕਣ ਦਊਂਗਾ, ਉਤੋਂ ਨਿਗਾਹ ਮਾਰ ਲਈ, ਰੇਤਾ ਵਿਕਣੋਂ ਹਟ ਗਈਆਂ ਖੱਡਾਂ। ਸ਼ਰਾਬ ਦਾ ਕੀ ਕਾਂਡ ਨਹੀਂ ਹੋਇਆ? 150 ਬੰਦਾ ਮਰ ਗਿਆ ਦਾਰੂ ਪੀ ਕੇ ਜ਼ਹਿਰੀਲੀ। ਕਿਹਦੇ ਤੇ ਕਾਰਵਾਈ ਹੋਈ? ਫਿਰ ਉਹ ਕਿੰਨੀਆਂ ਲੱਖਾਂ ਮੱਛੀਆਂ ਮਰੀਆਂ ਜਦੋਂ ਚੱਡਿਆਂ ਦੀ ਫੈਕਟਰੀ ਨੇ ਜਿਹੜਾ ਕੜੀ ਘੋਲੀ, ਕਿਹਨੂੰ ਜੁਰਮਾਨਾ ਕਰਾਤਾ ਤੁਸੀਂ? ਉਲਟਾ ਉਹ ਚੱਡਿਆਂ ਦੀ ਨੂੰਹ ਤੁਹਾਡੇ ਆ ਕੇ ਇੱਥੇ ਮੋਤੀ ਮਹਿਲ 'ਚ, ਉੱਥੇ ਸਿਸਵਾ ਮਹਿਲ 'ਚ, ਸੀਐਮ ਹਾਊਸ 'ਚ, ਉੱਥੇ ਚੀਕੂ ਨੂੰ ਚੁੱਕੀ ਫਿਰਦੀ ਸੀ ਕੁੱਤੇ ਨੂੰ। ਸੋ ਇਸ ਕਰਕੇ ਮਤਲਬ ਜਿਹੜਾ ਸੁਸਾਈਡ ਕੇਸ ਸੀ ਜਾਂ ਕੁਝ ਵੀ ਸੀ, ਉਹਨੂੰ ਬਚਾਉਣ ਦੇ ਲਈ ਤੁਸੀਂ ਕਿਵੇਂ ਚੀਫ ਖਾਲਸਾ ਦੀਵਾਨ ਵਾਲਿਆਂ ਦੀ ਕਿੱਥੇ ਮਦਦ ਨਹੀਂ ਕੀਤੀ? ਉਦਾਂ ਕਹਿੰਦੇ ਅਸੀਂ ਸਤਿਕਾਰਤ ਸਿੱਖ ਹਾਂ। ਸਿੱਖ ਹੋ ਕੇ ਤੁਸੀਂ ਚੀਫ ਖਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਦੇ ਮੁਖੀ ਕੀ ਕਰਦੇ ਰਹੇ, ਤੇ ਉਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਕੀ ਕੁਝ ਨਹੀਂ ਕੀਤਾ? ਕਿਉਂਕਿ ਅਗਲਿਆਂ ਦਾ ਕਨੈਕਸ਼ਨ ਸੀ ਬਾਇਆ ਡਬਈ ਰੂਸਾ ਆਲਮ ਦੇ ਰਾਹੀਂ। ਸੋ ਇਸ ਕਰਕੇ ਜਿਹੜਾ ਸਥਿਤੀ ਹੈ ਨਾ ਉਹ ਸਮਝਣੀ ਪਏਗੀ। ਪਰ ਜੇ ਕਪਤਾਨ ਨਹੀਂ ਹਟਣਗੇ ਤਾਂ ਠੀਕ ਹੈ। ਜੇ ਕਹਿੰਦੇ ਨਾ ਕੋਈ ਘਰ ਦਾ ਬੰਦਾ ਪਾਗਲ ਹੋ ਜਾਏ ਤਾਂ ਉਹਨੂੰ ਘਰੇ ਰੱਖਣਾ ਵੀ ਸਿਆਣਪ ਨਹੀਂ, ਤੇ ਉਹਨੂੰ ਕਿਸੇ ਸੈਂਟਰ 'ਚ ਜਮ੍ਹਾਂ ਕਰਾਇਆ ਹੁਣ, ਜਾਂ ਫਿਰ ਜਿਨ੍ਹਾਂ ਦੀ ਉਂਗਲ ਤੇ ਚੜਿਆ ਫਿਰਦਾ ਉਹਨਾਂ ਵੱਲ ਹੀ ਦੇਖ ਲੈਣ ਜਾ ਕੇ ਸ਼ਰੀਕਾਂ 'ਚ ਕਿੱਥੇ ਗਏ। ਇਹ ਕੱਟਾ-ਕੱਟੀ ਵੀ ਕਰਨਾ ਪੈਣਾ ਇਹਨਾਂ ਨੂੰ। ਜੇ ਨਹੀਂ ਕਰਨਗੇ ਤਾਂ ਨੁਕਸਾਨ ਕਰੇਗਾ ਕਾਂਗਰਸ ਪਾਰਟੀ ਦਾ ਵੱਡੇ ਪੱਧਰ ਤੇ। ਕਪਤਾਨ ਸਾਹਿਬ ਜੀ। ਸੁਰਿੰਦਰ ਵੀਰ
ਜਿੰਨਾ ਨੁਕਸਾਨ ਹੋਣਾ ਸੀ ਉਹ ਹੋ ਗਿਆ, ਠੀਕ ਹੈ। ਹੁਣ ਇਸ ਤੋਂ ਵੱਧ ਨਹੀਂ ਹੋਣਾ, ਜਿੱਥੇ ਮਰਜ਼ੀ ਭੱਜ ਲੈ। ਮੈਂ ਪਹਿਲਾਂ ਕਹਿ ਰਿਹਾ ਇਹ ਕਾਂਗਰਸ 'ਚ ਨਹੀਂ ਨਾ ਹੈਗਾ ਤੇ ਨਾ ਇਹਨੇ ਰਹਿਣਾ, ਠੀਕ ਹੈ। ਜੋ ਕੁਛ ਕਰ ਰਿਹਾ ਗਲਤ ਕਰ ਰਿਹਾ, ਸਿਆਣਾ ਹੁੰਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਸੀ ਹੱਸ ਕੇ ਉਹਨਾਂ ਨੂੰ। ਜਦੋਂ ਉਹਨਾਂ ਨੇ ਪਹਿਲੀ ਮੀਟਿੰਗ ਸੱਦੀ ਬਹਿ ਕੇ ਸੋਨੀਆ ਕੋਲ, ਉੱਥੇ ਕਹਿੰਦਾ ਰਾਹੁਲ ਤੇ ਪ੍ਰਿੰਕਾ ਨੂੰ ਬੁਲਾਓ। ਕੀ ਉਹ ਜਵਾਬ ਦੇ ਦਿੰਦੇ? ਉਹਨਾਂ ਨੂੰ ਕਹਿੰਦਾ ਵੀ ਦੱਸੋ, ਜੇ ਮੇਰੇ ਕੰਮ ਤੋਂ ਸੈਟੀਸਫਾਈ ਹੋ ਤੇ ਮੈਨੂੰ ਰੱਖੋ, ਨਹੀਂ ਤੇ ਮੈਂ ਪਾਸੇ ਹਟ ਜਾਣਾ। ਗੱਲ ਕਿੱਡੀ ਕੋ ਸੀਗੀ। ਆ ਜਿਹੜੀ 3-4 ਮਹੀਨੇ ਪਿਛਲੇ 5 ਮਹੀਨੇ ਜਿਹੜੀ ਆ ਉਹ ਖੇਹ ਕਰਵਾਈ, ਉਹ ਖੇਹ ਪਾਉਣ ਦੀ ਨੌਬਤ ਹੀ ਨਹੀਂ ਸੀ। ਕਿਹੜਾ ਪੈਸੇ ਦਾ ਘਾਟਾ ਸੀ, ਕਿਹੜੀ ਸ਼ੋਹਰਤ ਦਾ ਘਾਟਾ ਸੀ। ਜਦੋਂ ਉਹ ਕਹਿੰਦੇ ਸੀ ਠੀਕ ਹੈ ਤੈਨੂੰ ਪਾਸੇ ਕਰਨਾ, ਕਹਿੰਦਾ ਜੀ ਜਿਹਨੂੰ ਮਰਜ਼ੀ ਬਣਾ ਲਓ। ਅਗਲਿਆਂ ਨੇ ਐਡਜਸਟਮੈਂਟ ਕਰ ਲੈਣੀ ਸੀ, ਤੂੰ ਸਾਰੀ ਉਮਰ ਤਾਂ ਨਹੀਂ ਚੋਣਾਂ ਲੜਨੀਆਂ। ਅੱਜ ਤੱਕ ਇਹਨਾਂ ਦੇ ਖਾਨਦਾਨ 'ਚ ਬਾਬਾ ਆਲਾ ਸਿੰਘ ਤੋਂ ਲੈ ਕੇ ਹੁਣ ਤੱਕ ਦੇਖੋ ਇਹਨਾਂ ਦੀ ਐਵਰੇਜ ਜਿਹੜੀ ਉਮਰ ਆ, ਕੱਲਾ ਕੈਪਟਨ ਅਮਰਿੰਦਰ ਸਿੰਘ ਜਿਹੜਾ 80 ਨੂੰ ਪਹੁੰਚਿਆ, 47 ਨੂੰ ਟੱਪਿਆ ਨਹੀਂ ਹੋਇਆ ਕੋਈ। ਇੱਕ ਦੋ ਜੀ ਆ ਜਿਹੜੇ ਉਹ 50-52 ਤੱਕ ਗਏ ਆ। ਐਵਰੇਜ ਇਹਨਾਂ ਦੀ 40 ਸਾਲ ਨਹੀਂ ਬਣਦੀ ਹੈ ਜੇ ਓਵਰਆਲ ਐਵਰੇਜ ਕੱਢੋਗੇ ਤਾਂ। ਉਹਦੇ 'ਚ ਕੁੜੀ ਬੈਠੀ ਆ, ਮੁੰਡਾ ਬੈਠਾ, ਕੁੜੀ ਤੁਹਾਡੀ ਘਰੇ ਬੈਠੀ, ਉਹ ਲੜਨਾ ਚਾਹੁੰਦੀ ਆ, ਸਨੌਰ ਖਾਲੀ ਪਿਆ ਵਾ, ਮੁੱਢ ਲੜਾ ਦੇ ਉਹਨੂੰ। ਇਧਰੋਂ ਇਹਦੇ ਤੋਂ ਪਟਿਆਲਾ ਤੁਹਾਡੀ ਸ਼ਹਿਰ ਆ, ਤੁਹਾਨੂੰ ਬਗੈਰ ਗਏ ਤੋਂ ਮਹਾਜਨ ਧੜਾ ਧੜ ਤੁਹਾਨੂੰ ਵੋਟਾਂ ਸੁੱਟੀ ਜਾਂਦਾ। ਤੁਸੀਂ ਹਾਰ ਨਹੀਂ ਸਕਦੇ, ਭਾਵੇਂ ਕੱਖ ਨਾ ਕਰੋ, ਭਾਵੇਂ ਕਿਸੇ ਦੀ ਵੱਡੀ ਉਂਗਲ ਤੇ ਨਾ ਮੂਤੋ, ਤਾਂ ਵੀ ਤੁਸੀਂ ਜਿੱਤ ਜਾਣਾ। ਠੀਕ ਹੈ ਨਾ। 2 ਹਲਕੇ ਤੁਹਾਡੇ ਕੋਲ ਪਏ ਆ, ਕਮਲ ਕੁੱਟ ਰਹੇ ਆ, ਮੁੰਡਾ ਕੁੜੀ ਆ, ਗਾਂ ਉਹਨਾਂ ਦੇ ਭਾਗ ਆ ਕੋ ਸੈੱਟ ਹੁੰਦੇ ਕਿ ਨਹੀਂ ਹੁੰਦੇ ਆ। ਹੁਣ ਤੁਸੀਂ ਕਹਿ ਦੋ ਕਿ ਮੈਂ ਸਾਰਾ ਕੁਝ ਕਰਾਂ। ਹੁਣ ਜੇ ਜਾਣ ਲਈਏ ਪਰਨੀਤ ਕੌਰ ਦਾ ਕੀ ਲੈਣ ਦੇਣ ਸੀ ਕਾਂਗਰਸ ਨਾਲ ਵੀ। ਕੈਪਟਨ ਅਮਰਿੰਦਰ ਸਿੰਘ 1998 ਦੀ ਚੋਣ ਲੜਿਆ, ਹਾਰਿਆ, ਤਾਂ ਉਸ ਵੇਲੇ ਇਹਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ। ਜਦੋਂ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ ਤੇ ਪਾਰਟੀ ਪ੍ਰਧਾਨ ਤੋਂ ਬਾਅਦ 1999 ਦੀ ਚੋਣ ਇਹਨਾਂ ਪਰਨੀਤ ਕੌਰ ਨੂੰ ਲੜਾਈ ਹੈ। ਇਸ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਸੀ, ਅਦਰਵਾਈਜ਼ ਕੀ ਲੈਣ ਦੇਣ ਸੀਗਾ। ਕੈਪਟਨ ਅਮਰਿੰਦਰ ਸਿੰਘ ਨੇ 1972 ਦੀ ਚੋਣ ਆਜ਼ਾਦ ਲੜ ਕੇ ਦੇਖ ਲਈ ਸੀ ਡਕਾਲੇ ਹਲਕੇ ਤੋਂ, ਕਿੰਨੀਆਂ ਵੋਟਾਂ ਪਈਆਂ ਸੀਗੀਆਂ ਉਹ ਗਿਣ ਲਵੇ, ਕੱਢ ਲਵੇ, ਡਾਟਾ ਪਿਆ ਵਾ ਇਲੈਕਸ਼ਨ ਕਮਿਸ਼ਨ ਦੀ ਸਾਈਡ ਤੇ ਹੁਣ ਵੀ। ਫਿਰ 77 ਆਈ ਤੇ ਪਹਿਲੀ ਕਾਂਗਰਸ ਵੱਲੋਂ ਚੋਣ ਲੜੀ ਸੀਗੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਪਾਰਲੀਮੈਂਟ। ਜੈਦਾਰ ਗੁਰਚਰਨ ਸਿੰਘ ਟੌੜਾ ਤੋਂ 1 ਲੱਖ ਵੋਟਾਂ ਤੋਂ ਵੱਧ ਦੇ ਫਰਕ ਨਾਲ ਹਾਰਿਆ ਸੀਗਾ। ਈਵਨ ਕਿ ਉਦੋਂ ਲੋਕ ਬਹੁਤੀ ਵੋਟ ਪੋਲ ਵੀ ਨਹੀਂ ਸੀ ਹੋਇਆ ਕਰਦੀ ਹੁੰਦੀ। ਜੇ ਉਹਨਾਂ ਜ਼ਮਾਨਿਆਂ 'ਚ ਜੇ ਕੋਈ 20,000 ਨਾਲ ਜਿੱਤ ਜਾਂਦਾ ਸੀ ਤਾਂ ਬੜੀ ਵੱਡੀ ਲੀਡ ਸਮਝਿਆ ਕਰਦੇ ਹੁੰਦੇ ਸੀ। ਉਦੋਂ ਕੀ ਹੁੰਦਾ ਸੀ, ਜਿਹੜਾ ਵੋਟ ਪਾਇਆ ਨਹੀਂ ਗਿਆ, ਨਾ ਗਿਆ, 40% ਪੋਲਿੰਗ ਨਹੀਂ ਸੀ ਉਦੋਂ ਹੋਇਆ ਕਰਦੀ ਹੁੰਦੀ। ਇਹ ਹਾਲਾਤਾਂ ਹੁੰਦੀਆਂ ਸੀਗੀਆਂ। ਯਾਨੀ ਕਿ ਤੁਸੀਂ ਘੱਟੋ ਘੱਟ ਇਹ ਸਮਝੋ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਆ। ਉਹਨਾਂ ਹਾਲਾਤਾਂ ਨੂੰ ਸਮਝਣਾ, ਸਾਰੀ ਉਮਰ ਤੁਹਾਡੇ ਹੱਥ 'ਚ ਵਾਗਡੋਰ ਨਹੀਂ। ਅਗਲੀ ਪੀੜ੍ਹੀ ਤੁਹਾਡੀ ਸੈੱਟ ਹੋਣਾ ਚਾਹੁੰਦੀ ਤੇ ਉਹਨੂੰ ਕਰ ਦਿਓ। ਤੁਰਿਆ ਤੁਹਾਡੇ ਤੋਂ ਨਹੀਂ ਜਾਂਦਾ, 2 ਬੰਦੇ ਤੁਹਾਨੂੰ ਮੋਢਾ ਦੇ ਕੇ ਖੜਾ ਕਰਦੇ ਆ। ਪ੍ਰੈਸ ਤੁਸੀਂ ਮੀਡੀਆ ਪੀੜ੍ਹੀ ਤਾਂ ਬਈ ਜੀ ਤਾਂ ਵੀ ਸੈੱਟ ਹੋਊਗੀ ਕਿਉਂਕਿ ਜਿਹੜੇ ਕੇਸ ਨੇ ਨਾ ਈਡੀ ਦੇ, ਸੈਂਟਰਲ ਏਜੰਸੀਆਂ ਜਦੋਂ ਮਰਜ਼ੀ ਧੌਣ ਮਰੋੜ ਲੈਣ। ਤੇ ਉਹ ਕੇਸ ਅਜਿਹੇ ਨੇ ਕਿ ਇਹਨਾਂ ਦਾ ਜਵਾਈ ਗੁਰਪਾਲ ਸਿੰਘ ਤੇ ਇਹਨਾਂ ਦਾ ਬੇਟਾ ਪਰਿਵਾਰ ਜਦੋਂ ਮਰਜ਼ੀ ਚੱਕ ਲੈ। ਈਡੀ ਅਜਿਹੇ ਕੇਸ ਨੇ ਕਿ ਛੁਟਕਾਰਾ ਨਹੀਂ ਹੋਣਾ। ਇੱਕ ਗੱਲ ਸਪਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੇਲ੍ਹ ਤੋਂ ਬਹੁਤ ਡਰਦੇ ਨੇ। ਉਹਨਾਂ ਨੇ ਕਿਹਾ ਵੀ ਸੀ ਬਿਜਲੀ ਸਮਝੌਤੇ, ਕਹਿੰਦੇ ਮੈਂ ਸਾਰੀ ਉਮਰ ਸੁਪਰੀਮ ਕੋਰਟ 'ਚ ਹੀ ਤੁਰਿਆ ਫਿਰੂੰਗਾ। ਫਿਰ ਤਾਂ ਕੈਪਟਨ ਸਾਹਿਬ ਜੇਲ੍ਹ ਨਹੀਂ ਜਾ ਸਕਦੇ ਕਿਸੇ ਵੀ ਕੀਮਤ ਤੇ। ਜੇਲ੍ਹ ਦਾ ਦਬਕਾ ਦੇ ਕੇ ਸੈਂਟਰ ਏਜੰਸੀਆਂ, ਸੈਂਟਰ ਸਰਕਾਰ ਇਹਨਾਂ ਤੋਂ ਕੁਝ ਵੀ ਕਰਾ ਸਕਦੀ ਹੈ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਹੈ, ਉਹ ਲਗਜ਼ਰੀ ਲਾਈਫ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸ ਕਰਕੇ ਇਸ ਤਰ੍ਹਾਂ ਦੇ ਬਿਆਨਾਤ ਤਾਂ ਉਹ ਦਬਾਉਣਗੇ ਤੇ ਹੋਰ ਪਤਾ ਨਹੀਂ ਕੀ ਖੁਲਾਸੇ ਕਰਾਉਣਗੇ। ਪਰ ਖੁਲਾਸਾ ਹੁਣ ਇਹ ਮੁਹੰਮਦ ਮੁਸਤਫਾ ਵੀ ਕਿਹੜਾ ਘੱਟ ਹੈ, ਸਿਰੇ ਦਾ ਅਫਸਰ ਉਹ ਵੀ, ਤੇ ਉਹਨੇ ਵੀ ਜਿਸ ਤਰ੍ਹਾਂ ਦਾ ਬਿਆਨ ਦਿੱਤਾ, ਖਲਾਰਾ ਕਪਤਾਨ ਸਾਹਿਬ ਦਾ ਵੀ ਪਏਗਾ ਇਸ 'ਚ। ਇਹ ਜਿਸ ਪਾਸੇ ਨੂੰ ਗੇਂਦ ਜਾ ਰਹੀ ਹੈ ਨਾ, ਇਹ ਰੋਕਣ ਵਾਲੀ ਨਹੀਂ ਹੈ। ਜੀ ਸੁਰਿੰਦਰ। ਨਹੀਂ, ਮੈਂ ਬਿਲਕੁਲ ਇਹਦੇ ਨਾਲ ਸਹਿਮਤ ਹਾਂ। ਦੇਖੋ ਗੱਲ ਇਹ ਆ, ਸਾਰਾ ਕੁਝ ਜੱਗ ਜ਼ਾਹਰ ਆ, ਠੀਕ ਹੈ। ਹੁਣ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਨਾਲ ਕਿੰਨਾ ਅਮਲਾ ਫੈਲਾ ਤੁਹਾਡਾ, ਉਸ ਅਮਲੇ ਫੈਲੇ ਨੂੰ ਕੀ ਨਹੀਂ ਪਤਾ, ਕੌਣ ਆਉਂਦਾ ਕੌਣ ਜਾਂਦਾ, ਕੀ ਕੁਛ ਆਉਂਦਾ, ਠੀਕ ਹੈ। DGP ਲੱਗੇ, ਚੀਫ ਸਕੱਤਰ ਲੱਗੇ, ਸਾਰੇ ਦੇ ਸਾਰੇ ਕਿਹਨੇ ਲਵਾਏ ਆ, ਐਡਵੋਕੇਟ ਜਨਰਲ ਲਵਾਇਆ, ਉਹ ਕਿਹਨੇ ਲਵਾਇਆ, SSP DC ਕਿਹਦੇ ਕਹਿਣ ਤੇ ਨਿਯੁਕਤ ਹੁੰਦੇ ਆ, ਕਿਹਨੂੰ ਨਹੀਂ ਸੀ ਪਤਾ ਕੀ ਕੁਛ ਹੋ ਰਿਹਾ। ਕੜੀ ਕੋਲ ਰਹੀ ਹੈ, ਸਿਆਣਪ ਕਿਹਦੇ 'ਚ ਹੁੰਦੀ ਆ। ਜਦੋਂ ਤੁਸੀਂ ਸਰਕਾਰ ਚਲਾਉਣੀ ਆ
ਜੇ ਤੁਸੀਂ ਬਿਊਰੋਕ੍ਰੇਸੀ ਨੂੰ ਕੰਟਰੋਲ ਕਰ ਗਏ ਤਾਂ ਸਰਕਾਰ ਚੱਲ ਗਈ, ਜੇ ਬਿਊਰੋਕ੍ਰੇਸੀ ਨੂੰ ਕੰਟਰੋਲ ਨਹੀਂ ਕੀਤਾ ਸਮਝੋ ਸਰਕਾਰ ਨਹੀਂ ਚੱਲਦੀ। ਤੁਸੀਂ ਜਿਹੜੀ ਤੁਹਾਡੀ ਕੈਬਨਿਟ ਆ, ਸਭ ਤੋਂ ਪਹਿਲਾਂ ਕੈਬਨਿਟ ਨੂੰ ਕੌਨਫੀਡੈਂਸ 'ਚ ਲਓ। ਕੈਬਨਿਟ ਨਾਲ ਬਹਿ ਕੇ ਗੱਲ ਕਰੋ ਕਿ ਮੈਂ ਬੰਦਾ ਵਧੀਆ ਦੇਣਾ, ਤੁਹਾਡੇ ਏਰੀਏ ਲਈ ਦੇਣਾ, ਤੁਸੀਂ ਸੁਜੈਸਟ ਕਰੋ ਕਿਹੜਾ ਚਾਹੀਦਾ ਤਾਂ ਕਿ ਉਹ ਕੰਮ ਕਰੇ। ਔਰ ਇਹ ਰੱਖੋ 2 ਸਾਲ ਤੋਂ ਵੱਧ ਕਿਸੇ ਨੂੰ 1.5 ਤੋਂ ਰਹਿਣ ਨਾ ਦਿਓ। ਇਹ ਸੋਚ ਕੇ ਚੱਲੋ ਕਿ 5 ਸਾਲਾਂ 'ਚ 3 ਜਿਹੜੇ ਆ ਅਫਸਰ ਚੇਂਜ ਹੋਣੇ ਹੀ ਹੋਣੇ ਆ ਉਹ ਜ਼ਿਲ੍ਹੇ ਦੇ ਅੰਦਰ, ਉਹਨਾਂ ਦੀ ਸਹਿਮਤੀ ਨਾ ਦਿਓ। ਦੂਸਰੀ ਗੱਲ, ਸੀਐਮ ਹਾਊਸ ਵੱਲੋਂ ਕੋਈ ਵੀ ਮੈਸੇਜ ਆਵੇ, ਕੋਈ ਡਿਪਟੀ ਕਮਿਸ਼ਨਰ, ਕੋਈ ਐਸਐਸਪੀ, ਕੋਈ ਜਿਹੜਾ ਕਮਿਸ਼ਨਰ ਲੱਗਾ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕਿਸੇ ਦੀ ਹਿੰਮਤ ਨਹੀਂ ਹੈ ਕਿ ਕੋਈ ਜਵਾਬ ਦੇ ਜਾਏਗਾ। ਜ਼ਰੂਰਤ ਹੀ ਨਹੀਂ ਕੋਈ ਕਰ ਸਕਦਾ। ਇਹ ਪਤਾ ਹੋਵੇ ਕਿ ਸੀਐਮ ਹਾਊਸ ਤੋਂ ਮੈਸੇਜ ਆਇਆ, ਨੰਗੇ ਪੈਰੀ ਭੱਜੇ ਫਿਰਨਗੇ। ਫਿਰ ਕਾਹਦੇ ਲਈ ਵਾਵੇਲਾ ਕਰਦੇ ਹੋ? ਹੁਣ ਤੁਸੀਂ ਕਹਿੰਦੇ ਕਿ ਮੇਰਾ OSD ਤਾਂ ਐਸਐਸਪੀ ਲਵਾ ਸਕਦਾ, ਪਰ ਇੱਕ ਮੰਤਰੀ ਦੇ ਕਹਿਣ ਤੇ ਐਸਐਸਪੀ ਤੇ ਡੀਸੀ ਨਹੀਂ ਲੱਗੂਗਾ। ਏਦਾਂ ਕਿੰਨੀ ਕੁ ਦੇਰ ਸਰਕਾਰ ਚੱਲਦੀ ਹੁੰਦੀ ਆ। ਹੁਣ ਬਹੁਤ ਕੀ ਹੁੰਦਾ ਕਿ ਐਸਐਸਪੀ ਲੱਗਣ ਲਈ, ਡੀਸੀ ਚੱਲਣ ਲਈ 50 ਰਿਸ਼ਤੇਦਾਰੀਆਂ ਹੁੰਦੀਆਂ, ਕਈਆਂ ਨਾਲ ਭਾਈਚਾਰਕ ਸਾਂਝ ਹੁੰਦੀ ਆ। ਹਰ ਬੰਦਾ ਮਗਰ ਫਿਰ ਤੱਕ ਮੈਨੂੰ ਐਡਜਸਟ ਕਰਾ ਦਿਓ ਯਾਰ, ਮੈਨੂੰ ਲਵਾ ਦਿਓ, ਮੈਂ ਤੁਹਾਡੇ ਜ਼ਿਲ੍ਹੇ 'ਚ। ਹਰ ਬੰਦੇ ਨੂੰ ਪਤਾ ਕਿ ਮੈਂ ਕੰਮ ਕਰਵਾਉਣੇ ਆ, ਜੇ ਇੱਥੇ ਗਲਤ ਬੰਦਾ ਲੱਗ ਗਿਆ, ਮੇਰੇ ਕੰਮ ਨਾ ਹੋਏ ਤੇ ਬਹੁਤ ਕੁਝ ਲਟਕ ਜੂਗਾ। ਹੁਣ ਇੱਕ ਗੱਲ ਤੁਹਾਨੂੰ ਦੱਸਦਾ ਕਿ ਕੀ ਸੀ। ਦੇਖੋ 1973 ਦਾ ਐਕਟ ਬਣਿਆ ਹੋਇਆ, ਉਹਦੇ 'ਚ ਕੀ ਆ ਕਿ ਇੱਕ ਏਡਡ ਪੋਸਟਾਂ ਨੇ ਪ੍ਰਾਈਵੇਟ ਕਾਲਜਾਂ 'ਚ, ਇੱਕ ਅਨਏਡਡ ਆ। ਜਿਹੜੀ ਉਹਦੇ 'ਚ ਕੀ ਸੀਗਾ ਕਿ ਜਿਹੜੀ ਕਮੇਟੀ ਸੀ, ਜਿਹੜਾ ਮਤਲਬ ਆਪਾਂ ਕਹਿ ਦਈਏ ਮੈਨੇਜਮੈਂਟ, ਆਪਾਂ ਜਿਹਨੂੰ ਕਹਿ ਲਈਏ ਪ੍ਰਾਈਵੇਟ ਕਾਲਜਾਂ ਦੀ, ਉਹ ਕੀ ਸੀ, ਉਹ ਜੇ ਉਹਨਾਂ 'ਚੋਂ ਕਿਸੇ ਵੀ ਕੋਈ ਪਾਰਟ ਟਾਈਮਰ ਸੀ, ਕੋਈ ਗੈਸਟ ਫੈਕਲਟੀ ਸੀ, ਕਿਸੇ ਨੂੰ ਵੀ ਬਾਹਰ ਕੱਢਦੀ ਆ, ਉਹਦੇ ਅਗੇਂਸਟ ਕਾਰਵਾਈ ਕਰਦੀ ਆ, ਉਹਦੇ ਕੋਲ ਅਪੀਲ ਕਰਨ ਦੀ ਜਗ੍ਹਾ ਸੀਗੀ DPI ਕਾਲਜ ਕੋਲੇ। ਉਹ DPI ਕਾਲਜ ਕੋਲੇ ਅਪੀਲ ਕਰਦੇ ਸੀ, ਉੱਥੇ ਜਾ ਕੇ ਫੈਸਲਾ ਹੁੰਦਾ ਸੀ। ਮੈਨੇਜਮੈਂਟ ਆਪਣੇ ਲੈਵਲ ਤੇ ਕਿਸੇ ਨੂੰ ਕੱਢ ਨਹੀਂ ਸਕਦੀ। ਜਦੋਂ 2007 ਤੋਂ 17 ਤੱਕ ਸਰਕਾਰ ਰਹੀ, ਉਸ ਵੇਲੇ 7 ਦੇ ਵਿੱਚ ਕੀ ਹੋਇਆ ਕਿ ਕੁਝ ਬੰਦਿਆਂ ਨੇ ਚੱਕ ਚਕਾ ਕੇ ਉਹ ਫੈਸਲਾ ਕਰਾਤਾ ਕਿ ਜਿਹੜੀਆਂ ਏਡਡ ਪੋਸਟਾਂ ਨੇ, ਯਾਨੀ ਕਿ ਜਿਹਦੀ ਤਨਖਾਹ ਜਿਹੜੀ ਆ ਉਹ ਸਟੇਟ ਸਰਕਾਰ ਵੱਲੋਂ ਜਾਂਦੀ ਆ, ਯਾਨੀ ਕਿ UGC ਵੱਲੋਂ ਏਡਡ ਪੋਸਟਾਂ ਨੇ, ਉਹਨਾਂ ਨੂੰ ਛੱਡ ਕੇ ਜਿਹੜੀਆਂ ਅਨਏਡਡ ਪੋਸਟਾਂ ਨੇ ਉਹਦੇ ਤੇ ਮੈਨੇਜਮੈਂਟ ਜੋ ਮਰਜ਼ੀ ਕਰ ਸਕਦੀ ਆ, ਉਹਦੇ ਤੇ ਕੋਈ, ਉਹ ਤੇ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਏਗੀ। ਮੈਨੇਜਮੈਂਟ ਨੇ ਧੜਾ ਕਿਸੇ ਨੂੰ ਕੱਢਤਾ, ਕਿਸੇ ਨੂੰ ਪਾ ਲਿਆ, ਲਾਲਾ ਕਰਤੀ। 600 ਤੋਂ ਵੱਧ ਵਿਅਕਤੀ ਹੁਣ ਤੱਕ ਪ੍ਰਿੰਸੀਪਲ ਤੇ ਸੀਨੀਅਰ ਪ੍ਰੋਫੈਸਰ ਪ੍ਰਾਈਵੇਟ ਕਾਲਜਾਂ ਨੇ ਉਹ ਮਾਰੇ ਦਿਹਾੜੀਦਾਰਾਂ ਤਰ੍ਹਾਂ ਕੱਢ ਕੇ ਬਾਹਰ, ਕਹਿੰਦੇ ਜਾ ਕੇ ਮੂੰਗਫਲੀ ਦੀ ਰੇਹੜੀ ਲਾ ਕੇ ਮੂੰਗਫਲੀ ਵੇਚੋ। ਹੁਣ 4.5 ਪੌਣੇ 5 ਸਾਲ ਤੋਂ ਫਾਈਲ ਜਿਹੜੀ ਉਹ ਅਟਕੀ, ਪਤਾ ਕਿੱਥੇ ਪਈ ਆ? ਤ੍ਰਿਪਤ ਰਜਿੰਦਰ ਸਿੰਘ ਬਾਜਵਾ ਚਾਹੁੰਦਾ ਸੀ ਇਹ ਮਸਲਾ ਹੱਲ ਹੋਵੇ। DPI ਕਾਲਜਸ ਨੇ ਬਕਾਇਦਾ ਫਾਈਲ ਤਿਆਰ ਕਰਕੇ ਜਿਹੜਾ ਹਾਇਰ ਐਜੂਕੇਸ਼ਨ ਦਾ ਸੈਕਟਰੀ ਉਹਦੇ ਟੇਬਲ ਤੇ ਪਈ ਆ। ਹਾਇਰ ਐਜੂਕੇਸ਼ਨ ਸੈਕਟਰੀ ਕਹਿੰਦਾ ਮੈਨੂੰ CM ਦਾ ਆਰਡਰ ਆ, ਮੈਂ ਨਹੀਂ ਉਹ ਫਾਈਲ ਕੱਢਣੀ, ਜਿੱਥੇ ਮਰਜੀ ਜਾਓ, CM ਕਹੂਗਾ ਮੈਂ ਤਾਂ ਕੱਢੂੰਗਾ। ਜਿਸ ਦਿਨ ਸਰਕਾਰ ਦਾ ਰੌਲਾ ਪੈਂਦਾ ਉਸ ਤੋਂ 5-4 ਦਿਨ ਪਹਿਲਾਂ ਵੀ ਇੱਕ ਡੈਪੂਟੇਸ਼ਨ ਜਾ ਕੇ ਪ੍ਰਾਈਵੇਟ ਕਾਲਜਸ ਦੇ ਜਿੰਨੇ ਪ੍ਰਿੰਸੀਪਲ ਨੇ ਉਹਨਾਂ ਦਾ ਤੇ ਪ੍ਰੋਫੈਸਰਾਂ ਦਾ ਮਿਲਿਆ ਜਾ ਕੇ ਐਜੂਕੇਸ਼ਨ ਮਿਨਿਸਟਰ, ਹਾਇਰ ਐਜੂਕੇਸ਼ਨ ਮਿਨਿਸਟਰ ਤ੍ਰਿਪਤ ਰਜਿੰਦਰ ਬਾਜਵਾ ਨੂੰ। ਉਹਨਾਂ ਨੇ ਉਸ ਵੇਲੇ ਵੀ ਸੈਕਟਰੀ ਨੇ ਉਹਨਾਂ ਦਾ ਫੋਨ ਤੱਕ ਨਹੀਂ ਚੱਕਿਆ। ਅਖੀਰ ਉਹਨੂੰ ਕਹਿਣਾ ਪਿਆ, ਕਹਿੰਦਾ 758 ਨੰਬਰ ਸੀ ਇਹਦਾ ਰੈਂਕ ਸੀਗਾ ਜਦੋਂ ਇਹ ਦੂਸਰਾ ਸਿਵਲ ਸਰਵਿਸ 'ਚ ਆਇਆ ਵਾ। ਤੇ ਇਹ ਬੰਦੇ ਨੂੰ ਇਸ਼ਾਰਾ ਇੰਨਾ ਕਰ ਦਿੱਤਾ ਹੋਇਆ ਮੁੱਖ ਮੰਤਰੀ ਵੱਲੋਂ ਕਿ ਕਿਸੇ ਦਾ ਕੰਮ ਹੀ ਨਹੀਂ ਕਰਨਾ, ਜਦੋਂ ਕਿ ਉਹਦੇ 'ਚ ਕੀ ਹੈ, ਪੰਜਾਬ ਸਰਕਾਰ ਨੇ 1 ਰੁਪਈਆ ਨਹੀਂ ਦੇਣਾ ਕਿਹਨੇ? ਮੈਨੇਜਮੈਂਟ ਨੇ। ਪਰ ਇਹ ਹੈ ਕਿ ਮੈਨੇਜਮੈਂਟ ਆਪਣੀ ਮਰਜ਼ੀ ਨਾਲ ਕਿਸੇ ਬੰਦੇ ਨੂੰ ਨੌਕਰੀ ਤੋਂ ਨਾ ਕੱਢੇ, ਜੇ ਨੌਕਰੀ ਤੋਂ ਕੱਢਣਾ ਕੱਢ ਦੇਵੇ, ਪਰ ਉਹਦੀ ਅਪੀਲ ਕਰਨ ਦੀ ਜਗ੍ਹਾ ਹੋਵੇ। ਪਿਛਲੀ ਸਰਕਾਰ ਕਹਿ ਗਈ ਅਪੀਲ ਵੀ ਨਹੀਂ ਹੋਊਗੀ, ਜਿਹਨੂੰ ਕੱਢਦਾ ਘਰੇ ਜਾਓ, ਗੱਲ ਖਤਮ ਆ। ਹਾਲਾਤਾਂ ਨੇ। ਹੁਣ ਜੇ ਏਦਾਂ ਕਰੋਗੇ ਤਾਂ ਫਿਰ ਕਿੰਨੀ ਦੇਰ ਗੱਡੀ ਚੱਲੂਗੀ? ਜੇ ਪੌਣੇ 5 ਸਾਲ ਮੰਤਰੀ ਦੀ ਸੈਕਟਰੀ ਸੁਣਦਾ ਹੀ ਨਹੀਂ, ਉਹ ਕਹਿੰਦਾ ਮੈਨੂੰ ਤਾਂ ਮੁੱਖ ਮੰਤਰੀ ਨੇ ਕਿਹਾ ਇਹਦੀ ਕੋਈ ਫਾਈਲ ਜਿਹੜੀ ਉਹ ਕਲੀਅਰ ਨਹੀਂ ਕਰਨੀ, ਤੇ ਫਿਰ ਮੰਤਰੀ ਤੁਹਾਡੇ ਵਿਰੁੱਧ ਬਗਾਵਤ ਨਹੀਂ ਕਰਨਗੇ ਤੇ ਕਿੱਧਰ ਜਾਣਗੇ? ਇੱਕ ਡਿਪਾਰਟਮੈਂਟ ਦਾ ਨਹੀਂ, ਸਾਰਿਆਂ ਦਾ ਇਹੀ ਟੈਂਟਾ ਖੜਾ ਹੋਇਆ ਵਾ। ਇਸ ਕਰਕੇ ਭੁੱਲ ਜਾਓ, ਜਿੱਥੇ ਮਰਜੀ ਜਾਵੇ, ਜੋ ਕੁਛ ਮਰਜੀ ਕਰੇ, ਕੱਖ ਪੱਲੇ ਨਹੀਂ ਪੈਣਾ।
4 ਦਿਨ ਸੁੱਖ ਦੇ ਜਿਹੜੇ ਸੀ ਉਹ ਕੱਟੇ ਜਾ ਸਕਦੇ ਸੀ। ਥੋੜੀ ਜੀ ਚੁਣੌਤੀ ਤਾਂ ਆਏਗੀ ਇਹਨਾਂ ਨੂੰ, ਕਿਉਂਕਿ ਹੁੰਦਾ ਹੀ ਹੈ ਜਦੋਂ ਕੋਈ ਆਪਣਾ ਪਰਿਵਾਰ ਦਾ ਮੈਂਬਰ ਬਾਗੀ ਹੁੰਦਾ ਹੈ, ਵਿਰੋਧੀਆਂ ਦੇ ਢਹੇ ਚੜ੍ਹਦਾ, ਤੇ ਥੋੜੀ ਜੀ ਤਾਂ ਕੌੜਾ ਅੱਕ ਚੱਬਣਾ ਪੈਣਾ ਬਈ ਇਹਨਾਂ ਨੂੰ। ਜਿੰਨੀ ਦੇਰ ਇਸ ਹੱਕ ਨੂੰ ਚੱਕ ਕੇ ਭਗਾ ਕੇ ਟੋਬੇ 'ਚ ਨਹੀਂ ਮਾਰਦੇ, ਇਹਦੀ ਕੜੱਤਣ ਨਹੀਂ ਖਤਮ ਹੋਣੀ। ਉਹਦੀ ਮੈਂ ਉਦਾਹਰਨ ਦੇ ਦਿੰਦਾ, ਮਨਪ੍ਰੀਤ ਬਾਦਲ ਨਾਲੋਂ ਵੱਡੀ ਲਾਮਬੰਦੀ ਤੇ ਨਹੀਂ ਹੋ ਚੱਲੀ, ਗੁਰਚਰਨ ਸਿੰਘ ਟੌੜੇ ਨਾਲ ਵੱਡੀ ਲਾਮਬੰਦੀ ਵੀ ਨਹੀਂ ਹੋ ਚੱਲੀ। ਕੀ ਹੋਇਆ ਸੀ, ਕੀ ਪੱਲੇ ਪਿਆ ਸੀ ਦੋਵਾਂ ਦੇ, ਸਵਾਏ ਖੇ ਪੈਣ ਤੋਂ ਇਲਾਵਾ ਹੋਰ ਕੁਝ ਹੋਇਆ ਸੀਗਾ? ਅਸਲ ਨਾ ਕੈਪਟਨ 2-3 ਵਾਰੀ ਹਾਈ ਕਮਾਂਡ ਨੂੰ ਅੱਖਾਂ ਦੇਖ ਕੇ ਨਾ ਬਾਂਹ ਮਰੋੜਨੀ ਸਿੱਖ ਗਿਆ। ਪਹਿਲਾਂ ਕਹਿੰਦਾ ਮੈਂ ਭਾਜਪਾ ਦਾ ਰੱਥ ਚੜੂੰਗਾ, ਜਾਟ ਮਹਾਸਭਾ ਬਣਾ ਲਈ। ਕੈਪਟਨ ਉਸੇ ਵਹਿਮ 'ਚ ਹੈ ਜਿਹੜਾ ਇਹ ਹੁਣ ਜਿਵੇਂ ਕਿਤਾਬ ਲਿਖੀ ਇਹਦੇ ਤੇ ਖੁਸ਼ਵੰਤ ਸਿੰਘ ਆਹਲੂਵਾਲੀਏ ਨੇ, ਪੀਪਲਜ਼ ਮਹਾਰਾਜਾ, ਉਹ ਅਜੇ ਵੀ ਫੀਲਿੰਗ ਲਈ ਜਾਂਦਾ ਕਿ ਯਾਰ ਪੰਜਾਬ ਦੇ ਲੋਕ ਪਤਾ ਨਹੀਂ ਮੇਰੇ ਗੁਲਾਮ ਹੀ ਨੇ। ਠੀਕ ਹੈ, ਬਾਹਲਾ ਮੀਡੀਆ ਨਹੀਂ ਬੋਲਦਾ, ਮਹਾਰਾਜਾ ਕਰੀ ਜਾਂਦੇ ਨੇ, ਉਹ ਕਰੀ ਜਾਣ, ਹੈ ਨਾ। ਪਰ ਜਿਹੜਾ ਕਿਸੇ ਕੰਮ ਨਾ ਆਵੇ ਰਗੜ ਕੇ ਗੋਡੇ ਤੇ ਥੋੜੀ ਲਾਉਣਾ ਯਾਰ ਤੁਸੀਂ। ਹੁਣ ਠੀਕ ਹੈ, ਜੇ ਤੁਹਾਡੇ ਪੁਰਖਿਆਂ ਨੇ ਬਹਾਵਲਪੁਰੀ ਜਾਂ ਹਿੰਦੂ ਸਮਾਜ ਨੂੰ, ਸ਼ਹਿਰੀ ਸਿੱਖਾਂ ਨੂੰ, ਭਾਪਾ ਬਰਾਦਰੀ ਨੂੰ ਪਟਿਆਲੇ 'ਚ ਵਸਾਇਆ, ਉਹਨਾਂ ਦਾ ਫਰਜ਼ ਬਣਦਾ ਸੀ, ਹੈ ਨਾ। ਇਸ ਖਿੱਤੇ ਦੇ ਰਾਜੇ ਸੀ। ਹੁਣ ਉਸੇ ਦੀਆਂ ਕਮਾਈਆਂ ਥੋੜੀ ਖਾਈ ਜਾਣੀਆਂ ਤੁਸੀਂ ਮਹਿਲ ਦੀਆਂ ਕਿ ਹਾਂ ਉਹ ਕੀਤਾ ਸੀਗਾ। ਗੱਲ ਤੇ ਇਹ ਆ ਕਿ ਕੈਪਟਨ ਸਿੰਘ ਤੂੰ ਕੀ ਕੀਤਾ, ਗੱਲ ਇਹ ਪਰਮਿੰਦਰ ਸਿੰਘ ਤੂੰ ਕੀ ਕੀਤਾ, ਆਪਣੇ ਪੁਰਖਿਆਂ ਦਾ ਨਾਂ ਕਿੰਨੀ ਕੁ ਦੇਰ ਕੈਸ਼ ਕਰੇਗਾ। ਲੋਕ ਬੌਦਰ ਨਹੀਂ ਕਰਦੇ ਕਿ ਫਲਾਣਾ ਸੀ ਉਹਦਾ ਮੁੰਡਾ ਜੀ, ਜੇ ਅਗਲਾ ਕਰਤੂਤਾਂ ਕਰੇ ਅਗਲੇ ਮੱਕੂ ਥੱਪਣ ਲੱਗਿਆ ਮਿੰਟ ਲਾਉਂਦੇ ਆ। ਉਹ ਪਹਿਲਾਂ ਵਾਲਾ ਜ਼ਮਾਨਾ ਨਹੀਂ ਹੈ ਕਿ ਲੋਕ ਪਿਓ ਦਾਦਿਆਂ ਦੀ ਸ਼ਰਮ ਕਰਕੇ ਕੁਝ ਕਹਿਣ ਨਾ ਜੀ। ਸੁਰਿੰਦਰ ਨਹੀਂ ਬਿਲਕੁਲ ਮੈਂ ਇਸੇ ਗੱਲ ਤੇ ਮੈਂ ਆ ਰਿਹਾ। ਮੈਂ 2 ਉਦਾਹਰਨਾਂ ਤੁਹਾਨੂੰ ਦੇਤੀਆਂ, ਮੈਂ ਮਨਪ੍ਰੀਤ ਦੀ ਵੀ ਦੇਤੀ, ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਵੀ ਦੇਤੀ, ਵੀ ਉਹਨਾਂ ਨੇ ਕੀ ਖੱਟਿਆ। ਠੀਕ ਹੈ ਨਾ, ਸਾਰਾ ਕੁਝ ਗਵਾਇਆ ਹੀ ਆ। ਜੇ ਮਨਪ੍ਰੀਤ ਉਸ ਵੇਲੇ ਠਰਮੇ ਤੋਂ ਕੰਮ ਲੈ ਜਾਂਦਾ ਤੇ ਸ਼ਾਇਦ 2012 'ਚ ਅਕਾਲੀ ਦਲ ਦੀ ਵਾਪਸੀ ਨਹੀਂ ਸੀ ਹੁੰਦੀ। ਮਨਪ੍ਰੀਤ ਬਾਦਲ ਨੇ ਬਰਾਬਰ ਧੜਾ ਖੜਾ ਕਰ ਲਿਆ, ਉਹ ਵੋਟ ਬੈਂਕ ਕੱਟ ਗਿਆ ਤੇ ਅਕਾਲੀ ਦਲ ਦੀ ਵਾਪਸੀ ਹੋ ਗਈ। ਮਤ ਸੋਚੋ ਕਿ ਕੈਪਟਨ ਅਮਰਿੰਦਰ ਸਿੰਘ ਖੜਾ ਹੋ ਕੇ ਜਿਹੜਾ ਵੋਟ ਬੈਂਕ ਕੱਟੇਗਾ ਉਹ ਕਾਂਗਰਸ ਦਾ ਹੋਏਗਾ, ਉਹ ਕਿਸੇ ਹੋਰ ਨੂੰ ਵੀ ਸੰਨ ਲੱਗ ਸਕਦੀ ਆ। ਅਗਲੀ ਗੱਲ ਤੁਸੀਂ ਇੱਕ ਕਹੀ ਸੀ ਕਿ ਮੋਦੀ ਕਾਨੂੰਨ ਵਾਪਸ ਲਵੇ ਨਾ ਲਵੇ, ਪੰਜਾਬ ਉਹਦੇ ਨਾਲ ਨਹੀਂ ਖੜੇਗਾ, ਬੀਜੇਪੀ ਨਾਲ। ਪਹਿਲੀ ਗੱਲ ਸਪਸ਼ਟ ਆ। ਦੂਸਰੀ ਗੱਲ, ਕਿਸਾਨ ਜਥੇਬੰਦੀਆਂ ਜਿੰਨਾ ਮਰਜ਼ੀ ਰੌਲਾ ਪਾਉਣ, ਜੋ ਕੁਝ ਮਰਜ਼ੀ, ਜਿਸ ਦਿਨ ਚੋਣ ਪ੍ਰਚਾਰ ਸਟਾਰਟ ਹੋ ਗਿਆ ਕਿਸੇ ਨੇ ਨਹੀਂ ਰੁਕਣਾ। ਜਿਹਨੇ ਜਿਹੜੀ ਪਾਰਟੀ ਨਾਲ ਜਾਣਾ ਗੱਜ ਵੱਜ ਕੇ ਜਾਏਗਾ, ਸਾਰੇ ਝੰਡੇ ਸੁੱਟਦੇ। ਆਪਾਂ ਮੂਵਮੈਂਟਾਂ ਦੇਖੀਆਂ ਨੇ, ਮੂਵਮੈਂਟਾਂ 'ਚ ਲੋਕਾਂ ਨੂੰ ਝੰਡੇ ਤੇ ਡੰਡੇ ਵੀ ਸੁੱਟਦੇ ਦੇਖਿਆ ਆਪਾਂ। ਭੁੱਲ ਜਾਓ ਉਹ ਕੁਝ ਹੋਏਗਾ। ਇਹ ਗਲਤਫਹਿਮੀ 'ਚ ਬਹੁਤੇ ਫਿਰਦੇ ਨੇ, ਸਾਰਿਆਂ ਦੀ ਗਲਤਫਹਿਮੀ। ਉਹਦਾ ਆਪਾਂ ਵੇਖਿਆ ਨਹੀਂ ਕਿ ਸੁਖਬੀਰ ਬਾਦਲ ਕਿਵੇਂ ਪੋਸਟਰ ਥੱਲੇ ਨੂੰ ਕਰ ਲੈਂਦਾ ਜਦੋਂ ਨਰਿੰਦਰ ਤੋਮਰ ਆਉਂਦਾ। ਬਾਈ ਜੀ ਅੱਖ ਦੀ ਸ਼ਰਮ ਸਭ ਮੰਨਦੇ ਆ ਕਿ ਨਹੀਂ, ਹੈ ਨਾ। ਸੰਸਦ ਦੇ ਬਾਹਰ ਆਪਾਂ ਸ਼ਰੇਆਮ ਹੀ ਵੇਖਿਆ ਸੀ ਕਿ ਸੁਖਬੀਰ ਬਾਦਲ ਉਹਦਾ ਵਿਰੋਧ ਕਰ ਰਿਹਾ। ਜਦੋਂ ਨਰਿੰਦਰ ਤੋਮਰ ਆ ਗਏ ਤੇ ਉਹ ਬੈਨਰ ਸੁਖਬੀਰ ਥੱਲੇ ਨੂੰ ਕਰੀ ਜਾਵੇ। ਉਹ ਨਰਿੰਦਰ ਤੋਮਰ ਪੜ੍ਹਨ ਲੱਗਾ ਖੇਤੀ ਕਾਨੂੰਨਾਂ ਦੇ ਵਿਰੋਧ 'ਚ। ਬਾਈ ਜੀ ਉੱਥੇ ਸਭ ਝਿਜਕਦੇ ਆ, ਵੱਡੇ ਹਿੱਲ ਜਾਂਦੇ ਆ ਜਿਨ੍ਹਾਂ ਦੇ ਇੱਥੇ ਸਿੱਕਾ ਚੱਲਦਾ ਕਿ ਨਹੀਂ। ਨਹੀਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਜਰਨਲਿਸਟ ਸੀਗਾ, ਬਾਅਦ 'ਚ ਪ੍ਰੋਫੈਸਰ ਵੀ ਲੱਗ ਗਿਆ ਸੀ ਯੂਨੀਵਰਸਿਟੀ ਆ ਕੇ ਜਰਨਲਿਜ਼ਮ ਡਿਪਾਰਟਮੈਂਟ 'ਚ, ਤੇ ਚਲੋ ਟ੍ਰਿਬਿਊਨ ਦੇ ਹੈੱਡ ਆਫਿਸ 'ਚ ਰਿਹਾ ਸੀ, ਅੱਜ ਕੱਲ੍ਹ ਕੈਨੇਡਾ ਚਲਾ ਗਿਆ। ਤੇ ਉਹ ਮੈਨੂੰ ਕੀ ਹੋਇਆ ਵੀ ਅਕਾਲ ਤਖਤ ਸਾਹਿਬ ਦਾ ਇੱਕ ਜਥੇਦਾਰ ਹੁੰਦਾ ਸੀ, ਮੈਨੂੰ ਨਾ ਬਹਿ ਗਿਆ ਕਿਉਂਕਿ ਉਹ ਨਕਸਲਾਈਟ ਰਿਹਾ ਸੀਗਾ, ਕਾਮਰੇਡ ਵਿਚਾਰਾਂ ਦਾ ਸੀ। ਮੈਨੂੰ ਕਹਿੰਦਾ ਗੱਲ ਸੁਣ ਲਾ ਯਾਰ, ਆਹ ਜਿਹੜਾ ਬੰਦਾ ਨਾ, ਕਹਿੰਦਾ ਇਹ ਬੰਦਾ ਬਹੁਤ ਖਤਰਨਾਕ ਆ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਇਹਦੀ ਹਾਲਤ ਨਾ ਉਸ ਬੁੜੇ ਵਰਗੀ ਆ ਜਿਹੜਾ ਨਾ 70, 75 ਜਾਂ 80 ਸਾਲ ਦਾ ਹੁੰਦਾ। ਮੈਂ ਫੇਰ ਤੇ ਕਿਉਂਕਿ ਤੈਨੂੰ ਪਤਾ ਵੀ ਗੱਲਕਾਰ ਬਹੁਤ ਸੀਗਾ। ਮੈਂ ਫੇਰ ਕਹਿੰਦਾ ਇਹਦੇ ਪਰਿਵਾਰ ਸਾਰੇ ਦਾ ਹਾਲ ਕੀ ਆ ਕਿ ਪਿੰਡ 'ਚ ਇੱਕ ਟੱਬਰ ਹੁੰਦਾ ਜਿਹਦਾ ਕੰਮ ਕਿਸੇ ਦੀਆਂ ਛੱਲੀਆਂ ਭੰਨ ਕੇ ਲਿਆ, ਕਿਸੇ ਦੇ ਗੰਢੇ ਪੱਟ ਲਿਆ, ਕਿਸੇ ਦੇ ਪਿਆਜ਼ ਆਪਣਾ ਦੂਸਰਾ ਕੀ ਕਹਿੰਦੇ ਹੁੰਦੇ ਆ ਉਹ ਛੋਲੇ ਪੱਟ ਕੇ ਲਿਆ। ਕਹਿੰਦਾ ਕੋ ਨਾ ਕੋ ਪੱਟੀ ਤੁਰਿਆ ਆਉਣਾ। ਕਹਿੰਦਾ ਜਦੋਂ ਨਾ ਮਗਰ ਪੈੜ ਨੱਪਦੇ ਗਵਾਂਢੀ ਆ ਗਏ, ਪਿੰਡ ਵਾਲਿਆਂ ਘੇਰ ਲਿਆ। ਕਹਿੰਦਾ ਫਿਰ ਉਹ ਜਿਹੜੇ ਪੱਟ ਪੁੱਟ ਕੇ ਲਿਆਉਣ ਵਾਲੇ ਸੀ ਉਹ ਤੇ ਜਾਂਦੇ ਲੋਕ, ਤੇ ਕਹਿੰਦਾ ਫਿਰ ਜਿਹੜਾ ਬਜ਼ੁਰਗ ਹੁੰਦਾ ਨਾ ਉਹ ਗਲ ਦੇ ਵਿੱਚ ਸਾਫਾ ਪਾ ਕੇ ਸਾਰਿਆਂ ਮੂਹਰੇ ਹੱਥ ਜੋੜ ਕੇ ਖੜਾ ਹੋ ਜਾਂਦਾ। ਕਹਿੰਦਾ ਜੀ ਦੇਖੋ ਜੀ ਮੈਨੂੰ ਕਰ ਦਿਓ ਮਾਫ, ਇਹ ਔਲਾਦ ਤਾਂ ਮੇਰੀ ਨਿਕੰਮੀ ਆ, ਹੁਣ ਮੈਂ ਘਰੋਂ ਤੇ ਕੱਢਣੋਂ ਰਿਹਾ। ਠੀਕ ਹੈ ਨਾ। ਕਹਿੰਦਾ ਇੰਨੇ ਨਾਲ ਉਹਦਾ ਬੁੱਤਾ ਸਰ ਜਾਂਦਾ। ਉਹਨੇ ਇਹ ਨਹੀਂ ਕਿਹਾ ਕਿ ਘੜੋਤਾ ਹੈ। ਹਾਂ ਮੈਂ ਤਾਂ ਹੀ ਤੈਨੂੰ ਦੱਸਿਆ ਵੀ ਉਹ ਘੜੋਤ ਦਾ ਵੱਖਰੀ, ਉਹ ਅੜੋਤ ਵੱਖਰੀ ਆ ਚੀਜ਼, ਇਹ ਘੜੋਤ ਨਹੀਂ, ਅੜੋਤ ਹੁੰਦੇ ਆ ਉਹ ਜਿਹੜੇ। ਮੈਂ ਉਹੀ ਤੈਨੂੰ ਦੱਸਿਆ। ਪਰ ਕੁਝ ਫੈਸਲੇ ਚਲੋ ਆਪਾਂ ਨਿਬੇੜੀਏ, ਮੇਰੀ ਥੋੜੀ ਮਸ਼ਰੂਫੀਅਤ ਅੱਜ ਜਲਦੀ ਨਿਬੇੜਾਂਗੇ, ਇੱਕ ਦੋ ਹੀ ਖਬਰ ਲਵਾਂਗੇ। ਸੁਰਿੰਦਰ ਵੀਰ, ਜਿਹੜੀਆਂ ਕੁਝ ਨਵੀਆਂ ਅਪਾਇੰਟਮੈਂਟ ਹੋਈਆਂ ਨੇ ਉਹਨਾਂ ਅਪਾਇੰਟਮੈਂਟ ਨੂੰ ਕੇ ਵੇਣੂ ਗੋਪਾਲ ਦੀ ਸਹਿਮਤੀ ਵੀ ਮਿਲੀ ਆ, ਉਹਨਾਂ ਤੇ ਵੀ ਆਪਾਂ ਚਰਚਾ ਕਰਾਂਗੇ।
ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਤੇ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਜਾਂ ਹੋਰ ਸੇਵਾਵਾਂ ਲੈਣੀਆਂ ਨੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ CPA ਤਰਸੇਮ ਸਿੰਘ ਗਿੱਲ ਦੇ ਨਾਲ। ਤੇ ਜਿਸ ਦੌਰਾਨ ਉਹਨਾਂ ਦਾ ਜਿਹੜਾ ਨੰਬਰ ਹੈ 484 764 9861 4847649861 ਨੰਬਰ ਹੈ। ਤਰਸੇਮ ਸਿੰਘ ਗਿੱਲ CPA ਦਾ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ ਤੇ ਇਹਨਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਤੇ ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ, ਇਹ ਸੇਵਾਵਾਂ ਲੈ ਸਕਦੇ ਹੋ। ਇਸ ਤੋਂ ਇਲਾਵਾ ਸਿਆਟਲ ਇਲਾਕੇ ਦੇ ਵਿੱਚ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜੇ ਤੁਹਾਨੂੰ ਜੌਬ ਦੀ ਜ਼ਰੂਰਤ ਹੈ ਤੁਸੀਂ ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਦੇ ਨਾਲ। ਸਿਆਟਲ ਇਲਾਕੇ ਦੇ ਵਾਧੂ ਲੋਡ ਨੇ ਤੇ ਜੌਬ ਵੀ ਡਰਾਈਵਿੰਗ ਦੀ ਬੜੀ ਅੱਛੀ ਤੁਹਾਡੇ ਜਿਹੜੇ ਵੇਜ਼ਸ ਪੇ ਕਰਦੇ ਨੇ। ਤੇ ਜਗਦੇਵ ਸਿੰਘ ਸੰਧੂ ਨੂੰ ਤੁਸੀਂ ਕਾਲ ਕਰਨੀ ਆ, ਨੰਬਰ ਹੈ 253 266 6924 253 266 6924 ਨੰਬਰ ਹੈ ਜਗਦੇਵ ਸਿੰਘ ਸੰਧੂ ਦਾ। ਤੇ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060 ਨੰਬਰ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ, ਗੈਰੀ ਧਾਲੀਵਾਲ ਹੋਰਾਂ ਦਾ। ਤੇ ਇਸੇ ਤਰ੍ਹਾਂ ਯੂਨੀਅਨ ਵਿਲੇਜ ਟਰੱਕ ਸਟਾਪ ਦੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ ਬੇਕਰਸਫੀਲਡ ਦੇ ਵਿੱਚ ਸੁਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ ਜਿਨ੍ਹਾਂ ਦਾ ਇਹ ਐਡਰੈਸ ਹੈ 2201 100 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ, ਜ਼ਿਪ ਕੋਡ 93307। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਤੇ ਇਸ ਦੇ ਨਾਲ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਇਸ ਤੋਂ ਇਲਾਵਾ ਸਰਕਾਰ ਨੇ ਕੁਝ ਫੈਸਲੇ ਲਏ ਨੇ ਕਿ ਪਟਵਾਰੀਆਂ ਨੂੰ ਵੀ ਨਹੀਂ ਹੁਣ ਹੱਥ ਪਾ ਸਕੇਗੀ ਪੰਜਾਬ ਪੁਲਿਸ। ਵੈਸੇ ਸਰੋਤੇ ਦੱਸਦੇ ਸੀਗੇ, ਕਹਿੰਦੇ ਅਹਿਮਦਗੜ੍ਹ ਦੇ ਮੇਲੇ ਤੇ ਅੱਗੇ ਥਪੜੈਂਤੀ ਕਰ ਦਿੰਦੇ ਆ ਪੁਲਿਸ ਵਾਲੇ। ਇਸ ਵਾਰੀ ਪੁਲਿਸ ਪੰਜਾਬ ਦੀ ਬਹੁਤ ਸੌਫਟ ਹੋਈ ਵੀ ਹੈ ਜਦੋਂ ਦੀ ਸਰਕਾਰ ਬਦਲੀ ਹੈ। ਕਹਿੰਦੇ ਇਦਾਂ ਦਾ ਪ੍ਰਸ਼ਾਸਨ ਦੇ ਰਹੀ ਹੈ ਕਿ ਇਹ ਆਮ ਲੋਕਾਂ ਦਾ ਪ੍ਰਸ਼ਾਸਨ ਜਾਪੇ। ਖੈਰ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ। 2-3 ਫੈਸਲੇ ਹੋਰ ਲਏ ਨੇ, ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਨੇ, ਉਹਨਾਂ ਤੇ ਵੀ ਚਰਚਾ ਕਰਾਂਗੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਤੇ ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਓਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਨਾਲ ਟਰੱਕ ਪਾਰਕਿੰਗ ਫ੍ਰੀ ਹੈ। ਇਸ ਤੋਂ ਇਲਾਵਾ ਇੱਥੇ ਤੁਸੀਂ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਚਾਹ ਤੇ ਨਾਲ ਲਾਂਡਰੀ ਤੇ ਕਰ ਸਕਦੇ ਹੋ, ਜਿਹੜਾ ਸ਼ਾਵਰ ਲੈ ਸਕਦੇ ਹੋ, ਸ਼ਾਵਰ ਵੀ ਫ੍ਰੀ ਹੈ, ਨਹਾਈ ਧੋਈ ਕਰੋ। ਤੇ ਇਸ ਤੋਂ ਇਲਾਵਾ ਉੱਥੇ ਤੁਸੀਂ ਓਵਰਨਾਈਟ ਟਰੱਕ ਪਾਰਕਿੰਗ ਵੀ ਫ੍ਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਨਾਲ ਲਿਕਰ ਸ਼ਾਪ ਵੀ ਹੈ, ਉਸ ਦਾ ਵੀ ਸਦਉਪਯੋਗ ਕੀਤਾ ਜਾ ਸਕਦਾ ਹੈ, ਪਰ ਇਹ ਫ੍ਰੀ ਨਹੀਂ ਹੈ, ਇੰਨਾ ਕੁ ਧਿਆਨ ਜ਼ਰੂਰ ਰੱਖਿਓ। ਤੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 84 13 425 232 84 13 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ, ਜੇ ਕੋਈ ਡੀਲ ਬਣਾਉਣੀ ਹੈ। ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਸ ਤਰ੍ਹਾਂ ਬੇਅਦਬੀ ਦੇ ਮੁੱਦੇ ਤੇ ਸੁਰਿੰਦਰ ਵੀਰ ਨਿਆਂ ਦੇਣ ਦੀ ਗੱਲ ਕੀਤੀ ਹੈ ਕਿ ਅਸੀਂ ਇਹਦੇ 'ਚ ਜ਼ਰੂਰ ਜੋ ਸਾਡੀ ਬਣਦੀ ਜ਼ਿੰਮੇਵਾਰੀ ਹੈ ਅਸੀਂ ਉਹ ਨਿਭਾਵਾਂਗੇ। ਖਟਕੜ ਕਲਾਂ ਵੀ ਪੁੱਜੇ ਨੇ, ਹੋਰ ਕਈ ਡਿਵੈਲਪਮੈਂਟ ਹੋਈਆਂ ਨੇ। ਪਟਿਆਲਾ ਦੇ ਵਿੱਚ ਵੀ ਕੁਛ ਇੱਕ ਡਿਵੈਲਪਮੈਂਟ ਹੋਈ ਹੈ। ਸਾਬਕਾ ਪੁਲਿਸ ਅਧਿਕਾਰੀ IG ਸਾਬਕਾ ਹਰਿੰਦਰ ਸਿੰਘ ਚਾਹਲ ਦੇ ਬੇਟੇ ਗੁਲਜ਼ਾਰਿੰਦਰ ਸਿੰਘ ਚਾਹਲ ਨੂੰ ਕਾਂਗਰਸ ਪਾਰਟੀ ਨੇ ਖਜ਼ਾਨਚੀ ਨਿਯੁਕਤ ਕੀਤਾ ਹੈ। 1-2 ਹੋਰ ਨਿਯੁਕਤੀਆਂ ਹੋਈਆਂ ਨੇ, ਇਹਨਾਂ ਨੂੰ ਕਿੱਦਾਂ ਵੇਖਦੇ ਹੋ ਜੀ ਸੁਰਿੰਦਰ? ਜਿਹੜੀਆਂ ਸਰਕਾਰ ਨੇ ਕੀਤੀਆਂ ਉਹ ਸਰਕਾਰ ਤੇ ਜਿਹੜੀਆਂ ਕਾਂਗਰਸ ਨੇ ਕੀਤੀਆਂ ਉਹ ਕਾਂਗਰਸ ਤੇ ਆ, ਠੀਕ ਹੈ ਨਾ। ਹੁਣ ਮੈਨੂੰ ਇੱਕ ਸਮਝ ਨਹੀਂ ਆਈ ਕਿ ਦੇਖੋ ਗੁਲਜ਼ਾਰਿੰਦਰ ਸਿੰਘ ਆ, ਠੀਕ ਆ, ਹਰਿੰਦਰ ਸਿੰਘ ਚਹਿਲ ਆ DIG ਰਿਟਾਇਰ ਹੋਏ, ਉਹਨਾਂ ਦਾ ਬੇਟਾ, ਠੀਕ ਹੈ ਨਾ, ਮੈਂ ਉਹਦੇ ਨਾਲ ਸਹਿਮਤ ਆ। ਪਰ ਉਹ ਬੰਦਾ ਭਾਰਤਿੰਦਰ ਸਿੰਘ ਚਹਿਲ ਦਾ ਬੇਟਾ ਤੇ ਉਹਦਾ ਬੇਟਾ, ਇਹ ਦੋਨੋਂ ਜਣੇ ਜਿਹੜੇ ਸੀਗੇ ਇਹ 2002 ਤੋਂ 2007 ਤੱਕ ਜਿਹੜੇ ਸੀਗੇ ਉਹ
ਰਹੇ ਆਪਣੇ ਕੀ ਕਹਿੰਦੇ ਆ, ਕ੍ਰਿਕਟ ਦੇ ਖਿਡਾਰੀ ਵੀ ਰਹੇ ਨੇ। ਹਾਂ, ਇਹ ਦੋਨੋਂ ਜਣੇ ਉਸ ਵੇਲੇ DSP ਭਰਤੀ ਕੀਤੇ ਗਏ ਸਪੋਰਟਸ ਕੋਟੇ 'ਚ, ਠੀਕ ਹੈ। ਪਰ ਮੁੜ ਕੇ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਦੂਸਰੀ ਸਿਲੈਕਸ਼ਨ ਸੀਗੀ ਉਹ ਰੱਦ ਕਰ ਦਿੱਤੀ ਸੀਗੀ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੋਈ ਰਿਲੀਫ ਜਿਹੜੀ ਨਹੀਂ ਮਿਲੀ। ਫਿਰ ਇਹ ਵਿਦੇਸ਼ 'ਚ ਵੀ ਰਹੇ ਤੇ ਇਹ ਫਿਲਮ ਇੰਡਸਟਰੀ 'ਚ ਵੀ ਆ। ਹੁਣ ਮੈਨੂੰ ਸਮਝ ਨਹੀਂ ਆਈ ਕਿ ਇਹ ਨਿਯੁਕਤੀ ਕਿੱਦਾਂ ਹੋ ਗਈ, ਕਿਉਂਕਿ ਮੈਂ ਇਹ ਨਿਯੁਕਤੀ ਮੇਰੀ ਤਾਂ ਸਵੇਰ ਦੀ ਸਮਝ 'ਚ ਨਹੀਂ ਆ ਰਹੀ ਜਦੋਂ ਦੀ ਹੋਈ ਹੈ। ਬੜਾ ਕਨਫਿਊਜ਼ਨ ਸੀਗਾ, ਕਿਉਂਕਿ ਚਲੋ ਆਪਾਂ ਲੋਕਲ ਕਰਕੇ ਜਾਣਦੇ ਹਾਂ, ਕਿਉਂਕਿ ਇੱਥੇ ਵੀ ਮੈਰਾਥਨ ਕਰਾਉਂਦੇ ਨੇ। ਪਿੱਛੇ ਜੇ ਬੇਬੇ ਮਾਨਕੌਰ ਨੂੰ ਵੀ ਸਨਮਾਨਿਤ ਕੀਤਾ। ਵੈਸੇ ਬੜੇ ਸੌਫਟ ਮਾਈਂਡਡ ਹੈ ਗੁਲਜ਼ਾਰਿੰਦਰ ਚਹਿਲ, ਤੇ ਇਹਦੇ ਨਾਲ ਵੀ ਜਿਹੜਾ ਹਰਭਜਨ ਮਾਨ ਹੈ ਉਹਦੇ ਬਹੁਤ ਖਾਸ ਦੋਸਤ ਨੇ, ਤੇ ਵੈਸੇ ਵੀ ਸ਼ਹਿਰਦਾਰੀ 'ਚ ਕੋਈ ਇਦਾਂ ਦਾ ਨਹੀਂ, ਇਹਦੇ ਨਾਲ ਬਾਰੇ ਬੜੇ ਸਲੀਕੇ ਨਾਲ ਵਿਚਰਦਾ ਗੁਲਜ਼ਾਰ। ਤੇ ਇਸ ਦੌਰਾਨ ਇਹ ਜਿਹੜੀ ਨਿਯੁਕਤੀ ਹੋਈ ਹੈ ਨਾ ਸੁਰਿੰਦਰਵੀਰ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੀ ਵੇਣੂਗੋਪਾਲ ਅਨੁਸਾਰ ਹੋਈ ਹੈ, ਤੇ ਕਾਂਗਰਸ ਦੇ ਮੁਖੀ ਸੋਨੀਆ ਗਾਂਧੀ ਨੇ ਜੋਗਿੰਦਰਪਾਲ ਢੀਂਗਰਾ, ਕਈ ਨਵੇਂ ਨਾਂ ਨੇ। ਹਾਲਾਂਕਿ ਗੁਲਜ਼ਾਰਿੰਦਰ ਚਾਹਲ ਦੇ ਨਾਂ ਨਾਲ ਵੀ ਜਿਹੜਾ ਕਨਫਿਊਜ਼ਨ ਆ ਲੋਕਾਂ ਨੂੰ, ਅਜੇ ਸੈਂਟਰ ਦੇ ਵਿੱਚ ਚੰਡੀਗੜ੍ਹ ਦੇ ਵਿੱਚੋਂ ਇਹ ਨਹੀਂ ਪਤਾ ਲੱਗ ਰਿਹਾ ਕਿ ਗੁਲਜ਼ਾਰਿੰਦਰ ਚਾਹਲ ਕੌਣ ਹੈ। ਆਪਾਂ ਤਾਂ ਲੋਕਲ ਕਰਕੇ ਜਾਣਦੇ ਨੇ ਕਿ ਗੁਲਜ਼ਾਰਿੰਦਰ ਚਾਹਲ ਇਹਨਾਂ ਦੇ ਹਰਿੰਦਰ ਸਿੰਘ ਚਾਹਲ ਹੋਰਾਂ ਦੇ ਬੇਟੇ ਨੇ, ਤੇ ਇਹਨਾਂ ਦਾ ਜਿਹੜਾ, ਕਿਉਂਕਿ ਪਟਿਆਲੇ ਦੇ ਵਿੱਚ ਥਾਪਰ ਕਾਲਜ ਦੇ ਵਿੱਚ ਇਹ ਜਿਹੜੀ ਮੈਰਾਥਨ ਵਗੈਰਾ ਇਹ ਕਰਾਉਂਦੇ ਰਹਿੰਦੇ ਨੇ, ਸਪੋਰਟਸ ਇਵੈਂਟ ਕਰਾਉਂਦੇ ਰਹਿੰਦੇ ਨੇ, ਤੇ ਇਹ ਨਿਯੁਕਤੀਆਂ ਸੈਂਟਰ ਕਾਂਗਰਸ ਤੋਂ ਹੋਈਆਂ ਨੇ। ਹਾਲਾਂਕਿ ਇਹਦੇ 'ਚ ਜਿਹੜਾ ਹੈਗਾ ਜੋਗਿੰਦਰਪਾਲ ਢੀਂਗਰਾ, ਇਹ ਵੀ ਨਵਾਂ ਨਾਂ ਆਇਆ ਕਾਂਗਰਸ ਹਲਕਿਆਂ ਦੇ ਵਿੱਚ, ਤੇ ਖਜ਼ਾਨਚੀ ਦਾ ਅਹੁਦਾ ਤਾਂ ਸਾਰਾ ਫਿਰ ਪਾਰਟੀ ਫੰਡਿੰਗ ਰੱਖ ਰਖਾਓ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਦਿੱਤਾ ਜਾਂਦਾ ਨਾ। ਇਹ ਨਿਯੁਕਤੀ ਹਾਈ ਕਮਾਂਡ ਤੋਂ ਹੋਈ ਹੈ, ਤੇ ਹਾਲਾਂਕਿ ਨਾਂ ਨੂੰ ਲੈ ਕੇ ਕਨਫਿਊਜ਼ਨ ਸੀ, ਪਰ ਹੁਣ ਸਪਸ਼ਟ ਹੋ ਗਿਆ ਕਿ ਗੁਲਜ਼ਾਰਿੰਦਰ ਸਿੰਘ ਚਾਹਲ ਨੂੰ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ। ਤੇ ਜ਼ਿਕਰ ਖਾਸ ਹੈ ਕਿ ਨਵ ਨਿਯੁਕਤੀਆਂ ਨੇ ਜਿਹੜੀਆਂ ਨੇ ਉਹ ਚਰਨਜੀਤ ਸਿੰਘ ਚੰਨੀ ਮੌਜੂਦਾ ਸਮਾਂ ਦਿੱਲੀ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਰਹੇ ਨੇ। ਇਹ ਜਿਹੜਾ ਇਹ ਦਿੱਲੀ ਗਏ ਨੇ ਉੱਥੋਂ ਹੀ ਪਾਸ ਹੋਈਆਂ ਨੇ। ਤੇ ਦੂਸਰੇ ਜਿਹੜੇ ਸੱਜਣ ਨੇ ਜਿਨ੍ਹਾਂ ਦੀ ਨਿਯੁਕਤੀ ਹੋਈ ਹੈ ਉਹ ਜੋਗਿੰਦਰਪਾਲ ਢੀਂਗਰਾ ਨੇ, ਉਹਨਾਂ ਦੀ ਨਿਯੁਕਤੀ ਹੋਈ ਹੈ। ਪ੍ਰਗਟ ਸਿੰਘ ਨੂੰ ਵੀ ਵੱਡਾ ਅਹੁਦਾ ਮਿਲਿਆ। ਪ੍ਰਗਟ ਸਿੰਘ ਨੂੰ ਹਾਲਾਂਕਿ ਵਜ਼ਾਰਤ ਵੀ ਮਿਲ ਸਕਦੀ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਪ੍ਰਗਟ ਸਿੰਘ ਨੂੰ। ਉਹ ਤੇ ਪ੍ਰਵਾਨਿਤ ਚਿਹਰੇ ਨੇ ਕਈ ਖਾਸ ਕਰਕੇ ਜਿਵੇਂ ਜੋਗਿੰਦਰਪਾਲ ਢੀਂਗਰਾ, ਇਹ ਵੀ ਨਵਾਂ ਨਾਂ ਆਇਆ ਨਾ ਜੀ। ਨਹੀਂ, ਉਹ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ, ਇਹਨਾਂ ਦੇ ਫਾਦਰ ਦਾ ਨਾਮ ਨਹੀਂ ਯਾਦ ਆ ਰਿਹਾ। ਇਹ ਬੜਾ ਪੁਰਾਣਾ ਪਰਿਵਾਰ ਆ ਜਿਹੜਾ ਇਹ ਕਾਂਗਰਸ 'ਚ ਹੈ, ਜਿਹੜਾ ਇਹ ਢੀਂਗਰਾ ਪਰਿਵਾਰ ਆ ਨਾ, ਇਹ ਮੈਨੂੰ ਇਸ ਵੇਲੇ ਐਗਜ਼ੈਕਟ ਯਾਦ ਨਹੀਂ ਆ ਰਿਹਾ ਇਹ ਕਿਹੜੇ ਪਰਿਵਾਰ 'ਚੋਂ ਆ, ਪਰ ਇਹ ਪੁਰਾਣਾ ਪਰਿਵਾਰ ਕਾਂਗਰਸੀ ਹੈ, ਤਾਂ ਕਰਕੇ ਇਹਨਾਂ ਦੀ ਨਿਯੁਕਤੀ ਜਿਹੜੀ ਉਹਦੇ 'ਚ ਆਈ ਹੈ। ਜਿੱਥੋਂ ਤੱਕ ਪ੍ਰਗਟ ਸਿੰਘ ਦਾ ਸਵਾਲ ਆ, ਪ੍ਰਗਟ ਸਿੰਘ ਦਾ ਪਹਿਲਾਂ ਉਹਨਾਂ ਨੂੰ ਜਨਰਲ ਸਕੱਤਰ ਸੰਗਠਨ ਲਾਇਆ ਗਿਆ ਸੀ। ਸੰਗਠਨ ਦਾ ਮਤਲਬ ਸੀ ਕਿ ਖਜ਼ਾਨਾ ਉਹਨਾਂ ਕੋਲ ਰਹੇਗਾ। ਇਹ ਨਵਜੋਤ ਸਿੰਘ ਸਿੱਧੂ ਨੇ ਨਿਯੁਕਤੀ ਕੀਤੀ ਸੀ, ਹੁਣ ਹਾਈ ਕਮਾਂਡ ਵੱਲੋਂ ਹੋ ਗਈ। ਪਰ ਉਹਦੇ ਨਾਲ ਇਹ ਆ ਕਿ ਉਹਨਾਂ ਕੋਲੋਂ ਸੰਗਠਨ ਵਾਪਸ ਲੈ ਕੇ ਕੱਲਾ ਜਨਰਲ ਸਕੱਤਰ ਰਹਿਣ ਤਾਂ, ਤੇ ਕਿਉਂਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਵਾਧਾ ਕਰਨਾ ਉਹ ਮੇਰੇ ਖਿਆਲ ਸ਼ਾਇਦ ਅੱਜ ਰਾਤ ਜਾਂ ਕੱਲ ਤੱਕ ਲਿਸਟ ਆਉਣ ਦੀ ਪੂਰੀ ਸੰਭਾਵਨਾ ਵਾ। ਤੇ ਇਹ ਜਿਵੇਂ ਦੇਖੋ ਗੁਲਜ਼ਾਰਿੰਦਰ ਚਾਹਲ ਆ ਸਪੋਰਟਸ 'ਚੋਂ ਹੈ, ਕਿਉਂਕਿ ਮਾਨਸਾ ਸੀਟ ਹੈ ਇਹਨਾਂ ਦਾ। ਚਾਹਲ ਸਾਹਿਬ ਹੋਰਾਂ ਦਾ ਪਿੰਡ ਨਥਿਆ ਵੀ ਹੈ, ਮੇਰੇ ਹਿੱਸੇ ਦਾ ਪੰਜਾਬ। ਇਹਨਾਂ ਨੇ ਕਿਤਾਬ ਵੀ ਪਿੱਛੇ ਜੇ ਲਿਖੀ ਸੀ ਜਦੋਂ ਰਿਟਾਇਰ ਹੋਏ ਨੇ। ਤੇ ਇਹਦੇ 'ਚ ਜਿਹੜਾ ਮੇਰੇ ਖਿਆਲ ਹੁਣ ਕਾਂਗਰਸ ਦਾ ਜਦੋਂ ਰਾਹੁਲ ਸੱਤਾ 'ਚ ਆਉਂਦੇ ਨੇ, ਉਹ ਉਹਨਾਂ ਦਾ ਇੱਕ ਪੈਟਰਨ ਰਹਿੰਦਾ ਵੀ ਯੂਥ ਨੂੰ, ਭਾਵੇਂ ਰਵਨੀਤ ਬਿੱਟੂ ਹੋਵੇ, ਰਾਜਾ ਵੜਿੰਗ ਹੋਵੇ, ਇਸੇ ਤਰ੍ਹਾਂ ਹੁਣ ਯੂਥ 'ਚ ਮੇਰੇ ਖਿਆਲ ਗੁਲਜ਼ਾਰਿੰਦਰ ਚਾਹਲ ਨੂੰ ਟਿਕਟ ਦੇ ਵੀ ਚਾਂਸ ਬਣਦੇ ਨੇ ਫਿਰ ਇਸ ਹਿਸਾਬ ਨਾਲ, ਜਿਵੇਂ ਉਹਨਾਂ ਨੂੰ ਵੱਡਾ ਉਹਦਾ ਮਿਲਿਆ। ਆਪਣੇ ਨਾਲ ਇੱਕ ਸਰੋਤੇ ਜੁੜੇ ਨੇ, ਆਪਾਂ ਉਹਨਾਂ ਦੀ ਇਨਪੁਟ ਪਾ ਲਈਏ ਨਾਲ, ਫਿਰ ਆਪਾਂ ਥੋੜਾ ਸਮਾਪਤੀ ਕਰਾਂਗੇ। ਪ੍ਰਗਟ ਸਿੰਘ ਬਲ, ਸਵਾਗਤ ਹੈ ਤੁਹਾਡਾ US ਤੋਂ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਢੀਂਗਰਾ ਸਾਹਿਬ ਦਾ ਮੈਂ ਦੱਸਦਾ। ਹਾਂ, ਤੁਹਾਡੇ ਅੰਮ੍ਰਿਤਸਰ ਦੇ। ਹਾਂਜੀ, ਇਹ ਪੁਰਾਣਾ ਮਤਲਬ ਯੂਥ ਕਾਂਗਰਸ ਜਦੋਂ ਪ੍ਰਤਾਪ ਬਾਜਵਾ ਜੀ ਹੁੰਦੇ ਪੰਜਾਬ ਦੇ ਪ੍ਰਧਾਨ, ਯੂਥ ਦਾ ਅੰਮ੍ਰਿਤਸਰ ਦਾ ਪ੍ਰਧਾਨ ਸੀ। ਅੱਛਾ, ਅੰਮ੍ਰਿਤਸਰ। ਫਿਰ ਇਹ ਸਾਡੇ ਮਹੱਲੇ ਦਾ ਕੌਂਸਲਰ ਬਣਿਆ, ਸਭ ਤੋਂ ਨੰਬਰ ਸਾਰੇ ਅੰਮ੍ਰਿਤਸਰ ਤੋਂ ਵੱਧ ਵੋਟਾਂ ਲੈ ਕੇ। ਅੱਛਾ ਜੀ। ਤੇ ਫਿਰ ਰਾਜਨੀਤੀ ਹੋ ਗਈ। ਇਹਨੂੰ ਮੇਅਰ ਬਣਾਉਂਦੇ ਦੱਤੀ ਦੀ ਲਾਟਰੀ ਨਿਕਲ ਆਈ, ਕਿਉਂਕਿ ਸੋਨੀ ਨੂੰ ਬਣਾਉਣਾ ਨਹੀਂ ਭਾਟੀਆ ਸਾਹਿਬ ਨੇ। ਫਿਰ ਇਹ ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ ਰਿਹਾ ਅੰਮ੍ਰਿਤਸਰ ਦਾ। ਅੱਛਾ ਜੀ। ਫਿਰ ਇਹਨੂੰ ਟਿਕਟ ਦੀ ਹਾਂ ਹੋਈ ਮੇਅਰ ਤੋਂ ਨਾ ਬਣਾ ਕੇ, ਤੇ ਇਹਨੇ ਫਿਰ 2007 ਚ ਆਜ਼ਾਦ ਟਿਕਟ ਲੜੀ। ਆਜ਼ਾਦ 2 ਹੋ ਗਏ, ਜੁਗਲ ਕਿਸ਼ੋਰ ਸ਼ਰਮਾ ਤੇ ਇਹ ਤੇ ਜੋਸ਼ੀ ਪਹਿਲੀ ਵਾਰ ਜਿੱਥੋਂ ਜਿੱਤਿਆ ਸਾਡੇ ਹਲਕੇ ਤੋਂ। ਤੇ ਇਸ ਕਰਕੇ ਜੋਗਿੰਦਰਪਾਲ ਢੀਂਗਰਾ
ਨਵਾਂ ਨੀਗਾ, ਪੁਰਾਣਾ ਛੋਟਿਆਂ ਤੋਂ ਲੱਗਿਆ ਹੋਇਆ, ਵਧੀਆ ਬੰਦਾ। ਧੰਨਵਾਦ ਜੀ। ਓਕੇ, ਥੈਂਕ ਯੂ। ਜਾਨੀ ਇਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅੰਮ੍ਰਿਤਸਰ ਇਲਾਕੇ ਚੋਂ, ਕਿਉਂਕਿ ਮਦਨ ਲਾਲ ਢੀਂਗਰੇ ਪਰਿਵਾਰ ਤੋਂ ਜ਼ਿਆਦਾ ਉਸ ਖਿੱਤੇ 'ਚ ਨੇ। ਉਧਰੋਂ ਇਹਨਾਂ ਨੇ ਸੁਰਿੰਦਰਵੀਰ ਸਪਸ਼ਟ ਕੀਤਾ, ਆਪਣਾ ਬਾਈ ਜੀ ਪ੍ਰਗਟ ਸਿੰਘ ਬੱਲ, ਤੇ ਇਹਨਾਂ ਨੇ ਸਪਸ਼ਟ ਕੀਤਾ ਕਿ ਕਾਫੀ ਚਰਚਿਤ ਚਿਹਰਾ ਹੈ ਅੰਮ੍ਰਿਤਸਰ ਦੇ ਵਿੱਚ, ਤੇ ਇਹ ਨਵਜੋਤ ਸਿੰਘ ਸਿੱਧੂ ਦੇ ਖੇਮੇ ਚੋਂ ਫਿਰ ਇਹ ਨਿਯੁਕਤੀਆਂ ਨੇ ਜਿਹੜੀਆਂ ਸੁਰਿੰਦਰਵੀਰ ਹੋਈਆਂ ਨੇ। ਇਹਦਾ ਮਤਲਬ ਮੇਰੇ ਕਹਿਣ ਦਾ ਸੀ ਕਿ ਜਿਸ ਤਰ੍ਹਾਂ ਇਹਨਾਂ ਨੂੰ ਨਵੇਂ ਚਿਹਰੇ ਆ ਰਹੇ ਨੇ, ਸੋ ਇਸ ਕਰਕੇ ਜਿਹੜੇ ਪੁਰਾਣੇ ਨੇ, ਬਾਬਾ ਰਾਹੋਂ ਲਾਂਭੇ ਹੋ ਜਾ, ਨਵਿਆਂ ਵਿੱਚ ਖਲੋ ਜਾ, ਸੋ ਰਾਹੁਲ ਹੁਣ ਨਵੀਂ ਟੀਮ ਅਪੁਆਇੰਟ ਕਰ ਰਿਹਾ ਹੈ, ਨਵੇਂ ਤਜਰਬੇ ਨੇ। ਵੈਸੇ ਇੱਕ ਆਪਣਾ ਮਨਦੀਪ ਚਾਹਲ ਤੇ ਆਪਣਾ ਦਲਵੀਰ ਰੰਧਾਵਾ ਨੇ ਕਮੈਂਟ ਕੀਤਾ, ਕਹਿੰਦੀ ਆਪਣਾ ਯੋਗਰਾਜ ਸਿੰਘ, ਉਹਨੇ ਤਾਂ ਕਹਿੰਦੇ ਇੰਨੀ ਲੌਬਿੰਗ ਕੀਤੀ ਆ। ਹੈਰਾਨੀ ਦੀ ਗੱਲ ਹੈ ਕਿ ਯੋਗਰਾਜ ਸਿੰਘ ਨੂੰ ਅਜੇ ਕੋਈ ਅਹੁਦਾ ਨਹੀਂ ਮਿਲਿਆ ਜੀ। ਸੁਰਿੰਦਰ, ਚਲੋ ਉਹਨੂੰ ਲੌਬਿੰਗ ਕਰੀ ਜਾਣ ਦੋ, ਤਾਂ ਕਿਹੜਾ ਪਤਾ ਨਹੀਂ ਬਾਬਾ ਉਹਦਾ ਸੀਗਾ ਜਿਹੜਾ, ਮੈਨੂੰ ਹੁਣ ਉਹ ਬਾਬੇ ਦਾ ਨਾਂ ਟਾਲਾ ਸਾਹਿਬ ਵਾਲਾ, ਟਾਲਾ ਸਾਹਿਬ ਵਾਲਾ ਬਾਬਾ, ਟਾਲਾ ਸਾਹਿਬ ਵਾਲੇ ਬਾਬੇ ਨੇ ਉਹਨੂੰ ਸੇਵਾ ਲਾਈ ਸੀਗੀ। ਕਹਿੰਦੇ ਵੀ ਤੂੰ ਜਾ ਕੇ ਪੰਜਾਬ ਦੀ ਨਵੀਂ ਸਰਕਾਰ ਜਿਹੜੀ ਉਹ ਤੂੰ ਤਿਆਰ ਕਰਨੀ ਹੈ। ਕਹਿੰਦਾ ਮੈਨੂੰ ਉਹਨਾਂ ਨੇ ਸੇਵਾ ਲਾਈ ਹੈ ਟਾਲਾ ਸਾਹਿਬ ਵਾਲੇ ਬਾਬਾ ਜੀ ਨੇ, ਠੀਕ ਹੈ ਨਾ, ਉਹ ਨਾ ਚੱਲਿਆ। ਹੁਣ ਤੁਸੀਂ ਇੱਥੇ ਗੁਲਜ਼ਾਰਿੰਦਰ ਚਹਿਲ ਦੀ ਗੱਲ ਆ ਗਈ। ਦੇਖੋ ਮਾਨਸੇ 'ਚ ਕੀ ਆ, ਮਾਨਸੇ 'ਚ ਆਲਰੇਡੀ ਜਿਹੜਾ ਨਾਜਰ ਸਿੰਘ ਮਾਨਸਾਈ ਆ, ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਸੀ, ਤੇ ਪਰ ਉਹ ਤ੍ਰਿਪਤ ਰਜਿੰਦਰ ਬਾਜਵੇ ਦਾ ਖਸਮ ਖਾਸ ਸੀਗਾ, ਠੀਕ ਹੈ। ਜਿਸ ਵੇਲੇ ਤ੍ਰਿਪਤ ਰਜਿੰਦਰ ਬਾਜਵੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਖਟਪਟ ਹੁੰਦੀ ਆ, ਉਸ ਤੋਂ ਬਾਅਦ ਉੱਥੇ ਭਾਰਤਿੰਦਰ ਚਹਿਲ ਦੇ ਬੇਟੇ ਨੂੰ ਉਤਾਰਿਆ ਜਾਂਦਾ ਕਿ ਤੁਸੀਂ ਤਿਆਰੀ ਕਰੋ। ਦੂਜੇ ਬੰਨੇ ਭਾਰਤਿੰਦਰ ਚਹਿਲ ਦਾ ਬੇਟਾ ਜਿਹੜਾ, ਤੇ ਉਹਨਾਂ ਦੀ ਨੌਂ ਜਿਹੜੀ ਆ, ਉਹ ਸਨੌਰ ਹਲਕੇ ਤੇ ਵੀ ਅੱਖ ਰੱਖ ਕੇ ਬੈਠੇ ਸੀ ਕਿ ਜੇ ਸਾਡੀ ਮਾਨਸੇ ਜੇ ਦਾ ਨਹੀਂ ਲੱਗੂ, ਸਾਡਾ ਸਨੌਰ ਲੱਗੂ। ਉਧਰ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਸਿੱਧੂ ਨੂੰ ਜਿਹੜਾ ਸੀ ਉਹਨੂੰ ਸਨੌਰ ਹਲਕੇ ਲਈ ਉਹਨੂੰ ਤਿਆਰ ਕੀਤਾ ਹੋਇਆ। ਯਾਨੀ ਕਿ ਉਥਲ ਪੁਥਲ ਪਤਾ ਨਹੀਂ ਕਿੰਨੀ ਕੁ ਹੋਣੀ ਆ, ਕਿੱਧਰ ਨੂੰ ਜਾਣਾ ਕੀ ਨਹੀਂ ਜਾਣਾ। ਹਾਲ ਦੀ ਘੜੀ ਨਾ ਇੱਕ ਜਿਹੜਾ ਵੱਡਾ ਤੂਫਾਨ ਨਹੀਂ ਆਉਣਾ ਹੁੰਦਾ, ਉਹ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਜਿਹੜੀ ਆ ਉਹ ਦਿਖਾਈ ਦੇ ਰਹੀ ਆ। ਪਰ ਤੂਫਾਨ ਅਵੱਛ ਆਏਗਾ, ਕਿੱਦਾਂ ਦਾ ਆਏਗਾ, ਕਿਹਨੂੰ ਰੋੜਦਾ, ਕਿਹਦੀਆਂ ਜੜ੍ਹਾਂ ਪੱਟਦਾ, ਕਿਹਦੀਆਂ ਟਾਹਣੀਆਂ ਤੋੜਦਾ, ਕਿਹਦੇ ਪੱਤੇ ਖਿਲਾਰਦਾ, ਇਹ ਨਹੀਂ ਪਤਾ ਹਾਲ ਦੀ ਘੜੀ, ਪਰ ਹੋਊਗਾ ਬਹੁਤ ਕੁਛ। ਬਿਲਕੁਲ। ਹੋਰ ਸੁਰਿੰਦਰ ਵੀ ਕੋਈ ਅਪਡੇਟ ਹੋਵੇ? ਇੱਕ ਮਨਜੀਤ ਹੋਰਾਂ ਨੂੰ ਪਤਾ ਨਹੀਂ ਕੀ ਫੋਬੀਆ ਹੋ ਗਿਆ ਜਾਤ ਵਿਸ਼ੇਸ਼ ਦਾ। ਇਹ ਪਹਿਲਾਂ ਵੀ ਜੱਟਾਂ ਨੂੰ ਲੈ ਕੇ, ਮੈਂ ਇਸ ਮਾਮਲੇ 'ਚ ਜਿੰਨਾ ਸਪਸ਼ਟ ਹਾਂ, ਜਾਤ ਤਾਂ ਕੀ, ਮੈਂ ਧਰਮ ਦਾ ਵੀ ਵਲਗਣ ਆਪਣੇ ਉੱਤੇ ਨਹੀਂ ਪੈਣ ਦਿੱਤੀ। ਮਨਜੀਤ ਸਿਆਂ, ਤੁਹਾਨੂੰ ਕੋਈ ਕਿਹੜਾ ਹੈ ਨਾ, ਆ ਕੇ ਰੇਡੀਓ ਤੇ ਗੱਲ ਕਰ ਲਓ। ਕਹਿੰਦੇ ਟਵਾਣੇ ਦੇਖ ਲਈ ਕੈਪਟਨ ਜੱਟ ਦੀ ਅਕਲ। ਬਿਲਕੁਲ, ਮੈਂ ਤਾਂ ਆਪ ਕਹਿਣਾ ਕਿ ਦੋਏ ਚੀਜ਼ਾਂ ਨੇ। ਤੁਸੀਂ ਜਾਤ ਵਿਸ਼ੇਸ਼ ਤੇ ਗਰੰਟੀ ਨਹੀਂ ਲੈ ਸਕਦੇ, ਨਾ ਤੁਸੀਂ SC ST ਦੀ ਗਰੰਟੀ ਲੈ ਸਕਦੇ ਹੋ, ਤੇ ਨਾ ਤੁਸੀਂ ਉਹਦੀ, ਮਤਲਬ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਸਹੁੰ ਖਾਈਏ ਜੀ ਦੀ, ਪੁੱਤ ਦੀ ਨਾ ਧੀ ਦੀ। ਤੇ ਪਹਿਲਾਂ ਵੀ ਕਿ ਇੱਕ ਦੋ ਵੀਰਾਂ ਦੇ ਕਮੈਂਟ ਆਏ, ਕਹਿੰਦੇ ਤੁਹਾਨੂੰ ਬਹੁਤ ਤਕਲੀਫ ਹੈ ਇਸ ਭਾਈਚਾਰੇ ਦੇ ਬੰਦੇ ਦੇ CM ਬਣਨ ਤੇ। ਸਾਨੂੰ ਕੋਈ ਤਕਲੀਫ ਨਹੀਂ। ਅਸੀਂ ਜਿਹੜਾ ਹੈਗਾ, ਸਾਡੀ ਜਿਹੜੀ ਜੌਬ ਹੈ ਉਹ ਸਿਆਸਤਦਾਨਾਂ ਦੀ ਚਾਪਲੂਸੀ ਕਰਨਾ ਨਹੀਂ ਹੈ ਮਨਜੀਤ ਸਿੰਘ ਜੀ। ਹੋਰ ਵੀ ਇੱਕ ਦੋ ਬੰਦਿਆਂ ਦੇ ਕਮੈਂਟ ਆਏ ਸੀ। ਇੱਕ ਸਿਰਫ ਸੀਨਾ ਪਾੜ ਕੇ ਤੁਹਾਡੇ ਲੋਕਾਂ ਨੂੰ ਨਹੀਂ ਵਿਖਾ ਸਕਦੇ। ਦੋਸ਼ ਲਾਉਣ ਵਾਲਿਆਂ ਨੇ ਗੁਰੂ ਪੀਰ ਰਹਿਬਰ ਨਹੀਂ ਛੱਡੇ। ਸੋ ਇਸ ਕਰਕੇ ਸਾਡਾ ਜਿਹੜਾ ਕੰਟੈਂਟ ਹੈ ਇਦਾਂ ਹੀ ਰਹੇਗਾ। ਮਨਜੀਤ ਸਿੰਘ ਜੀ, ਤੁਹਾਡਾ ਜਿੱਥੇ ਮਨ ਮਿਲਦਾ ਉੱਥੇ ਜੀਤ ਕਰ ਲਿਆ ਕਰੋ ਤੁਸੀਂ। ਕੈਪਟਨ ਸਾਹਿਬ ਦੀ ਅਕਲ ਦਾ ਅੱਜ ਨਹੀਂ, ਜਦੋਂ ਤੋਂ ਬਣਿਆ ਕੀ ਅਸੀਂ ਆਲੋਚਨਾ ਨਹੀਂ ਕਰਦੇ। ਕੱਢ ਲਓ 5 ਸਾਲ ਪੁਰਾਣੇ ਪ੍ਰੋਗਰਾਮ, ਭਾਵੇਂ ਬਾਦਲ ਹੈ, ਕੈਪਟਨ ਹੈ, ਕੋਈ ਵੀ ਹੈ, ਸਾਡੇ ਲਈ ਕੋਈ ਰੱਬ ਨਹੀਂ ਹੈ। ਕਿਉਂਕਿ ਅਸੀਂ ਸਪਲੀਮੈਂਟ ਸਰਕਾਰਾਂ ਤੋਂ ਲੈ ਕੇ ਪੱਤਰਕਾਰੀ ਨਹੀਂ ਕਰਦੇ, ਨਾ ਅਸੀਂ ਕਿਸੇ ਦੀ ਧੰਗੇੜ ਝੱਲਦੇ ਹਾਂ। ਜੇ ਧੰਗੇੜ ਚੱਲਦੇ ਹੁੰਦੇ ਨਾ ਤੇ ਅੱਜ ਨੂੰ ਕਰੋੜਾਂਪਤੀ ਹੁੰਦੇ। ਪਰ ਲੋੜ ਹੈ ਜਿਹੜਾ ਮਿਹਨਤ, ਮਾਇਆ, ਮੁਸ਼ੱਕਤ ਦਾ ਪੈਸਾ, ਉਸ ਤੇ ਹੀ ਅਸੀਂ ਆਪਣਾ ਪਰਿਵਾਰ ਪਾਲਣ ਨੂੰ ਤਵੱਜੋ ਦਿੰਦੇ ਹਾਂ। ਨਹੀਂ ਵਿੱਤ ਹੋਊਗਾ, ਮੀਡੀਆ ਨਹੀਂ ਚਲਾਵਾਂਗੇ, ਹੋਰ ਕੁਝ ਕਰ ਲਾਂਗੇ, ਘਰਾਟ ਲਾ ਲਾਂਗੇ। ਮੇਰੇ ਤਾਂ ਪਸੰਦੀਦਾ ਜਗ੍ਹਾ ਪਈ ਹੈ ਮੇਰੇ ਕੋਲ, ਚਲਾਉਣਾ ਘਰਾਟ ਹੀ ਹੈ, ਐਨ ਪੀਠਾ ਪੀਸਣਾ ਭਰਾਵਾ ਮੇਰਿਆ। ਸੋ ਤੁਸੀਂ ਆਪਣੇ ਜਾਤ ਵਿਸ਼ੇਸ਼ ਦਾ ਵਹਿਮ ਕੱਢ ਦਿਆ ਕਰੋ ਇਸ ਮੰਚ ਤੋਂ। ਮੈਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ, ਮਤਲਬ ਜੱਟ ਦੇ ਬਾਰੇ ਜਿਹੜੇ ਲੋਕ ਅਖਾਣ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਹੁਣ ਕਪਤਾਨ ਸਾਹਿਬ ਦੀ ਅਕਲ ਦਾ ਸਿਰਫ ਜੱਟ ਹੋਣ ਕਰਕੇ ਨਹੀਂ, ਕੌਣ ਕਰਦਾ ਜੱਟ ਦਾ। ਸਾਧੂ ਸਿੰਘ ਧਰਮਸੋਤ ਬਣਿਆ ਸੀ, ਕਿੰਨਾ ਕਿ ਇਹਨੇ ਦਲਿਤਾਂ ਦੇ ਵਾਸਤੇ ਕਰ ਦਿੱਤਾ ਸੀ। ਜਿਹੜਾ ਸਾਨੂੰ ਵਹਿਮ ਹੈ ਨਾ ਕਿ ਸਾਡਾ ਦਲਿਤ ਵੀਰ ਬਣ ਗਿਆ, ਸਾਡਾ SC ਵੀਰ ਬਣ ਗਿਆ, ਸਾਡਾ ਜੱਟ ਵੀਰ ਬਣ ਗਿਆ, ਸਾਡਾ ਬ੍ਰਾਹਮਣ ਬਣ ਗਿਆ, ਕੋਈ ਕਿਸੇ ਦਾ ਨਹੀਂ ਹੈ ਵੀਰ। ਇਨਸਾਨੀਅਤ ਚਾਹੀਦੀ ਹੈ। ਸਾਡੇ ਦਿਮਾਗਾਂ 'ਚ ਆਪਣੀ ਜਾਤ ਮਜ਼ਹਬ ਦੇ ਨਾਂ ਤੇ ਤੂੜੀ ਭਰੀ ਹੋਈ ਹੈ, ਗੋਬਰ ਭਰਿਆ ਹੋਇਆ, ਮੈਂ ਅੱਗੇ ਨਾ ਜਾਵਾਂ। ਸੋ ਇਸ ਕਰਕੇ ਆਪਣਾ ਮਾਰੂ ਛਾਵੇਂ ਸੁੱਟੂ। ਮੈਂ ਉਸ ਫੋਕਲੋਰ ਦਾ ਵੀ ਵਿਰੋਧ ਕਰਦਾ
ਕਿ ਜੇ ਆਪਣੇ ਨੇ ਤੁਹਾਨੂੰ ਮਾਰ ਹੀ ਦਿੱਤਾ, ਤੁਹਾਨੂੰ ਭਾਵੇਂ ਗੰਦ 'ਚ ਸਿੱਟੇ ਭਾਵੇਂ ਸਵਰਗੇ ਸਿੱਟੇ, ਤੇ ਤੁਹਾਡੇ ਲੋਕਾਂ ਦੇ ਮਨਾਂ 'ਚ ਅਜੇ ਵੀ ਨਾ ਉਹੀ ਮਜ਼ਹਬ ਦੀ ਤੂੜੀ ਭਰੀ ਹੋਈ ਹੈ, ਉਹੀ ਜਾਤ ਦੀ ਤੂੜੀ ਭਰੀ ਹੋਈ ਹੈ। ਇਹ ਜਿਹੜੇ ਅਲੀਟ ਬਣ ਜਾਂਦੇ ਨੇ ਕਿਸੇ ਵੀ ਜਾਤ ਦੇ ਨੇ, ਉਹ ਨਹੀਂ ਸਕੇ, ਇਹ ਸ਼ੋਸ਼ਣ ਕਰਦੇ ਆ ਜਾਤ ਵਿਸ਼ੇਸ਼ ਦੇ ਨਾਂ ਤੇ। ਜਾਤਾਂ ਦੋ ਨੇ, ਇੱਕ ਅਮੀਰ ਦੀ ਤੇ ਇੱਕ ਗਰੀਬ ਦੀ, ਪਰ ਜਿਹੜਾ ਅਲੀਟ SC ਹੈ, ਅਲੀਟ BC ਹੈ, ਅਲੀਟ ST ਹੈ, ਉਹ ਸਿਰਫ ਕੈਸ਼ ਤਾਂ ਕਰਦਾ ਆਪਣੀ ਜਾਤ ਨੂੰ, ਪਰ ਉਹ ਜਾਤ ਦੇ ਕੰਮ ਨਹੀਂ ਆਉਂਦਾ। ਹੰਸਰਾਜ ਤੋਂ ਕਿੰਨੇ ਕੁ ਖਾੜੇ ਲਵਾ ਲਏ ਤੁਸੀਂ ਲੋਕਾਂ ਨੇ? ਕੈਪਟਨ ਸਾਹਿਬ ਨੇ ਕਿੰਨੇ ਕੁ ਜੱਟਾਂ ਦਾ ਭਲਾ ਕਰ ਦਿੱਤਾ, ਬਾਦਲ ਕਿਆ ਨੇ ਕਿੰਨੇ ਕੁ ਜੱਟਾਂ ਦਾ ਭਲਾ ਕਰ ਦਿੱਤਾ, ਪਰ ਗੱਲ ਇਹ ਹੈ ਨਾ ਕਿ ਸਾਡੇ ਦਿਮਾਗਾਂ 'ਚੋਂ ਤੂੜੀ ਨਹੀਂ ਨਿਕਲਦੀ। ਉਹ ਸਵਾਗਤ ਜੀ ਤੁਹਾਡਾ ਆਪਣਾ ਕਮੈਂਟਰੀ ਵਾਲਿਓ, ਸੌਰੀ ਕਾਲ ਕੱਟ ਗਈ ਹੈ ਜੀ। ਸੁਰਿੰਦਰ ਵੀਰ, ਹੋਰ ਜਾਂਦੇ ਜਾਂਦੇ ਕੋਈ ਸਾਂਝ ਸੁਨੇਹਾ ਹੋਵੇ ਤਾਂ ਪਲੀਜ਼ ਅਪਡੇਟ ਕਰ ਦਿਓ। ਤੇ ਨਵੀਆਂ ਅਪਾਇੰਟਮੈਂਟ ਜਿਸ ਤਰ੍ਹਾਂ ਪ੍ਰਗਟ ਸਿੰਘ ਦੀ ਹੋਈ ਹੈ, ਇਹ ਠੀਕ ਹੈ, ਸਾਫ਼ ਸੁਥਰੀ ਸ਼ਖਸੀਅਤ ਹੈ, ਪਾਰਟੀ ਲਈ ਕੰਮ ਕੀਤਾ, ਵੱਡੇ ਉਹਦੇ ਮਿਲਣੇ ਚਾਹੀਦੇ ਨੇ। ਮੈਂ ਕਹਿੰਦਾ ਸਪੋਰਟਸ ਮਿਨਿਸਟਰ ਵਰਗੀਆਂ ਵਜ਼ਾਰਤਾਂ ਇਹਨਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਘੱਟੋ ਘੱਟ ਇਹ ਵੀ ਕਹਿਣ ਜੋਗੇ ਤਾਂ ਨਹੀਂ ਰਹਿਣਗੇ ਕਿ ਸਾਨੂੰ ਸਮਾਂ ਨਹੀਂ ਮਿਲਿਆ, ਫਟਾਫਟ ਵੰਡਣ। ਈਵਨ ਪੁਰਾਣੇ ਜਿਹੜੇ ਸਾਰੇ ਨੇ ਮੈਂ ਕਹਿੰਦਾ ਬਦਲਣੇ ਚਾਹੀਦੇ ਨੇ, ਨਵੀਂ ਟੀਮ ਨੂੰ ਮੌਕਾ ਦੇਣਾ ਚਾਹੀਦਾ ਹੈ ਜੀ। ਸੁਰਿੰਦਰ ਨਹੀਂ ਬਿਲਕੁਲ, ਦੇਖੋ ਸਮਾਂ ਤਾਂ ਬਦਲਦਾ, ਸਮਾਂ ਬਦਲਣਾ ਵੀ ਜ਼ਰੂਰੀ ਆ। ਕੱਲਾ ਮੁੱਖ ਮੰਤਰੀ ਨਾ ਬਦਲੇ, ਮੰਤਰੀ ਵੀ ਬਦਲਣ ਤੇ MLA ਵੀ ਬਦਲਣ। ਟੀਮ ਹਮੇਸ਼ਾ ਨਵੀਂ ਆਉਣੀ ਚਾਹੀਦੀ ਆ। ਨਵੇਂ ਨੂੰ ਮੌਕਾ ਦਿਓਗੇ ਤੇ ਬਹੁਤ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ, ਪਰ ਬਦਕਿਸਮਤੀ ਸਾਡਾ ਅੱਜ ਤੱਕ ਇੱਕੋ ਹੀ ਰੁਝਾਨ ਚੱਲੀ ਗਿਆ। ਦਾਦਾ ਇੱਕ ਕਾਲ ਲੈ ਲਾ, ਸੌਰੀ ਕਾਲ ਬਾਰ-ਬਾਰ ਜਿਹੜੀ ਹੈ ਡਿਸਟਰਬ ਹੋ ਰਹੀ ਹੈ। ਸਵਾਗਤ ਹੈ ਜੀ, ਤੁਸੀਂ ਆਨਰ ਹੋ। ਹਾਂਜੀ ਟਵਾਣਾ ਸਾਹਿਬ, ਮੈਂ ਇਹ ਕਹਿਣਾ ਸੀ, ਮੈਂ ਕਿਹਾ ਹੁਣ ਜਿੱਦਾਂ ਚਲੋ ਅਸੀਂ ਏਦਾਂ ਵੀ ਨਹੀਂ ਕਹਿੰਦੇ ਦਲਿਤ ਕੋਈ ਵੀ, ਚਲੋ ਜਿਹੜਾ ਮਾੜਾ ਬੰਦਾ, ਹੁਣ ਕਰਨਾਟਕਾ 'ਚ ਤੁਸੀਂ ਸ਼ਾਇਦ ਅੱਜ ਨਿਊਜ਼ ਸੁਣੀ ਹੋਵੇ ਵੀ ਉੱਥੇ ਕੋਈ 2 ਸਾਲ ਦਾ ਬੱਚਾ ਮੰਦਿਰ 'ਚ ਵੜ ਗਿਆ ਤਾਂ ਕਹਿੰਦੇ 25,000 ਰੁਪਈਆ ਜੁਰਮਾਨਾ ਪਾਓ। ਉਹਦਾ ਮਾਪੇ ਉਹਨਾਂ ਨੂੰ ਆਪਣੇ ਨਿਆਣੇ ਨੂੰ ਲੈ ਕੇ ਗਿਆ ਸੀ ਕਿਤੇ ਮੰਦਿਰ ਦੇ, ਸ਼ਾਇਦ ਉਹ ਹਨੂਮਾਨ ਦਾ ਮੰਦਿਰ ਸੀ ਕੁਛ, ਤੇ BJP ਵਾਲੇ ਕਹਿੰਦੇ ਅਸੀਂ ਇੱਥੇ ਦਲਿਤ ਚੀਫ ਮਿਨਿਸਟਰ ਬਣਾਉਣਾ। ਚਲੋ ਦਲਿਤ ਵੀ ਨਹੀਂ ਕਹਿਣਾ ਚਾਹੀਦਾ ਕੋਈ ਵੀ ਬੰਦਾ, ਤੇ ਇਹਨਾਂ ਦਾ ਹਾਲ ਆ। ਹੁਣ ਕਰਨਾਟਕ 'ਚ BJP ਦੀ ਗਵਰਨਮੈਂਟ ਆ, ਉੱਥੇ ਨਹੀਂ ਬੋਲਦਾ ਕੋਈ ਪੰਜਾਬ ਦਾ ਜਾਂ ਉੱਪਰ ਕੋਈ ਬੰਦਾ ਵੀ ਬੋਲਦਾ ਨਹੀਂ। ਚਲੋ ਉਹਨਾਂ ਦਾ ਕੀ ਹੋ ਕੇ ਤੇ ਉੱਥੇ ਕੋਈ ਮਹਾ ਪੰਚਾਇਤ ਕਰ ਲਈ, ਜੇ ਕਿ 2 ਸਾਲ ਦਾ ਬੱਚਾ ਦੌੜ ਕੇ ਜੇ ਤੁਹਾਡੇ ਮੰਦਿਰ 'ਚ ਵੜ ਗਿਆ ਤੇ ਤੁਹਾਡਾ ਮੰਦਿਰ ਭਿੱਟ ਗਿਆ ਇਹਦੇ ਨਾਲ ਹੈ, ਤੇ ਉੱਤੋਂ ਤੁਸੀਂ ਜਾਤ ਜਾਤ ਜੂਤ ਦੀਆਂ ਏਦਾਂ ਦੀਆਂ ਗੱਲਾਂ ਕਰਦੇ। ਸੋ ਇਹ ਵੀ ਨਿਊਜ਼ ਅੱਜ ਮੈਂ ਸੁਣੀ ਸੀ ਕਿਤੇ, ਬਹੁਤ ਕੁਛ ਮਾੜਾ ਵਾਪਰਿਆ ਜੀ, ਬਹੁਤ ਕੁਛ ਮਾੜਾ ਵਾਪਰਿਆ ਜੀ। ਹਾਂਜੀ ਥੈਂਕ ਯੂ ਬਾਈ ਜੀ, ਥੈਂਕ ਯੂ, ਮਿਹਰਬਾਨੀ। ਤੇ ਇੱਕ ਕਾਲਰ ਹੋਰ ਨੇ ਆਸਟ੍ਰੇਲੀਆ ਤੋਂ, ਸਵਾਗਤ ਹੈ ਜੀ ਤੁਹਾਡਾ। ਮੈਂ ਸੌਰੀ ਅੱਜ ਫੋਨ ਮੇਰਾ ਮੈਂ ਲਈਆਂ ਨਹੀਂ ਕਾਲ, ਅੱਜ ਜਾਣਬੁੱਝ ਕੇ ਸਮਾਂ ਥੋੜਾ ਸੀ। ਸਵਾਗਤ ਹੈ ਜੀ ਤੁਹਾਡਾ, ਵੈਲਕਮ ਆਸਟ੍ਰੇਲੀਆ ਤੋਂ, ਸਵਾਗਤ ਹੈ ਤੁਹਾਡਾ। ਹਾਂਜੀ ਸਰ, ਮੈਂ ਜੁਝਾਰ ਗੱਲ ਕਰ ਰਿਹਾ। ਸਤਿ ਸ਼੍ਰੀ ਅਕਾਲ ਦੋਵੇਂ ਸਰਾਂ ਨੂੰ। ਸਤਿ ਸ਼੍ਰੀ ਅਕਾਲ ਜੁਝਾਰ ਜੀ, ਵੈਲਕਮ ਬਾਈ ਜੀ। ਹਾਂਜੀ ਸਰ, ਮੈਂ ਗੱਲ ਕਰਨੀ ਸੀ ਸਵੇਰ ਵਾਲਾ ਪ੍ਰੋਗਰਾਮ ਵੀ ਤੁਹਾਡਾ ਸੁਣਿਆ ਸੀ, ਜਿਹੜਾ ਤੁਸੀਂ ਕਹਿ ਰਹੇ ਸੀ SC ST ਵਾਲਾ। ਉਹ ਸਰ ਤੁਸੀਂ ਕਹਿ ਰਹੇ ਸੀ ਕਿ ਜੱਟ ਕਹੇ ਤੇ ਪ੍ਰਾਊਡ ਫੀਲ ਕਰਦੇ ਆ ਤੇ ਇਹ ਵੀ ਕਰਨ ਲੱਗਣ, ਪਰ ਗੱਲ ਇੱਕ ਹੋਰ ਵੀ ਹੈ ਸਰ, ਜਦੋਂ ਸਾਡੇ ਲੋਕ ਜ਼ਿਕਰ ਕਰਦੇ ਆ ਕਦੀ ਵੀ SC ST ਦਾ, ਉਹ ਨੈਗੇਟਿਵ ਵੇ ਚ ਕਰਦੇ ਆ, ਮਤਲਬ ਕਿ ਉਹਨੂੰ ਨੀਵਾਂ ਦਿਖਾਉਣ ਲਈ ਕਰਦੇ ਨੇ। ਤੇ ਜੱਟ ਆ ਜਿਹੜਾ ਉਹ ਮਤਲਬ ਇੱਕ ਮਤਲਬ ਚੌੜਾ ਹੋਣ ਲਈ, ਮਤਲਬ ਵਧੀਆ ਗੱਲ ਪੋਜ਼ਿਟਿਵ ਵੇ ਨਾਲ ਉਹ ਕਰਦੇ ਆ। ਸੋ ਇਸ ਕਰਕੇ ਥੋੜਾ ਫਰਕ ਆ ਜੀ ਸਾਡੇ ਲੋਕਾਂ ਦਾ। ਚਾਹੇ ਜਿੰਨਾ ਮਰਜ਼ੀ ਆਪਾਂ ਬੈਠ ਕੇ ਬੜੀਆਂ ਸਟੇਜਾਂ ਤੇ ਕਹੀਏ ਜਾਤ ਪਾਤ ਹੈ ਹੋਰ, ਪਰ ਲੋਕ ਕਰਦੇ ਨਹੀਂ ਫਰਕ। ਨਹੀਂ ਜੱਟਾਂ ਬਾਰੇ ਮਤਲਬ ਜੱਟ ਕਾ ਸੂਟ, ਜੱਟ ਬਰਾਬਰ ਸੂਰ, ਜੱਟ ਤੋਲਾ ਭਾਰਾ, ਸੂਰ ਦੇ ਨਾਲ ਤੁਲਨਾ ਜੱਟ ਦੀ ਕੀਤੀ ਗਈ ਹੈ, ਪਰ ਜੱਟ ਨੇ ਉਹਨਾਂ ਤੇ ਤਾਂ ਪਾਬੰਦੀ ਕਦੇ ਲਾਈ ਹੈ ਕਿ ਉਹਦੇ ਤੇ ਪਾਬੰਦੀ ਲਾਓ? ਜੱਟਾਂ ਦੇ ਬਾਰੇ ਬਾਈ ਜੀ ਕਿਤਾਬਾਂ 'ਚ ਇੰਨਾ ਕੁਛ ਲਿਖਿਆ, ਕਦੇ ਤੁਸੀਂ ਕਿਹਾ? ਇਹ ਗੱਲ ਵੀ ਆਮ ਹੈ ਨਹੀਂ, ਪਰ ਜਿਹੜੀਆਂ ਗੱਲਾਂ ਆਪਾਂ ਤੁਸੀਂ ਕਹਿੰਦੇ, ਚਲੋ ਤੁਸੀਂ ਤਾਂ ਹੀ ਕਹਿੰਦੇ ਹੋ ਹੈ ਤਾਂ ਜੱਟ ਬੁੱਧੀ ਕਹਿ ਦਿੰਦੇ ਆ ਵੀ ਜੱਟ ਬੁੱਧੀ ਦਾ ਤੁਹਾਨੂੰ ਪਤਾ ਹੀ ਹੈ ਤਾਂ ਨੈਗੇਟਿਵ, ਪਰ ਫਿਰ ਵੀ ਜਿਵੇਂ ਹੁਣ ਪਰ ਜਿਵੇਂ ਜੱਟ ਨੂੰ ਪ੍ਰਮੋਟ ਕਰਿਆ ਜਾਂਦਾ ਜੀ ਗਾਣਿਆਂ 'ਚ, ਸਭ ਤੋਂ ਪਹਿਲਾਂ ਤਾਂ ਗਾਣੇ ਹੋਣੇ ਚਾਹੀਦੇ ਆ, ਕਿਉਂਕਿ ਹੁਣ ਗਾਣੇ ਤਾਂ ਪਤਾ ਹੀ, ਗਾਣੇ ਤਾਂ ਸਾਰੀ ਮਤਲਬ ਜਿੰਨੇ ਵੀ ਜ਼ਿਆਦਾਤਰ ਸਿੰਗਰ ਆਉਂਦੇ ਆ ਉਹ ਜੱਟ ਕਰਕੇ ਪ੍ਰਮੋਟ ਕਰਦੇ ਨੇ। ਗੈਰ ਜੱਟਾਂ ਮੇਨ ਗੱਲ ਇੱਥੇ ਵੀ ਤਾਂ ਕਰਕੇ ਵੀ ਜੱਟ ਹੋਣਾ ਜੀ। ਬਿਲਕੁਲ ਗਾਏ ਨੇ ਜੀ, ਉਹ ਕਮਰਸ਼ੀਅਲ ਹੋਣ ਲਈ ਗਾਏ ਨੇ ਬਈ। ਇਹ ਸਾਡੇ ਸੁਸਾਇਟੀ ਦੇ ਵਿੱਚ ਮਤਲਬ ਕਿ ਖੂਨ ਦੇ ਵਿੱਚ ਹੋ ਗਿਆ ਜੀ, ਇਹ ਗੱਲਾਂ ਖਤਮ ਹੋਣੀਆਂ ਮੁਸ਼ਕਿਲ ਨੇ, ਜਿੰਨਾ ਮਰਜ਼ੀ ਕਰੀ ਜਾਈਏ। ਕੋਈ ਤਰੀਕਾ ਬਾਈ ਜੀ ਆਰਥਿਕ ਆਧਾਰ ਤੇ ਸਭ ਠੀਕ ਹੋ ਜਾਏਗਾ। ਤੁਹਾਡੀ ਆਵਾਜ਼ ਮੇਰੀ ਦੁਬਾਰਾ ਆ ਰਹੀ ਹੈ ਜੁਝਾਰ, ਪਲੀਜ਼ ਸੌਰੀ, ਥੈਂਕ ਯੂ। ਸੋ ਇਸ ਕਰਕੇ ਆਰਥਿਕ ਆਧਾਰ ਤੇ ਕਰਨ ਨੂੰ ਦੇਖੋ, ਜੇ ਗਰੀਬ ਹੈ ਉਹ SC ST ਹੈ ਉਹਨੂੰ ਫਾਇਦਾ ਮਿਲੇਗਾ ਜੋ ਗਰੀਬ ਹੈ, ਪਰ ਜਿਹੜਾ ਅਮੀਰ SC ST ਹੈ ਨਾ ਉਹ ਸਿਆਪੇ ਦੀ ਜੜ ਹੈ। ਉਹਨਾਂ ਨੇ ਆਪਣੇ IAS ਕਰ ਲਏ ਨੇ, ਆਪਣੇ ਕੋਟੇ ਲੈ ਲਏ ਨੇ। ਹੁਣ ਜੇ ਆਰਥਿਕ ਆਧਾਰ ਤੇ ਰਿਜ਼ਰਵੇਸ਼ਨ ਹੁੰਦੀ ਹੈ ਤੇ ਉਹਨਾਂ ਦਾ ਹਿੱਸਾ ਟੁੱਟਦਾ ਹੈ ਤੇ ਉੱਥੇ ਫਿਰ ਪ੍ਰੋਬਲਮ ਆਉਂਦੀ ਹੈ। ਜਿਹੜੇ ਅਮੀਰ ਹੋ ਚੁੱਕੇ ਨੇ ਉਹ ਬਰਦਾਸ਼ਤ ਨਹੀਂ ਕਰਦੇ, ਪ੍ਰੋਬਲਮ ਇਸ ਗੱਲ ਦੀ ਹੈ। ਤੇ ਇਸ ਕਰਕੇ ਜਾਤਾਂ ਦੋ ਹੀ ਨੇ, ਆਰਥਿਕ ਆਧਾਰ ਤੇ ਰਿਜ਼ਰਵੇਸ਼ਨ ਹੋਵੇ, ਕਿਉਂਕਿ ਇਹਨਾਂ
ਜਾਤਾਂ ਨੂੰ ਵੀ ਨਾ ਜਿਹੜੀਆਂ ਨੂੰ ਸ਼ਡਿਊਲ ਕਾਸਟ ਦੇ ਵਿੱਚ ਪਾਇਆ ਹੋਇਆ, ਇਹਨਾਂ ਜਾਤਾਂ ਨੂੰ ਵੀ ਬੈਨੀਫਿਟ ਗਰੀਬ ਹੋਣ ਕਰਕੇ ਮਿਲ ਰਿਹਾ। ਪਰ ਗਰੀਬ ਜਾਤ ਕਿਉਂ ਨਹੀਂ ਬਣ ਸਕਦੀ? ਅਲੀਟ ਇੱਕ ਗਰੀਬ, ਪਰ ਉਹ ਨਹੀਂ ਹੋਣ ਦੇ ਰਹੇ। ਬੈਨੀਫਿਟ ਉਹਨਾਂ ਦੇ ਨਾਂ ਤੇ ਲੈ ਰਹੇ ਨੇ। ਹੁਣ ਮਾਇਆਵਤੀ ਹੈ ਜਾਂ ਹੋਰ ਹੈ, ਚੰਨੀ ਕੋਈ ਗਰੀਬ ਥੋੜੀ ਹੈ। 14 ਕਰੋੜ ਦੇ ਸਾਸੇ ਸੀਗੇ ਉਹਦੇ, ਤੁਸੀਂ ਹਿਸਾਬ ਲਾ ਲਓ। ਇਹ ਉਹ ਹੁੰਦੇ ਜਿਹੜੇ 1 ਨੰਬਰ ਦੇ ਹੁੰਦੇ ਨੇ, ਤੇ ਬੈਨੀਫਿਟ ਉਹਨਾਂ ਦਾ ਲੈ ਰਿਹਾ। ਹੁਣ ਚੰਨੀ ਹੈ, ਉਹਨਾਂ ਦਾ ਬੇਟਾ ਆਊ, ਉਹਨਾਂ ਦੇ ਰਿਸ਼ਤੇਦਾਰ ਆਉਣਗੇ, ਉਹਨਾਂ ਨੇ ਸਾਰਾ ਕੁਝ ਆਊਗਾ। ਪਰ ਜਿਹੜਾ ਇੱਕ ਆਮ ਪੇਂਡੂ ਮਜ਼ਦੂਰ ਹੈ ਇਸ ਭਾਈਚਾਰੇ 'ਚ, ਉਹਨੂੰ ਕੀ ਮਿਲਿਆ? ਸਿਰਫ ਉਹਨੂੰ ਇੰਨਾ ਹੀ ਕਿ ਸਾਡੇ ਭਾਈਚਾਰੇ 'ਚੋਂ ਬਣ ਗਿਆ, ਉਹ ਐਸੇ 'ਚ ਚੌੜਾ ਹੋ ਜਾਂਦਾ। ਇਹ ਗੱਲ ਗਲਤ ਹੈ। ਹਾਲਾਂਕਿ ਜੱਟ ਦਾ ਕਹਿੰਦੇ ਤਾਂ ਹੈਗੇ ਕਿ ਜੱਟ ਦਾ ਤੇ ਭੋਲੂ ਨਰੈਣੇ ਦਾ, ਪਰ ਜੱਟ ਦਾ ਬਹੁਤਾ ਨਹੀਂ ਕਰਦਾ। ਕੁੱਕੜ ਕਾਂ ਕਬੀਲਾ ਪਾਲਦਾ, ਇਹ ਫਿਤਰਤਾਂ ਨੇ। ਜੱਟ ਦਾ ਵੈਰੀ ਹੈ ਸਹੀ ਮਾਨੇ 'ਚ। ਸੁਰਿੰਦਰ ਵੀਰ ਲਈਏ ਆਗਿਆ, ਕਰੀਏ ਸਮਾਪਤੀ? ਹਾਂਜੀ ਬਿਲਕੁਲ ਜੀ। ਹਾਂ, ਕਾਲਸ ਬਹੁਤ ਆ ਰਹੀਆਂ, ਸੋ ਮਾਫੀ ਚਾਹੁੰਦਾ। ਬਾਕੀ ਸਵੇਰੇ ਨਿੱਠ ਕੇ ਸਾਰੇ ਪ੍ਰੋਗਰਾਮ ਤੇ ਚਰਚਾ ਕਰਾਂਗੇ। ਸੋ ਆਪ ਸਭ ਸੱਜਣਾ ਦਾ ਧੰਨਵਾਦ। ਸੁਰਿੰਦਰ ਵੀਰ ਸਤਿ ਸ਼੍ਰੀ ਅਕਾਲ, ਸਵੇਰੇ ਹੁੰਦੀ ਮੁਲਾਕਾਤ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ ਜੀ, ਮਿਹਰਬਾਨੀ। ਸੋ ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਬਾਈ ਜੀ ਆਪਣੇ ਨਾਲ ਜੁੜੇ ਸਨ। ਤੇ ਇਸ ਦੌਰਾਨ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਜੀ ਆਪ ਜੀ ਨਾਲ ਜੁੜਦੇ ਹਾਂ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਸੁਣ ਸਕਦੇ ਹੋ। ਉੱਥੇ ਤੁਹਾਨੂੰ ਸਾਡੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, ਟਿਵਾਣਾ ਰੇਡੀਓ ਦਾ YouTube ਪੇਜ ਦਾ ਲਿੰਕ ਮਿਲੇਗਾ। ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਵੋ ਤਾਂ ਜੋ ਪ੍ਰੋਗਰਾਮ ਦੇ ਸ਼ੁਰੂ ਹੁੰਦੇ ਹੀ ਤੁਹਾਨੂੰ ਇਸ ਦੀ ਜਾਣਕਾਰੀ ਮਿਲੇ। ਤੇ 1-2 ਕਾਲ ਹੈ, ਚਲੋ ਮੈਂ ਲੈ ਲਾਂ, ਵੈਸੇ ਮੇਰੀ ਥੋੜੀ ਮਸ਼ਰੂਫੀਅਤ ਹੈ ਅੱਜ। ਸਵਾਗਤ ਹੈ ਜੀ 9792, ਵੈਲਕਮ। ਸਵਾਗਤ ਬਾਈ ਜੀ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਬਲਬੀਰ ਬੋਲ ਰਿਹਾ ਜੀ। ਹਾਂਜੀ ਬਲਬੀਰ ਜੀ, ਸਵਾਗਤ ਹੈ। ਬੜੀ ਸੋਹਣੀ ਪੱਗ ਬਣੀ ਅੱਜ ਕੇ। ਅੱਛਾ, ਜਿਹੜੀ ਨਾ ਗੱਲ ਹੋ ਰਹੀ ਆ ਜੱਟ ਤੇ ਤਾਂ ਜਾਂ ਐਸਸੀ ਤੇ, ਮੈਨੂੰ ਇਹ ਤਾਂ ਲੱਗਦਾ ਜਿਹੜਾ ਜੱਟ ਲਫ਼ਜ਼ ਵਰਤਿਆ ਜਾਂਦਾ ਉਹਨਾਂ ਇੱਕ ਆਈਡੀਅਲ ਪੰਜਾਬੀ ਲਈ ਵਰਤਿਆ ਜਾਂਦਾ। ਕਈ ਵਾਰੀ ਕੋਈ ਵੀ ਚੰਗਾ ਕਹਿੰਦਾ ਵੀ ਜੱਟ ਨੇ ਐ ਕੀਤਾ। ਅਸਲ 'ਚ ਇਹਨੂੰ ਕੱਲਾ ਜਾਤ ਨਾਲ ਨਾ ਜੋੜਿਆ ਜਾਵੇ। ਇਹ ਜੱਟ ਇੱਕ ਮੈਨੂੰ ਲੱਗਦਾ ਵੀ ਜਾਤ ਵੀ ਹੈ ਫॉर श्योर, ਪਰ ਇੱਕ ਆਈਡੀਅਲ ਪੰਜਾਬੀ ਨੂੰ ਉਹ ਜ਼ਿਆਦਾ ਡਿਸਕ੍ਰਾਈਬ ਕਰਦਾ ਸਰ ਮੇਰੇ ਹਿਸਾਬ ਨਾਲ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਆ ਵੀ ਆਰਥਿਕ ਤੌਰ ਤੇ ਗਰੁੱਪ ਨੇ ਨਾ ਕਿ ਜਾਤ ਤੌਰ ਤੇ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਮਤਲਬ ਮੈਂ ਸੁਣਿਆ ਵੀ ਸਾਊਥ ਵਿੱਚ ਟਾਪ ਦੇ ਪੰਡਤ ਆ ਉਹ ਵੀ ਭੁੱਖੇ ਮਰਦੇ ਆ। ਆਪਣੇ ਪੰਜਾਬ 'ਚ ਮਰ ਰਹੇ ਆ ਬਾਈ ਜੀ। ਪੰਜਾਬ 'ਚ ਤੁਸੀਂ ਵੇਖੋ ਕਿ ਇੰਨੇ ਬ੍ਰਾਹਮਣ ਗਰੀਬ ਪਰਿਵਾਰਾਂ 'ਚ ਲੋਕ ਨੇ, ਉੱਚ ਜਾਤੀਆਂ ਵਾਲੇ, ਬਹੁਤ ਮਾੜੀ ਹਾਲਤ ਹੈ ਉਹਨਾਂ ਦੀ। ਪੰਜਾਬ 'ਚ ਮੈਂ ਤੁਹਾਨੂੰ ਕਿੰਨੇ ਪਰਿਵਾਰ ਦਿਖਾ ਦਾਂਗਾ, ਬ੍ਰਾਹਮਣ ਪਰਿਵਾਰਾਂ 'ਚ ਉਹਨੇ ਬਹੁਤ ਗਰੀਬ ਨੇ, ਪਿੰਡਾਂ 'ਚ ਰਹਿੰਦੇ ਨੇ, ਮਸਾਂ ਗੁਜ਼ਾਰਾ ਕਰਦੇ ਨੇ। ਤੇ ਪਰ ਉੱਚੀ ਜਾਤ ਹੈ। ਜਰਨਲ ਕੈਟਾਗਰੀ 'ਚ ਕਿੰਨੇ ਲੋਕ ਨੇ ਜਿਹੜੇ ਦਿਹਾੜੀਆਂ ਕਰਦੇ ਨੇ, ਜੋ ਹਾਲਾਤ ਬਣ ਰਹੇ ਨੇ ਜਰਨਲ ਕੈਟਾਗਰੀ ਦੇ, ਉਹ ਵੀ ਐਜੀਟੇਸ਼ਨ ਚਲਾ ਰਹੇ ਨੇ ਕਿ ਸਾਡਾ ਰਿਜ਼ਰਵੇਸ਼ਨ ਖਤਮ ਕਰੋ। ਪਰ ਜਿਹੜਾ ਅਲੀਟ ਰਿਜ਼ਰਵੇਸ਼ਨ ਲੈ ਰਿਹਾ ਨਾ, ਉਹ ਸਿਆਪੇ ਦੀ ਜੜ ਹੈ, ਕਿਉਂਕਿ ਉਹਨਾਂ ਦੇ ਬੱਚੇ ਹੀ ਅੱਗੋਂ ਉੱਚ ਅਹੁਦਿਆਂ ਤੇ ਆਉਂਦੇ ਨੇ, ਉਹਨਾਂ ਦੇ ਬੱਚੇ ਹੀ ਅੱਗੋਂ ਇਸ ਕੈਟਾਗਰੀ ਦੇ ਵਿੱਚੋਂ MLA MP ਬਣਦੇ ਨੇ। ਉਹ ਰਿਜ਼ਰਵੇਸ਼ਨ ਨਹੀਂ ਤੋੜਦੇ ਤੇ ਜਦੇ ਉਹ ਮੁੱਦਾ ਖੜਾ ਕਰ ਲੈਂਦੇ ਨੇ। ਹਾਲਾਂਕਿ ਜੇ ਜਾਤ ਪਾਤ ਇੰਡੀਆ 'ਚੋਂ ਖਤਮ ਕਰਨੀ ਹੈ, ਸਭ ਤੋਂ ਵਧੀਆ ਤਰੀਕਾ ਹੈ ਕਿ ਰਿਜ਼ਰਵੇਸ਼ਨ ਖਤਮ ਕਰਕੇ ਆਰਥਿਕ ਆਧਾਰ ਤੇ ਰਿਜ਼ਰਵੇਸ਼ਨ ਦਿਓ। ਮੈਂ ਪੁੱਛਿਆ ਸੀ ਕਪਤਾਨ ਸਾਹਿਬ ਨੂੰ, ਕਹਿੰਦਾ ਜਿਹੜੀ ਪਾਰਟੀ ਕਰੇਗੀ ਉਹ ਮਰ ਜਾਏਗੀ। ਆ ਪੁੱਛਿਆ ਸੀ ਮੈਂ ਸਵਾਲ ਵੀ ਰਿਜ਼ਰਵੇਸ਼ਨ ਆਰਥਿਕ ਆਧਾਰ ਤੇ ਕਿਉਂ ਨਾ ਹੋਵੇ। ਹੁਣ ਜਿਹੜਾ ਅਮੀਰ ਹੋ ਚੁੱਕਾ SC ST ਭਾਜੀ, ਉਹ ਆਏਗਾ ਨਹੀਂ ਕੈਟਾਗਰੀ 'ਚੋਂ, ਆਪੇ ਬਾਹਰ ਜਾਏਗਾ। ਜਿਹੜਾ ਲੋੜਵੰਦ ਆ ਉਹਨੂੰ ਹਿੱਸਾ ਮਿਲੇਗਾ ਕਿ ਜਿਹੜਾ ਗਰੀਬ ਆ ਇਲੈਕਸ਼ਨ ਲੜੇ ਜੀ। ਜੀ ਬਿਲਕੁਲ। ਸੋ ਇਹ ਮਤਲਬ ਚੰਗੀ ਗੱਲ ਹੋਊਗੀ ਜੇ ਕਿਤੇ ਇਹਨਾਂ ਗੱਲਾਂ ਤੋਂ ਮਤਲਬ ਉੱਪਰ ਉੱਠ ਕੇ ਸਾਰੇ ਬੰਦੇ ਸੋਚਣੀ, ਦਲਿਤ ਵੀ ਤੇ ਜੱਟ ਵੀ, ਕਿਉਂਕਿ ਇਹ ਹਰ ਜਿਹੜੀ ਜਾਤੀ ਉਹ ਆਪਣੇ ਸਵਾਰਥ ਲਈ ਇਹਨੂੰ ਵਰਤ ਲੈਂਦੀ ਹੈ। ਪਰ ਇਨ ਐਕਚੁਅਲ ਇਹ ਜਿਹੜੀ ਗੱਲ ਹੈ ਇਹ ਆਰਥਿਕ ਵੰਡ ਦੀ ਗੱਲ ਹੀ ਹੈ। ਇਹਦੇ ਨਾਲ ਹੋਰ ਖਿਲਾਰਾ ਵੱਧਦਾ, ਨਫ਼ਰਤ ਵੱਧਦੀ ਹੈ ਬਾਈ ਜੀ। ਥੈਂਕ ਯੂ ਬਾਈ ਜੀ, ਬਲਵੀਰ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸੋ ਅਸੀਂ ਉਹ ਜਾਤ ਪਾਤ ਖਤਮ ਨਹੀਂ ਕਰਨਾ ਚਾਹੁੰਦੇ। ਹੁਣ ਵਿੱਚ ਵਿਦੇਸ਼ਾਂ ਆ ਕੇ ਬਦਲੇ ਕਾਰੋਬਾਰ, ਜੱਟ ਤਖਾਣਾ ਕਰ ਰਿਹਾ ਤੇ ਧੋਬੀ ਜ਼ਿਮੀਂਦਾਰ, ਇਹ ਗੱਲਾਂ ਲਿਖੀਆਂ ਗਈਆਂ ਨੇ। ਵਿਦੇਸ਼ਾਂ 'ਚ ਤੁਹਾਡਾ ਕੋਈ ਫਰਕ ਹੀ ਨਹੀਂ ਹੈਗਾ, ਕੰਮ ਦੇ ਆਧਾਰ ਤੇ ਚੀਜ਼ਾਂ ਬਣੀਆਂ ਸੀਗੀਆਂ। ਪਰ ਉਹ ਜਿਹੜਾ ਮਨੂਵਾਦ ਹੈ, ਜਿਹੜਾ ਬ੍ਰਾਹਮਣ ਸਾਰੇ ਸਿਆਪੇ ਦੀ ਜੜ ਹੈ, ਉਹ ਇਸ ਨੂੰ ਖਤਮ ਨਹੀਂ ਹੋਣ ਦੇ ਰਿਹਾ। ਤੇ ਇਹਨਾਂ ਕੈਟਾਗਰੀ 'ਚ ਜਿਹੜੇ ਪੀੜਤ ਲੋਕ ਨੇ, ਸਭ ਤੋਂ ਵੱਧ ਫਿਰ ਉਸੇ ਬ੍ਰਾਹਮਣ ਦੇ ਕਹੇ ਤੇ ਖੂਹ 'ਚ ਡਿੱਗਦੇ ਨੇ। ਕੋਈ ਘਰ ਢਾਈ ਜਾਂਦਾ ਹੈ, ਕੋਈ ਹਾਥੀ ਤੇ ਚੜਿਆ ਫਿਰਦਾ। ਹੁਣ ਜਿਹੜੇ ਬ੍ਰਾਹਮਣ ਦੇ ਕਹੇ ਤੇ ਚੰਨੀ ਸਾਹਿਬ ਨੂੰ ਇਹ ਅਹੁਦਾ ਮਿਲ ਗਿਆ, ਮੈਂ ਤੁਹਾਨੂੰ ਕਰ ਦਿਆਂਗਾ ਖੁਲਾਸੇ ਕਿ ਉਹਦੀ ਕਿੰਨੀ ਰੇਟਿੰਗ ਵੱਧ ਗਈ ਹੈ, ਟੋਟ ਕੇ ਕਿੰਨੇ ਵੱਧ ਗਏ ਨੇ। ਤੁਸੀਂ ਜਾ ਕੇ ਪਖੰਡ ਵੇਖੋ ਕਦੇ ਚੰਡੀਗੜ੍ਹ 'ਚ ਇਹਨਾਂ ਲੀਟ ਲੋਕਾਂ ਦੇ ਘਰੇ ਕੀ ਹੋ ਰਿਹਾ। ਇਹ ਯਾਰ ਕੋਈ ਸੱਭਿਅਕ ਸਮਾਜ ਦੀਆਂ ਨਿਸ਼ਾਨੀਆਂ ਨੇ। ਜਿਸ ਸਿਆਪੇ ਨੇ ਤੁਹਾਨੂੰ ਇਸ ਨੌਬਤ ਤੱਕ ਪਹੁੰਚਾਇਆ ਤੇ ਉਸ ਸਿਆਪੇ ਨੂੰ ਤੁਸੀਂ ਸਿਹਰਾ ਦੇ ਰਹੇ ਹੋ, ਤੇ ਫਿਰ ਤੁਹਾਡੇ ਤੋਂ ਮੂਰਖ ਕੌਣ ਹੈ। ਸੋ ਇਸ ਦੇ ਨਾਲ ਹੀ ਆਪ ਸਭ ਸੱਜਣਾ ਦਾ ਧੰਨਵਾਦ।
ਤੇ ਤੁਹਾਡੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਵਾ ਗਿਆ ਤੇ ਸਵੇਰੇ ਫੇਰ ਭਾਰਤੀ ਸਮਾਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।